ਅਚਾਨਕ ਤੋਂ ਇੰਨੀ ਸਖਤ ਕਿਉਂ ਹੋ ਗਈ ਬੀਜੇਪੀ? ਜਾਓ ਜੀ ਅਸੀਂ ਤਾਂ ਤੁਹਾਡੀ ਮੰਨਦੇ ਨਹੀਂ। ਬੜੀਆਂ ਸਰਕਾਰਾਂ ਇਸ ਗਰੂਰ ਦੇ ਵਿੱਚ ਆ ਕੇ ਨੁਕਸਾਨ ਕਰਾ ਬੈਠਦੀਆਂ। ਯਾਰ ਦੇਰੀ ਕਿਉਂ ਕੀਤੀ? ਪਹਿਲਾਂ ਕਿਉਂ ਤੁਸੀਂ ਹਾਮੀ ਭਰਦੇ ਰਹੇ? ਸਟਾਰਟਿੰਗ ਤੇ ਉਹਨਾਂ ਦਾ ਵਰਸ਼ਨ ਇਹ ਸੀ ਕਿ ਇਹ ਚੀਜ਼ਾਂ ਚੇਂਜ ਹੋ ਜਾਣਗੀਆਂ। ਇਹ ਅੱਜ ਦਾ ਨਹੀਂ ਹੈਗਾ, ਇਹ ਤਾਂ ਬੜਾ ਪੁਰਾਣਾ। ਇਹਦੇ ਵਿੱਚ ਕਾਂਗਰਸ ਪਾਰਟੀ ਦਾ ਨਾਮ ਵੱਜੀ ਜਾਂਦਾ। ਪਰ ਇਹ ਮੈਨੀਫੈਸਟੋ ਉਹਨਾਂ ਦੀ ਹੈ, ਫੋਟੋ ਵੀ ਉਹਨਾਂ ਦੀ ਹੈ, ਡਾਕਟਰ ਮਨਮੋਹਨ ਸਿੰਘ ਦੀ। ਸਾਰੇ ਰੌਲੇ ਦੇ ਵਿੱਚ ਜੇ ਕੋਈ ਖੱਟਿਆ ਕਿਸੇ ਨੇ ਜੀ ਤੇ ਉਹ ਕਾਂਗਰਸ ਪਾਰਟੀ ਹੈ। ਇਹ ਰਾਹੁਲ ਗਾਂਧੀ ਨੇ ਕੱਲ੍ਹ ਆਉਣਾ ਟਰੈਕਟਰ ਤੇ ਚੜ੍ਹਨ। ਜੀ ਜੀ ਮੈਂ ਤੁਹਾਡੇ ਰਾਹੀਂ ਉਹਨੂੰ ਪੁੱਛਣਾ ਚਾਹੁੰਦਾ, ਤੁਸੀਂ ਦੇਖ ਰਹੇ ਹੋ ਜੀ ਪ੍ਰਾਈਮ ਏਸ਼ੀਆ ਟੀਵੀ। ਮੈਂ ਹਾਂ ਗੁਰਪ੍ਰੀਤ ਸੰਧਾਵਾਲੀਆ ਤੇ ਇਸ ਪ੍ਰੋਗਰਾਮ ਪ੍ਰਾਈਮ ਪੋਲਿਟਿਕਸ ਦੇ ਵਿੱਚ ਅਸੀਂ ਆਪ ਜੀ ਦੀ ਮੁਲਾਕਾਤ ਕਰਵਾਉਂਦੇ ਹਾਂ ਵੱਖ-ਵੱਖ ਪਾਰਟੀਆਂ ਦੀਆਂ ਰਾਜਨੀਤਿਕ ਸ਼ਖਸੀਅਤਾਂ ਦੇ ਨਾਲ। ਤੇ ਕੋਸ਼ਿਸ਼ ਇਹ ਹੁੰਦੀ ਹੈ ਕਿ ਵੀ ਜਿਹੜੇ ਵੀ ਇਸ ਵਕਤ ਰਾਜਨੀਤਿਕ ਮੁੱਦੇ ਨੇ, ਮਸਲੇ ਨੇ, ਉਹ ਆਪਾਂ ਵਿਚਾਰ ਲਈਏ। ਇਸ ਵਕਤ ਸਭ ਤੋਂ ਵੱਡਾ ਮਸਲਾ ਤੇ ਖੇਤੀ ਕਾਨੂੰਨਾਂ ਨੂੰ ਲੈ ਕੇ ਹੈ, ਕਿਉਂਕਿ ਪੰਜਾਬ ਦੀ ਕਿਸਾਨੀ ਜਿਹੜੀ ਉਹਨੂੰ ਇਹ ਲੱਗਦਾ ਹੈ ਕਿ ਸਾਨੂੰ ਮਾਰਨ ਵਾਲੇ ਕਾਨੂੰਨ ਆ ਗਏ। ਕੱਲਾ ਜ਼ਿਮੀਂਦਾਰ ਹੈ ਇਸ ਵਕਤ ਰੇਲ ਦੇ ਗਾਡਰਾਂ ਤੇ ਬੈਠਾ ਜਾਂ ਫਿਰ ਸੜਕਾਂ ਤੇ ਬੈਠਾ। ਤੇ ਸਾਰੇ ਕੁਝ 'ਚ ਹਰੇਕ ਪਾਰਟੀ ਇੱਕ ਦੂਸਰੇ ਨੂੰ ਦੋਸ਼ੀ ਠਹਿਰਾ ਰਹੀ ਹੈ। ਹੁਣ ਕੌਣ ਕਿੰਨਾ ਦੋਸ਼ੀ ਹੈ ਤੇ ਕੌਣ ਕਿੰਨਾ ਨਹੀਂ ਹੈ, ਇਸੇ ਦੀ ਪੜਚੋਲ ਦੇ ਵਿੱਚ ਆਪਾਂ ਇਸ ਪ੍ਰੋਗਰਾਮ 'ਚ ਗੱਲ ਕਰਦੇ ਹਾਂ। ਅੱਜ ਸ਼੍ਰੋਮਣੀ ਅਕਾਲੀ ਦਲ ਦਾ ਆਪਾਂ ਪੱਖ ਸੁਣਾਂਗੇ ਕਿ ਵੀ ਉਹਨਾਂ ਦੇ ਉੱਪਰ ਲੱਗਦੇ ਜਿਹੜੇ ਇਲਜ਼ਾਮ ਨੇ ਉਹ ਕਿੰਨੇ ਕੁ ਸੱਚੇ ਹੈ ਤੇ ਕਿੰਨੇ ਕੁ ਝੂਠੇ ਹੈ। ਇਹ ਸਾਰੀਆਂ ਗੱਲਾਂ ਬਾਤਾਂ ਰੱਖਣ ਦੇ ਲਈ ਅੱਜ ਸਟੂਡੀਓ ਦੇ ਵਿੱਚ ਆਪਣੇ ਨਾਲ ਨੇ ਸੀਨੀਅਰ ਲੀਡਰ ਅਕਾਲੀ ਦਲ ਤੋਂ ਸਰਦਾਰ ਦਲਜੀਤ ਸਿੰਘ ਚੀਮਾ ਜੀ। ਬਹੁਤ ਬਹੁਤ ਸਵਾਗਤ ਚੀਮਾ ਸਾਹਿਬ। ਮਿਹਰਬਾਨੀ ਜੀ, ਬਹੁਤ ਧੰਨਵਾਦ ਤੁਹਾਡਾ ਗੁਰਪ੍ਰੀਤ ਜੀ। ਚੀਮਾ ਸਾਹਿਬ, ਪਹਿਲਾਂ ਤਾਂ ਇਹ ਦੱਸੋ ਕਿ ਵੀ ਇਹ ਆਪਣੇ ਕੋਲ ਇੰਨੇ ਕਾਗਜ਼ ਪਏ ਨੇ ਜਿਹਦੇ ਵਿੱਚ ਤੁਸੀਂ ਮੈਨੂੰ ਜਿੱਦਾਂ ਪ੍ਰੋਗਰਾਮ ਤੋਂ ਪਹਿਲਾਂ ਵੀ ਦੱਸਿਆ ਕਿ ਕਈਆਂ ਦੇ ਸਾਈਨ ਦਸਤਖਤ ਨੇ, ਆਪਾਂ ਹੌਲੀ ਹੌਲੀ ਉਹ ਪਾਸ ਖੋਲਾਂਗੇ। ਪਰ ਲੋਕ ਇਹ ਕਹਿੰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਸਾਡੀ ਪਾਰਟੀ ਸੀ, ਪੰਜਾਬੀਆਂ ਦੀ, ਕਿਸਾਨਾਂ ਦੀ ਪਾਰਟੀ ਸੀ ਤੇ ਧਰੋਹ ਘੁਮਾ ਗਏ ਸਾਡੇ ਨਾਲ। ਤੁਹਾਡਾ ਕੀ ਜਵਾਬ ਹੈ? ਇਹ ਦੇਖੋ, ਗੱਲ ਇਹ ਹੈ ਕਿ ਕਿਉਂਕਿ ਕਿਸਾਨੀ ਦਾ ਗੁੱਸਾ ਇਸ ਵੇਲੇ NDA ਸਰਕਾਰ ਤੇ ਹੈ ਜੀ। ਅਸੀਂ ਲੰਬੇ ਸਮੇਂ ਤੋਂ ਇਸੇ ਸਰਕਾਰ ਦਾ ਹਿੱਸਾ ਹਾਂ ਜੀ। ਫਿਰ ਲੋਕਾਂ ਨੂੰ ਇਹ ਗੱਲ ਕਹਿਣ ਦਾ ਹੱਕ ਤਾਂ ਹੈ ਹੀ ਹੈ, ਹੂੰ। ਕਿਉਂਕਿ ਜਦੋਂ ਅਸੀਂ ਸਰਕਾਰ ਦੇ ਵਿੱਚ ਹਾਂ ਜੀ ਜੀ ਜੀ। ਔਰ ਲੰਬੇ ਸਮੇਂ ਤੋਂ ਵਿੱਚ ਹਾਂ, ਔਰ ਸਰਕਾਰ ਦੇ ਅੰਦਰ ਵਰਕਿੰਗ ਕਿੱਦਾਂ ਚੱਲਦੀ ਹੈ ਇਹ ਤਾਂ ਹੁਣ ਹਰ ਬੰਦੇ ਨੂੰ ਤਾਂ ਨਹੀਂ ਪਤਾ ਹੁੰਦਾ। ਬਿਲਕੁਲ ਸਹੀ। ਬੀਬਾ ਹਰਸਿਮਰਤ ਕੌਰ ਬਾਦਲ ਕੋਲੇ ਛੋਟਾ ਜਿਹਾ ਡਿਪਾਰਟਮੈਂਟ ਹੈ ਫੂਡ ਪ੍ਰੋਸੈਸਿੰਗ ਦਾ। ਜੀ। ਇੱਕ ਛੋਟੇ ਅਲੱਗ ਦਾ ਜਿਹੜੇ ਬਿੱਲ ਲਿਆਂਦੇ ਆ ਜਾਂ ਜਿਹੜੀਆਂ ਰਿਫਾਰਮ ਹੈ ਸਾਰੀਆਂ ਉਹ ਹੈਗੀਆਂ ਐਗਰੀਕਲਚਰ ਡਿਪਾਰਟਮੈਂਟ ਦੀਆਂ ਜੀ ਜਾਂ ਫੂਡ ਮਿਨਿਸਟਰੀ ਦੀਆਂ। ਜੀ। ਇਸ ਕਰਕੇ ਹਰ ਮਿਨਿਸਟਰੀ ਖਾਸ ਤੌਰ 'ਤੇ ਯੂਨੀਅਨ ਲੈਵਲ ਦੇ ਉੱਤੇ ਬੜੀ ਇੰਡੀਪੈਂਡੈਂਟਲੀ ਕੰਮ ਕਰਦੀ ਹੈ। ਜੀ। ਵੱਡੇ ਡਿਪਾਰਟਮੈਂਟ ਹੁੰਦੇ ਆ, ਕਿਹੜਾ ਡਿਪਾਰਟਮੈਂਟ ਕੀ ਲੈ ਕੇ ਆ ਰਿਹਾ। ਐਜ਼ ਕੈਬਨਿਟ ਮਿਨਿਸਟਰ ਤੁਹਾਨੂੰ ਇਸ ਗੱਲ ਦਾ ਐਡਵਾਂਟੇਜ ਜ਼ਰੂਰ ਹੁੰਦਾ ਹੈ ਕਿ ਜਦੋਂ ਕੈਬਨਿਟ ਦੀ ਮੀਟਿੰਗ ਹੋਣੀ ਹੈ ਤੇ ਇੱਕ ਸ਼ਡਿਊਲਡ ਆਈਟਮ ਦਾ ਏਜੰਡਾ ਤੁਹਾਡੇ ਕੋਲ ਆ ਜਾਂਦਾ। ਜੀ। ਉਹ ਸਾਰੇ ਮਿਨਿਸਟਰਾਂ ਦੀ ਜਿਹੜੀ ਹੈ ਉਹ ਰਾਈਟ ਹੈ, ਉਹ ਇਹਨਾਂ ਕੋਲ ਵੀ ਹੁੰਦਾ ਹੀ ਸੀਗਾ। ਜੀ। ਪਰ ਕੁਦਰਤੀ ਗੱਲ ਹੈ ਕਿ ਸਾਰੀਆਂ ਚੀਜ਼ਾਂ ਏਜੰਡੇ ਦੇ ਵਿੱਚ ਟਾਈਮ ਤੋਂ ਪਹਿਲਾਂ ਮਿਨਿਸਟਰ ਕੋਲ ਸਾਰਿਆਂ ਕੋਲ ਨਹੀਂ ਹੁੰਦੀਆਂ। ਕੁਝ ਚੀਜ਼ਾਂ ਟੇਬਲ ਆਈਟਮ ਦੇ ਤੌਰ ਦੇ ਉੱਤੇ ਮੌਕੇ 'ਤੇ ਵੀ ਰੱਖੀ ਜਾਂਦੀਆਂ। ਜੀ। ਇਹ ਸਾਡੀ ਕੈਬਨਿਟ 'ਚ ਵੀ ਹੁੰਦਾ ਸੀ, ਬਾਕੀ ਵੀ ਸਾਰੀਆਂ ਸਰਕਾਰਾਂ 'ਚ ਹੁੰਦਾ, ਹਰ ਅਦਾਰੇ ਦੇ ਵਿੱਚ ਹੁੰਦਾ। ਕਈ ਵਾਰੀ ਮੌਕੇ ਦੇ ਉੱਤੇ ਕੁਝ ਆਈਟਮਾਂ ਐਡ ਕਰਾ ਦਿੱਤੀਆਂ ਜਾਂਦੀਆਂ। ਬਿਲਕੁਲ ਸਹੀ। ਇਹ ਵੀ ਜਿਹੜੇ ਤਿੰਨੇ ਆਰਡੀਨੈਂਸ ਸੀਗੇ ਇਹ ਟੇਬਲ ਏਜੰਡਾ ਸੀਗਾ। ਅੱਛਾ ਜੀ। ਲੇਕਿਨ ਮੈਂ ਕਹਿ ਸਕਦਾ ਕਿ ਇਹ ਇੰਟੈਲੀਜੈਂਸ ਹੈ ਬੀਬਾ ਹਰਸਿਮਰਤ ਕੌਰ ਬਾਦਲ ਦੀ, ਔਰ ਖੇਤੀ ਨਾਲ ਜੁੜੇ ਹੋਣ ਕਰਕੇ, ਖੇਤੀ ਦੇ ਪਰਿਵਾਰ ਦੇ ਵਿੱਚੋਂ ਹੋਣ ਕਰਕੇ, ਸਾਰੀ ਸੂਝ-ਬੂਝ ਹੋਣ ਕਰਕੇ ਉਹਨਾਂ ਨੇ ਉਸੇ ਦਿਨ ਹੀ ਕੈਬਨਿਟ 'ਚ ਇਤਰਾਜ਼ ਕੀਤਾ ਕਿ ਤੁਸੀਂ ਇਹ ਬੜੇ ਵੱਡੀਆਂ ਚੇਂਜਸ ਜਿਹੜੀਆਂ ਇਹਨਾਂ ਆਰਡੀਨੈਂਸ ਦੇ ਨਾਲ ਲਿਆ ਰਹੇ ਹੋ, ਇਹਦੇ 'ਤੇ ਪੰਜਾਬ ਦੀ ਕਿਸਾਨੀ ਡੈਫੀਨੇਟਲੀ ਜਿਹੜੀ ਆ ਉਹ ਰੈਕਟ ਕਰੋਗੇ। ਬਿਲਕੁਲ ਸਹੀ। ਇਹ ਤੁਸੀਂ ਗੱਲ ਕਰ ਰਹੇ ਹੋ ਕਿ ਜਿਸ ਦਿਨ ਕੈਬਨਿਟ ਦੇ ਵਿੱਚ ਇੰਟਰੋਡਿਊਸ ਹੋਇਆ ਉੱਥੇ ਸ਼ੁਰੂ ਹੋਇਆ ਨਾ। ਜੀ ਜੀ। ਉਸ ਤੋਂ ਪਹਿਲਾਂ ਤਾਂ ਸਾਡੀ ਕਿਸੇ ਦੀ ਵੀ ਨੌਲੇਜ ਨਹੀਂ ਹੈ। ਜੀ ਜੀ ਜੀ। ਸਾਡੇ ਤਾਂ ਇੱਕ ਮਿਨਿਸਟਰ ਹੈ, ਉਹਦੇ ਕੋਲ ਵੀ ਮਹਿਕਮਾ ਅਲੱਗ ਹੈ। ਜੀ ਜੀ ਜੀ, ਮੈਂ ਸਮਝ। ਲੇਕਿਨ ਐਗਰੀਕਲਚਰ ਮਿਨਿਸਟਰ ਦੀ ਪ੍ਰਪੋਜ਼ਲ ਹੈ ਉੱਥੇ ਕਿ ਅਸੀਂ ਆਹ ਆਰਡੀਨੈਂਸ ਲਿਆਉਣਾ ਚਾਹੁੰਦੇ ਹਾਂ, ਇਹਦੇ ਨਾਲ ਅਸੀਂ ਆਹ ਤਬਦੀਲੀ ਜਿਹੜੀ ਹੈ ਮੰਡੀਕਰਨ ਸਿਸਟਮ ਦੇ ਵਿੱਚ ਕਰਨਾ ਚਾਹੁੰਦੇ ਹਾਂ। ਜੀ ਜੀ। ਪਰ ਚੰਗਾ ਹੋਇਆ ਕਿ ਸਾਡੀ ਮਿਨਿਸਟਰ ਇੰਨੀ ਜਾਗਰਤ ਸੀਗੀ ਕਿ ਉਹਨੂੰ ਪਤਾ ਕਿ ਜਿਸ ਸਟੇਟ ਨੂੰ ਮੈਂ ਰਿਪਰੈਜ਼ੈਂਟ ਕਰਦੀ ਹਾਂ ਉਹ ਸਾਰੀ ਖੇਤੀ ਦੇ ਉੱਤੇ ਆਧਾਰਿਤ ਹੈ। ਬਿਲਕੁਲ। ਉਹਨਾਂ ਨੇ ਅੰਦਰ ਰੌਲਾ ਪਾ ਲਿਆ ਉਸੇ ਕੈਬਨਿਟ ਦੇ ਵਿੱਚ ਕਿ ਇਹ ਪੰਜਾਬ ਦੇ ਨਾਲ ਪਹਿਲਾਂ ਡਿਸਕਸ ਹੋਣੀ ਚਾਹੀਦੀ ਹੈ, ਕਿਉਂਕਿ ਕਿਸਾਨੀ ਇਹਦੇ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਰੈਕਟ ਕਰੇਗੀ। ਕਿਉਂਕਿ ਸਾਡੇ ਪੰਜਾਬ ਦੇ ਵਿੱਚ ਸਾਡੇ ਕੋਲੇ ਭਾਵੇਂ ਕ੍ਰੈਡਿਟ ਉਹਦਾ ਸਾਨੂੰ ਜਾਂਦਾ, ਸਾਡੀਆਂ ਸਰਕਾਰਾਂ ਨੂੰ ਜਾਂਦਾ ਕਿ ਮੰਡੀਕਰਨ ਸਿਸਟਮ ਸਾਡਾ ਦੇਸ਼ 'ਚ ਸਭ ਤੋਂ ਬੈਸਟ ਹੈ। ਬਿਲਕੁਲ ਸਹੀ। ਇਸ ਕਰਕੇ ਜਦੋਂ ਉਹਨਾਂ ਨੇ ਆਬਜੈਕਸ਼ਨ ਰੇਜ਼ ਕੀਤਾ ਤਾਂ ਪ੍ਰਾਈਮ ਮਿਨਿਸਟਰ ਦੇ ਉਸੇ ਵੇਲੇ ਹੁਕਮ ਹੋਇਆ ਐਗਰੀਕਲਚਰ ਮਿਨਿਸਟਰ ਨੂੰ
ਕਿ ਅੱਜ ਜਦੋਂ ਕੈਬਨਿਟ ਦੀ ਬਰੀਫਿੰਗ ਹੁੰਦੀ ਹੈ ਤਾਂ ਉਹਦੇ 'ਚ ਤੁਸੀਂ ਨਾਲ ਦੀ ਨਾਲ ਕਲੀਅਰ ਕਰੋ। ਔਰ ਤੁਹਾਡੇ ਸਾਹਮਣੇ ਆ ਕਿ ਕਦੀ ਹੁੰਦਾ ਨਹੀਂ ਕਿ ਬਰੀਫਿੰਗ ਤੋਂ ਬਾਅਦ ਸਪੈਸ਼ਲ ਕੋਈ ਮਿਨਿਸਟਰ ਆ ਕੇ ਤੇ ਜਿਹੜੀ ਗੱਲ ਨੂੰ ਕਲੀਅਰ ਕਰੇ। ਉਸ ਦਿਨ ਨਰਿੰਦਰ ਤੋਮਰ ਜੀ ਖੇਤੀਬਾੜੀ ਮੰਤਰੀ ਨੇ ਆ ਕੇ ਕਲੀਅਰ ਕੀਤਾ ਸੀ ਕਿ ਜਿਹੜਾ ਅਸੀਂ ਆਰਡੀਨੈਂਸ ਲਿਆ ਰਹੇ ਹਾਂ ਇਹਦਾ MSP ਦੇ ਨਾਲ ਕੋਈ ਸੰਬੰਧ ਨਹੀਂ। ਅੱਛਾ ਜੀ। ਇਹ ਆਬਜੈਕਸ਼ਨ ਅੰਦਰ ਹੋਰ ਕਰਨ ਵਾਲਾ ਤਾਂ ਕੋਈ ਹੈ ਹੀ ਨਹੀਂ ਸੀ। ਸਵਾਏ ਬੀਬਾ ਹਰਸਿਮਰਤ ਕੌਰ ਬਾਦਲ ਦੇ ਉਹ ਤਾਂ ਅੰਦਰ ਕਰਨ ਵਾਲੀ ਕੋਈ ਨਹੀਂ ਸੀ। ਕੋਈ ਰੀਜ਼ਨ ਵੀ ਨਹੀਂ ਸੀ ਕਿ ਸਪੈਸ਼ਲੀ ਆ ਕੇ ਪਹਿਲੇ ਦਿਨ ਹੀ ਇਹ ਕਲੈਰੀਫਿਕੇਸ਼ਨ ਦਿੱਤੀ ਜਾਂਦੀ ਕਿ MSP ਜਿਹੜੀ ਹੈਗੀ ਆ। ਫਿਰ ਜਦੋਂ ਉਸ ਤੋਂ ਬਾਅਦ ਰੌਲਾ ਪਿਆ ਅਸੀਂ ਫਿਰ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਪੰਜਾਬ ਦੇ ਵਿੱਚ ਲੋਕੀ ਸੈਟੀਸਫਾਈਡ ਨਹੀਂ ਹੈ ਤੁਹਾਡੀ ਇਸ ਗੱਲ ਤੋਂ। ਜੀ। ਫਿਰ ਉਹਨਾਂ ਨੇ ਦੁਬਾਰਾ ਚੰਡੀਗੜ੍ਹ ਦਾ ਜਿਹੜਾ ਮੀਡੀਆ ਉਹਨੂੰ ਵਰਚੁਅਲ ਪ੍ਰੈਸ ਕਾਨਫਰੰਸ ਕਰਕੇ ਫਿਰ ਦੁਬਾਰਾ ਕੀਤੀ। ਉਸ ਤੋਂ ਬਾਅਦ ਫਿਰ ਵੀ ਜਿਹੜੀ ਹੈ ਇਹਦੇ 'ਤੇ ਜਦੋਂ ਡਿਬੇਟ ਸ਼ੁਰੂ ਹੋਈ ਚੈਨਲਾਂ 'ਤੇ ਦੂਜਿਆਂ 'ਤੇ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਰਿਜ਼ੈਂਟਮੈਂਟ ਸ਼ੋ ਕੀਤੀ ਕਿ ਸਾਨੂੰ ਇਹ ਕਿਸੇ ਵੀ ਤਰੀਕੇ ਪਰਵਾਹ ਨਹੀਂ ਹੈ। ਅਸੀਂ ਫਿਰ ਰਿਟਨ ਇੱਕ ਲੈਟਰ ਸਰਦਾਰ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਮੰਤਰੀ ਨੂੰ ਫਿਰ ਲਿਖੀ ਜੀ ਕਿ ਕਿਸਾਨ ਜਥੇਬੰਦੀਆਂ ਦਾ ਪੱਖ ਹੈ, ਉਹਨਾਂ ਦੀ ਗੱਲ ਪਹਿਲਾਂ ਤੁਹਾਨੂੰ ਸੁਣਨੀ ਚਾਹੀਦੀ ਹੈ। ਉਹਦਾ ਰਿਟਨ ਜਵਾਬ ਸਾਡੇ ਕੋਲ ਹੈ ਜੀ। ਉਹ ਲੈਟਰ ਵੀ ਅਸੀਂ ਮੀਡੀਆ ਨੂੰ ਵੀ ਦਿੱਤੀ। ਸਾਰੀਆਂ ਜਿੰਨੀਆਂ ਕਿਸਾਨ ਯੂਨੀਅਨ ਸੀਗੀਆਂ ਅਸੀਂ ਆਪਣੇ ਦਫ਼ਤਰ ਬਿਠਾ ਕੇ 2-3 ਦਿਨ ਸਾਰਿਆਂ ਨਾਲ ਡਿਸਕਸ਼ਨ ਕੀਤੀ ਬਕਾਇਦਾ ਤੌਰ 'ਤੇ। ਜੀ ਜਿਹੜੀ ਹੈਗੀ ਆ ਬਿੱਲ ਹੈਗੇ ਆ ਉਹਨਾਂ ਦੀ ਲੈਟਰ ਹੈਗੀ ਆ। ਖੇਤੀਬਾੜੀ ਮੰਤਰੀ ਨੇ ਅਸ਼ੋਰੈਂਸ ਦਿੱਤੀ ਹੈ ਜੇ ਤੁਸੀਂ ਸਾਡੇ ਨਾਲ ਚੱਲਣਾ ਤਾਂ ਨਾਲ ਚੱਲੋ। ਪਰ ਉਹਨਾਂ ਸਾਰਿਆਂ ਦਾ ਜੋ ਵਿਊ ਸੀ, ਜੋ ਅਸੀਂ ਫੀਲਿੰਗ ਉਹਨਾਂ ਦੀ ਲਈ, ਉਹਨਾਂ ਵਿੱਚੋਂ ਕੋਈ ਵੀ ਸਹਿਮਤ ਨਹੀਂ ਸੀ ਕਿ ਇਹ ਤਬਦੀਲੀਆਂ ਜਿਹੜੀਆਂ ਕੀਤੀਆਂ ਜਾਣ। ਉਹਨਾਂ ਦੇ ਮਨ ਦੇ ਵਿੱਚ ਇਹੀ ਸੀ ਕਿ ਇਹਦੇ ਨਾਲ ਜਿਹੜੀ ਹੈਗੀ ਆ MSP ਦਾ ਸਿਸਟਮ ਸੋਨਰ ਔਰ ਲੇਟਰ ਅਫੈਕਟ ਹੋਏਗਾ। ਬਿਲਕੁਲ ਸਹੀ। ਔਰ ਇਹ ਗੱਲ ਅਸੀਂ ਵਾਪਸ ਕੇਂਦਰ ਸਰਕਾਰ ਨੂੰ ਕਨਵੇ ਕੀਤੀ। ਪੰਜਾਬੀ ਦੀ ਕਹਾਵਤ ਹੈ ਨਾ ਕਿ ਤੁਸੀਂ ਕਹਿ ਰਹੇ ਹੋ ਕਿ ਇਹ ਕਿਸਾਨ ਦੇ ਭਲੇ ਵਾਸਤੇ, ਜਿਹਦੇ ਵਾਸਤੇ ਤੁਸੀਂ ਕਹਿੰਦੇ ਹੋ ਉਹ ਸੜਕਾਂ ਤੇ ਹੈ ਵੀ ਉਹਨੂੰ ਕਨਵਿੰਸ ਕਰੋ। ਤੇ ਕਹਾਵਤ ਹੈ ਕਿ ਭੱਟ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ। ਵੀ ਤੁਸੀਂ ਜ਼ਰੂਰੀ ਬਣਾਉਣਾ ਇਹਨੂੰ। ਇਹ ਗੱਲ ਅਸੀਂ ਉਹਨਾਂ ਨੂੰ ਕਹੀ ਸਪੈਸ਼ਲੀ। ਫਿਰ ਅਖੀਰਲੇ ਦਿਨ ਤੱਕ ਜਦੋਂ ਲਿਸਟ ਹੋ ਗਿਆ ਪਾਰਲੀਮੈਂਟ ਦੇ ਵਿੱਚ, ਸਵੇਰੇ ਜਾ ਕੇ ਫਿਰ ਜਿਹੜੇ ਨੱਡਾ ਸਾਹਿਬ ਉਹਨਾਂ ਦੇ ਪ੍ਰਧਾਨ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਵੇਰੇ ਫਿਰ ਜਾ ਕੇ ਉਹਨਾਂ ਨੂੰ ਕਿਹਾ ਕਿ ਇਹਨੂੰ ਤੁਸੀਂ ਪੋਸਟਪੋਨ ਕਰੋ ਜਾਂ ਇਹਨੂੰ ਸਿਲੈਕਟ ਕਮੇਟੀ ਨੂੰ ਭੇਜ ਦਿਓ, ਇਹਦਾ ਰੌਲਾ ਪਏਗਾ। ਸਾਡੀ ਸਟੇਟ ਦੇ ਵਿੱਚ ਲੋਕੀ ਇਹਦੇ ਨਾਲ ਸਹਿਮਤ ਨਹੀਂ ਹੈ ਜੀ। ਇਸ ਕਰਕੇ ਕਹਿਣਾ ਲੋਕਾਂ ਦਾ ਜਿਹੜੀ ਕਹਿਣ ਨੂੰ ਕੋਈ ਕੁਛ ਵੀ ਕਹੀ ਜਾਵੇ, ਲੇਕਿਨ ਜੋ ਸਾਡੀ ਡਿਊਟੀ ਬਣਦੀ ਸੀ, ਕਿਉਂਕਿ ਇਹ ਅੰਡਰਸਟੈਂਡ ਕਰਨਾ ਚਾਹੀਦਾ ਕਿ ਅਸੀਂ ਪਾਰਟ ਆਫ ਦੀ ਗਵਰਨਮੈਂਟ ਆ। ਔਰ ਜੋ ਸਾਡੀ ਡਿਊਟੀ ਬਣਦੀ ਹੈ ਕਿ ਜਿਹੜਾ ਗੈਪ ਪੈ ਰਿਹਾ ਹੈ ਕਿਸਾਨ ਜਥੇਬੰਦੀਆਂ ਦੇ ਵਿੱਚ, ਕਿਸਾਨਾਂ ਦੇ ਵਿੱਚ, ਗਵਰਨਮੈਂਟ ਦੇ ਵਿੱਚ, ਉਹਨੂੰ ਬ੍ਰਿਜ ਕਰੀਏ। ਬਿਲਕੁਲ ਇਹਦਾ ਸਮਝੌਤੇ ਦੇ ਰਾਹੀਂ ਇਹਦਾ ਕੋਈ ਹੱਲ ਨਿਕਲ ਆਵੇ। ਔਰ ਜੇ ਮੈਂ ਸਮਝਦਾ ਗਵਰਨਮੈਂਟ ਆਫ ਇੰਡੀਆ ਇੰਨੀ ਐਡਮਿਟ ਨਾ ਹੁੰਦੀ, ਜਿਸ ਤਰੀਕੇ ਉਹਨਾਂ ਨੇ ਕਾਹਲੀ ਕੀਤੀ ਕਿ ਬਿੱਲ ਲਿਆਂਦਾ, ਧੱਕੇ ਨਾਲ ਵੋਟਿੰਗ ਕਰਾਈ ਰਾਜ ਸਭਾ ਦੇ ਵਿੱਚ, ਤੁਹਾਡੇ ਸਾਹਮਣੇ ਕਿਸ ਤਰ੍ਹਾਂ ਡੈਮੋਕ੍ਰੇਟਿਕ ਤਰੀਕੇ ਨਾਲ ਪਾਸ ਕੀਤਾ ਗਿਆ। ਇਹ ਸਾਰਾ ਕੁਝ ਨਾ ਵਾਪਰਦਾ ਜੇ ਸਾਡੀ ਗੱਲ ਸੁਣ ਕੇ ਤੇ ਪਹਿਲਾਂ ਹੀ ਥੋੜ੍ਹਾ ਜਿਹਾ ਟਾਈਮ ਦੇ ਦਿੰਦੇ, ਇਹਨੂੰ ਹਾਲੇ ਅੱਗੇ ਪਾ ਲੈਂਦੇ, ਤੇ ਇਹ ਸਥਿਤੀ ਜਿਹੜੀ ਹੈ ਇਹ ਨਹੀਂ ਹੋਣੀ ਸੀ। ਅੱਛਾ ਚੀਮਾ ਸਾਹਿਬ, ਇੱਥੇ ਇੱਕ ਮੇਰਾ ਸਵਾਲ ਸੀ। ਇੱਥੇ ਬਲਬੀਰ ਸਿੰਘ ਰਾਜੇਵਾਲ ਸਾਹਿਬ ਆਏ ਸੀ, ਉਹ ਕੋਈ ਜ਼ਿਕਰ ਕਰਦੇ ਸੀ ਜੁਲਾਈ 9 ਤਰੀਕ ਦਾ ਆਸ-ਪਾਸ ਦਾ, ਕਿ ਉਦੋਂ ਸ਼ਾਇਦ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ, ਹੋਰ ਸੀਨੀਅਰ ਲੀਡਰਸ਼ਿਪ, ਸ਼ਾਇਦ ਤੁਹਾਡਾ ਨਾਮ ਵੀ ਉੱਥੇ ਸੀਗਾ, ਉਹ ਕਹਿੰਦੇ ਵੀ ਸਾਨੂੰ ਬੁਲਾ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਪੂਰੀ ਗੱਲ ਸੁਣੀ, ਡਿਟੇਲ 'ਚ ਸਮਝੀ, ਜਿੱਦਾਂ ਤੁਸੀਂ ਕਹਿ ਰਹੇ ਹੋ ਬਿਲਕੁਲ ਇੱਦਾਂ ਹੀ ਸੀ। ਪਰ ਉੱਥੇ ਇੱਕ ਇਹ ਸੀ ਕਿ ਵੀ ਉਹਨਾਂ ਨੇ ਜਦੋਂ ਕਹਿ ਦਿੱਤਾ ਵੀ ਜਾਂ ਤਾਂ ਤੁਸੀਂ ਕਿਸਾਨਾਂ ਨਾਲ ਖੜ੍ਹ ਜਾਓ, ਇਹ ਉਹਨਾਂ ਦੀ ਵਰਡਿੰਗ ਦੱਸ ਰਿਹਾ, ਤੇ ਜਾਂ ਤੁਸੀਂ ਜਿਹੜੀ ਤੁਹਾਡੀ ਉਹ ਪਾਰਟੀ ਹੈ ਜਾਂ ਭਾਈਵਾਲ ਹੈ ਉਹਨਾਂ ਨਾਲ ਖੜ੍ਹ ਜਾਓ, ਇੱਕ ਪਾਸਾ ਕਰਨਾ ਪੈਣਾ। ਫਿਰ ਜੇ ਜੁਲਾਈ 'ਚ ਆਪਾਂ ਨੂੰ ਪਤਾ ਲੱਗ ਗਿਆ ਸੀ ਇਸ ਚੀਜ਼ ਦਾ ਕਿ ਵੀ ਇਹ ਦੋਨਾਂ 'ਚੋਂ ਇੱਕ ਪਾਸਾ ਕਰਨਾ ਪੈਣਾ, ਤੇ ਫਿਰ ਜਿਹੜੀ ਇੰਨੀ ਲੰਮੀ ਕੋਸ਼ਿਸ਼ ਚੱਲੀ ਸਤੰਬਰ ਪਾਰਲੀਮੈਂਟ ਸਪੀਚ ਤੱਕ ਜਾਂ ਅਸਤੀਫੇ ਤੱਕ ਦੀ, ਉਹਦੇ ਵਿੱਚ ਫਿਰ ਕੀ ਕਸ਼ਮਕਸ਼ ਕਰਦਾ ਰਿਹਾ ਅਕਾਲੀ ਦਲ? ਕਿਉਂਕਿ ਇਸ ਵਕਤ ਜੇ ਇਤਰਾਜ਼ ਹੈ, ਭਾਵੇਂ ਅਕਾਲੀ ਦਲ ਦਾ ਆਪਣਾ ਕੋਈ ਵੋਟਰ ਹੀ ਕਿਉਂ ਨਹੀਂ ਹੈਗਾ, ਉਹਨੂੰ ਇਹੀ ਇਤਰਾਜ਼ ਹੈ ਕਿ ਵੀ ਯਾਰ ਦੇਰੀ ਕਿਉਂ ਕੀਤੀ, ਪਹਿਲਾਂ ਕਿਉਂ ਤੁਸੀਂ ਹਾਮੀ ਭਰਦੇ ਰਹੇ? ਇਹਦਾ ਕੀ ਜਵਾਬ? ਮੈਂ ਕਿਹਾ ਰਾਜੇਵਾਲ ਸਾਹਿਬ ਸਾਡੇ ਬੜੇ ਪੁਰਾਣੇ ਮਿੱਤਰ ਆ, ਅਸੀਂ ਖੇਤੀ ਮਸਲਿਆਂ ਦੇ ਉੱਤੇ ਕਿਉਂਕਿ ਚੰਗੇ ਖੇਤੀ ਦੇ ਐਕਸਪਰਟ ਆ ਜੀ, ਉਹਨਾਂ ਦੇ ਕੋਲ ਮੈਂ ਵੀ ਘਰ ਜਾ ਕੇ ਵੀ ਬੜੀ ਵਾਰੀ ਡਿਸਕਸ਼ਨਸ ਕੀਤੀਆਂ। ਇਸ ਇਸ਼ੂ ਤਾਂ ਨਹੀਂ, ਵੈਸੇ ਵੀ ਜਨਰਲ ਖੇਤੀ ਉਹ ਸੈਮੀਨਾਰ ਕਰਦੇ ਹੁੰਦੇ ਆ, ਹਮੇਸ਼ਾ ਮੈਨੂੰ ਯਾਦ ਕਰਦੇ ਆ। ਬਿਲਕੁਲ ਮੈਂ ਉੱਥੇ ਜਾਂਦਾ ਕਿਉਂਕਿ ਬੜਾ ਕੁਝ ਸਿੱਖਣ ਨੂੰ ਉੱਥੇ ਮਿਲਦਾ ਜੀ। ਪ੍ਰਧਾਨ ਸਾਹਿਬ ਨੇ ਵੀ ਉਹਨਾਂ ਨਾਲ ਬੁਲਾ ਕੇ ਡਿਸਕਸ਼ਨ ਕੀਤੀ ਸੀ। ਅਸੀਂ ਤੇ ਇਹਨਾਂ ਸਾਰੇ ਜਿਹੜੇ ਹੈਗੇ ਆ ਖੇਤੀ ਯੂਨੀਅਨਾਂ ਨਾਲ ਜੁੜੇ ਜਾਂ ਅਗਾਂਹ ਵਧੂ ਕਿਸਾਨ ਹੈ ਜਾਂ ਵਿਦਵਾਨ ਹੈ ਜਿਹੜੇ ਖੇਤੀ ਦੇ ਬਾਰੇ 'ਚ ਲਿਖਦੇ ਆ, ਇਹਨਾਂ ਤੋਂ ਇਹੀ ਫੀਡਬੈਕ ਚਾਹੁੰਦੇ ਸੀ ਕਿ ਤੁਸੀਂ ਸਹੀ ਮਾਇਨੇ ਦੇ ਵਿੱਚ ਸਾਨੂੰ ਐਕਟ ਪੜ੍ਹ ਕੇ ਦੱਸੋ ਕਿ ਕਿਹੜੀ ਕਿਹੜੀ ਕਲਾਸ ਦੇ ਉੱਤੇ ਤੁਹਾਨੂੰ ਇਤਰਾਜ਼ ਹੈ, ਤਾਂ ਜੋ ਅਸੀਂ ਟੇਕਅਪ ਕਰੀਏ। ਜੀ ਜੀ ਜੀ, ਇਹ ਗੱਲ ਅਸੀਂ ਸਪਸ਼ਟ ਸਾਰਿਆਂ ਨਾਲ ਹੀ ਕੀਤੀ, ਕਿਉਂਕਿ ਅਸੀਂ ਕਿਹਾ ਵੀ ਅਸੀਂ ਜਾਵਾਂਗੇ ਤੇ ਉਹਨਾਂ ਨੇ ਵੀ ਆਪਣੇ ਸੈਕਟਰੀ ਸੁਕਟੀ ਸਾਰੇ ਬਿਠਾ ਕੇ ਰੱਖੇ ਹੁੰਦੇ ਆ। ਬਿਲਕੁਲ ਸਹੀ। ਤੇ ਤੁਸੀਂ ਸਾਨੂੰ ਸਹੀ ਜਿਹੜੀ ਹੈ ਇਹਦਾ ਨਿਚੋੜ ਕੱਢ ਕੇ ਦਿਓਗੇ ਤਾਂ ਅਸੀਂ ਉਹਨੂੰ ਲੌਜੀਕਲੀ ਕਹਾਂਗੇ ਤੇ ਉਹ ਗੱਲ ਸੁਣੀ ਜਾਂਦੀ ਹੈ। ਨਹੀਂ ਤਾਂ ਅਸੀਂ ਜੇ ਆ ਕੇ ਦੇਸੀ ਝਟਕੇ ਤਰੀਕੇ ਨਾਲ ਜਾ ਕੇ ਕਿਹਾ ਤਾਂ ਸਾਰੇ ਅਫਸਰ ਉੱਥੇ ਬੈਠੇ ਆ ਜਿਨ੍ਹਾਂ ਨੇ ਡਰਾਫਟ ਕੀਤੇ ਆ, ਉਹਨਾਂ ਦੇ ਵੀ ਇੱਕ ਇੱਕ ਚੀਜ਼ ਹੱਥਾਂ ਚੋਂ ਨਿਕਲੀ ਹੁੰਦੀ ਆ, ਉਹ ਤੁਹਾਨੂੰ ਝੱਟ ਝੂਠਿਆ ਕਰ ਦੇਣਗੇ ਵੀ ਇਹ ਤਾਂ ਹੈ ਹੀ ਨਹੀਂ ਜੀ, ਆ ਲਓ ਜੀ ਇੱਥੇ ਆ ਲਿਖਿਆ।
ਤੁਸੀਂ ਆ ਨਹੀਂ ਪੜ੍ਹਿਆ ਜੀ। ਜੀ ਜੀ ਇਸ ਕਰਕੇ ਅਸੀਂ ਤੇ ਇਹਨਾਂ ਦੀ ਕਦੀ ਵੀ ਅਸੀਂ ਸਾਡੀ ਇਹ ਮਨਸ਼ਾ ਨਹੀਂ ਸੀ ਵੀ ਤੁਸੀਂ ਇੱਧਰ ਖੜ ਜਾਓ ਜਾਂ ਉੱਧਰ ਖੜ ਜਾਓ। ਸਾਡਾ ਇੱਕ ਆਨੈਸਟ ਫੀਡਬੈਕ ਅਸੀਂ ਚਾਹੁੰਦੇ ਸੀ ਸਾਰਿਆਂ ਤੋਂ ਕਿ ਤੁਸੀਂ ਰਲ ਕੇ ਦਿਓ। ਅਸੀਂ ਤਾਂ ਇਹ ਚਾਹੁੰਦੇ ਸੀ ਕਿ ਤੁਸੀਂ ਨਾਲ ਹੀ ਚੱਲੋ, ਉੱਥੇ ਕਿਉਂਕਿ ਉਹ ਉਹਨਾਂ ਦਾ ਆਪਣਾ ਮਸਲਾ ਕਿ ਕਿਉਂ ਨਹੀਂ ਗਏ ਜਾਂ ਉਹਨਾਂ ਦਾ ਰਾਈਟ ਹੈ ਉਹ ਫੈਸਲਾ ਉਹਨਾਂ ਨੇ ਲੈਣਾ ਸੀ ਕਿ ਜਾਣਾ ਨਾਲ ਪੋਲੀਟੀਕਲ ਪਾਰਟੀ ਦੇ ਕਿ ਨਹੀਂ ਜਾਣਾ। ਲੇਕਿਨ ਅਸੀਂ ਤਾਂ ਚਾਹੁੰਦੇ ਸੀ ਕਿ ਤੁਸੀਂ ਚੱਲੋ। ਜੇ ਤੋਮਰ ਸਾਹਿਬ ਨੇ ਮੀਟਿੰਗ ਫਿਕਸ ਕਰਨੀ ਤਾਂ ਉੱਥੇ ਕਰ ਲੈਣਾ, ਜੇ ਪ੍ਰਾਈਮ ਮਿਨਿਸਟਰ ਤੱਕ ਲੋੜ ਹੈ ਤਾਂ ਪ੍ਰਾਈਮ ਮਿਨਿਸਟਰ ਨਾਲ ਕਰ ਲੈਣਾ। ਤੁਸੀਂ ਆਪਣੇ ਖਦਸ਼ੇ ਜਿਹੜੇ ਹੈਗੇ ਆ ਉਹਨਾਂ ਦੇ ਸਾਹਮਣੇ ਰੱਖ ਸਕਦੇ ਹੋ, ਤੁਹਾਡਾ ਰਾਈਟ ਹੈ। ਪਰ ਚਲੋ ਉਹ ਗੱਲ ਨਹੀਂ ਹੋ ਸਕੀ ਤੇ ਜਿਸ ਦਿਨ ਇਹ ਪਾਰਲੀਮੈਂਟ ਦੇ ਪੇਸ਼ ਹੋਇਆ ਫੈਸਲਾ ਕੌਣ ਘੜੀ ਤਾਂ ਹੋਈ ਹੈ। ਬਿਲਕੁਲ ਸਹੀ। ਹੁਣ ਦੱਸੋ ਜਿੰਨੀ ਦੇਰ ਤੱਕ ਬਿੱਲ ਪੇਸ਼ ਹੀ ਨਹੀਂ ਹੁੰਦਾ ਸਾਡੀ ਤਾਂ ਕੋਸ਼ਿਸ਼ ਚੱਲ ਰਹੀ ਵੀ ਨਾ ਹੋਵੇ। ਅੱਗੇ ਵੀ ਗਏ ਸੀਗੇ, ਅੱਗੇ ਜਿਹੜਾ ਪਾਣੀਆਂ ਦਾ ਬਿੱਲ ਸੀਗਾ ਲੋਕ ਸਭਾ 'ਚ ਪਾਸ ਹੋ ਗਿਆ ਸੀ, ਰਾਜ ਸਭਾ ਅਸੀਂ ਜਾ ਕੇ ਰੋਕਿਆ ਜੀ। ਅਸੀਂ 5-6 ਬੰਦਿਆਂ ਦਾ ਡੈਲੀਗੇਸ਼ਨ ਗਿਆ। ਪਹਿਲਾਂ ਅਸੀਂ ਜਿਹੜਾ ਉੱਥੇ ਪਾਣੀ ਦਾ ਮੰਤਰੀ ਹੈ, ਜਲ ਸ਼ਕਤੀ ਮੰਤਰੀ, ਉਹਨੂੰ ਮਿਲੇ, ਫਿਰ ਅਸੀਂ ਅਮਿਤ ਸ਼ਾਹ ਜੀ ਨੂੰ ਮਿਲੇ ਔਰ ਉਦੋਂ ਵੀ ਲਿਸਟਡ ਸੀਗਾ ਕਿ ਰਾਜ ਸਭਾ ਦੇ ਵਿੱਚ ਪਾਸ ਹੋਣਾ ਜੀ। ਉਹ ਸਾਡੇ ਪੰਜਾਬ ਦੇ ਹਿੱਤਾਂ ਦੇ ਟੋਟਲੀ ਅਗੇਂਸਟ ਸੀਗਾ। ਅਸੀਂ ਰੌਲਾ ਪਾ ਕੇ ਜਾ ਕੇ ਰੋਕਿਆ ਤੇ ਹੁਣ ਵੀ ਸਾਨੂੰ ਤਾਂ ਲੱਗਦਾ ਸੀ ਕਿ ਭਾਈਵਾਲ ਇੰਨੀ ਕੁ ਤਾਂ ਸੁਣਨਗੇ ਵੀ ਅਖੀਰ ਦੇ ਉੱਤੇ ਜਦੋਂ ਅਸੀਂ ਇੰਨਾ ਸੀਰੀਅਸਲੀ ਕਹਿ ਰਹੇ ਹਾਂ ਥਾਂ ਥਾਂ ਤੇ ਕਿ ਇਹਦਾ ਰੌਲਾ ਪੈਣਾ, ਤੁਸੀਂ ਇਹਨੂੰ ਵਾਪਸ ਲਵੋ ਤੇ ਅਖੀਰ ਤੱਕ ਲੈਣਗੇ ਜੀ। ਲੇਕਿਨ ਸਾਡਾ ਅੰਦਰੋਂ ਮਨ ਕਲੀਅਰ ਸੀਗਾ ਵੀ ਜੇ ਇਸ ਫਾਰਮ ਦੇ ਵਿੱਚ ਇਹ ਲਿਆਂਦਾ ਗਿਆ ਤੇ ਸਾਨੂੰ ਫੈਸਲਾ ਲੈਣਾ ਪੈਣਾ। ਅੱਛਾ ਜੀ। ਪ੍ਰਧਾਨ ਜੀ ਨੇ ਆਪਣੀ ਕੋਰ ਕਮੇਟੀ ਨਾਲ ਸਾਰੀ ਗੱਲ ਪਹਿਲਾਂ ਕੀਤੀ ਹੋਈ ਹੈ 100% ਸਾਰੀਆਂ ਅਸੀਂ ਪੋਜ਼ਿਟਿਵ ਨੈਗੇਟਿਵ, ਕਿਉਂਕਿ ਵੱਡਾ ਫੈਸਲਾ ਸੀ। ਬਿਲਕੁਲ ਸੀ। ਤੁਸੀਂ 24 ਸਾਲ ਦੀ ਸਾਂਝ ਵੀ ਤੋੜਨੀ ਹੈ, ਸਰਕਾਰ ਤੋਂ ਵੀ ਬਾਹਰ ਆਉਣਾ, ਅਸਤੀਫਾ ਵੀ ਦੇਣਾ ਕੈਬਨਿਟ ਤੋਂ। ਤੇ ਇਹ ਨਹੀਂ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਉੱਥੇ ਇਕੱਲਿਆਂ ਨਹੀਂ ਜਾ ਕੇ ਕਰਨਾ ਸੀ, ਉਹਨਾਂ ਨੇ ਸਾਰੀ ਪਾਰਟੀ ਨੂੰ ਕਿਹਾ ਕਿ ਆਹ ਸਥਿਤੀ ਹੈ ਕਿ ਹੁਣ ਐਸੋਸੀਏਸ਼ਨਾਂ ਦਾ ਜਾਂ ਕਿਸਾਨਾਂ ਦਾ ਸਾਰਿਆਂ ਦਾ ਪੱਖ ਇਹ ਹੈ ਕਿ ਇਹ ਨਹੀਂ ਹੋਣਾ ਚਾਹੀਦਾ। ਆਪਾਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਲੱਗਦਾ ਨਹੀਂ ਕਿ ਇਹਨੂੰ ਕੋਈ ਫਲ ਪਵੇ ਜੋ ਉਹਨਾਂ ਦਾ ਐਟੀਟਿਊਡ ਤੋਂ ਉਹਨਾਂ ਨੂੰ ਲੱਗਿਆ ਕਿ ਜੇ ਨਹੀਂ ਹੋਇਆ ਤਾਂ ਫਿਰ ਸਾਨੂੰ ਦੱਸੋ ਫਾਈਨਲ ਕਿੱਥੋਂ ਤੱਕ ਜਾਣਾ। ਤਾਂ ਸਾਰਿਆਂ ਦਾ ਸਾਂਝਾ ਫੈਸਲਾ ਸੀ, ਪਰ ਅਲਟੀਮੇਟਲੀ ਅਸੀਂ ਕਿਸਾਨੀ ਨਾਲ ਖੜਾ। ਅੱਛਾ ਚੀਮਾ ਸਾਹਿਬ, ਇਹ ਵੀ ਚਲੋ ਇੱਕ ਇੰਟਰਸਟਿੰਗ ਗੱਲ ਤੁਹਾਡਾ ਪੱਖ ਅੱਜ ਸਾਹਮਣੇ ਆਇਆ ਵੀ ਪਹਿਲਾਂ ਆਪਾਂ ਪ੍ਰੀਪੇਅਰਡ ਸੀ ਵੀ ਚਲੋ ਜਿੰਨਾ ਚਿਰ ਬਚਦੀ ਹੈ ਕੁਰਸੀ ਬਚਾਉਂਦੇ ਆ ਜਾਂ ਭਾਈਵਾਲ ਮੰਨਦਾ ਮਨਾਉਂਦੇ ਆ। ਜੇ ਬਿਲਕੁਲ ਹੀ ਉਹ ਆਖਣਗੇ ਵੀ ਅਸੀਂ ਮੰਨਦੇ ਨਹੀਂ ਤੇ ਫਿਰ ਠੀਕ ਹੈ। ਥੋੜਾ ਜਿਹਾ ਫਰਕ ਹੈ, ਕੁਰਸੀ ਨਹੀਂ ਬਚਾਉਂਦੇ ਜੀ। ਇੱਕ 24 ਸਾਲ ਦਾ ਇੱਕ ਨਹੀਂ ਮੈਂ ਸਮਝ ਗਿਆ ਗੱਲ। ਚਲੋ ਆਪਾਂ ਇਦਾਂ ਕਰ ਲੈਂਦੇ ਵੀ ਮਤਲਬ ਵੀ ਗੱਠ ਜੋੜ ਤੋੜਨਾ ਨਹੀਂ ਸੀ ਚਾਹੁੰਦੇ ਆਪਾਂ। ਬਿਲਕੁਲ। ਅੱਛਾ ਹੁਣ ਇੱਕ ਚੀਜ਼ ਇੱਥੇ ਮੈਂ ਸਮਝਣੀ ਚਾਹੁੰਦਾ ਤੁਹਾਡੇ ਤੋਂ ਕਿ ਵੀ ਬੀਜੇਪੀ ਅਚਾਨਕ ਤੋਂ ਇੰਨੀ ਸਖਤ ਕਿਉਂ ਹੋ ਗਈ? ਇੰਨੇ ਚਿਰ ਦੀ ਜੇ ਸਾਂਝ ਹੈ, ਅੱਜ ਵੀ ਆਪਾਂ ਤਸਵੀਰਾਂ ਦੇਖਦੇ ਹਾਂ ਵੱਡੇ ਬਾਲ ਸਾਹਿਬ ਦੇ ਪੈਰੀਂ ਹੱਥ ਲਾਉਂਦੇ ਨੇ ਮੋਦੀ ਸਾਹਿਬ, ਤੇ ਫਿਰ ਅਚਾਨਕ ਤੋਂ ਇੰਨੀ ਸਖਤ ਕਿਉਂ ਹੋ ਗਈ ਬੀਜੇਪੀ? ਜਾਓ ਜੇ ਅਸੀਂ ਤਾਂ ਤੁਹਾਡੀ ਮੰਨਦੇ ਨਹੀਂ, ਇੱਦਾਂ ਕਿਉਂ? ਮੇਰੇ ਖਿਆਲ ਜਦੋਂ ਸ਼ਕਤੀ ਇੰਨੀ ਜ਼ਿਆਦਾ ਹੋ ਗਈ, ਸੀਟਾਂ 300 ਤੋਂ ਵੱਧ ਜਦੋਂ ਆ ਗਈਆਂ, ਕਈ ਵਾਰੀ ਆ ਜਾਂਦਾ ਗਰੂਰ ਇਸ ਗੱਲ ਦਾ, ਕੋਈ ਨਵੀਂ ਗੱਲ ਨਹੀਂ। ਬਹੁਤ ਵਾਰੀ ਜਿਹੜੀਆਂ ਬੜੀਆਂ ਪਾਰਟੀਆਂ, ਬੜੀਆਂ ਸਰਕਾਰਾਂ ਇਸ ਗਰੂਰ ਦੇ ਵਿੱਚ ਆ ਕੇ ਨੁਕਸਾਨ ਕਰਾ ਬੈਠਦੀਆਂ। ਕਾਂਗਰਸ ਨੇ ਵੀ ਬੜਾ ਵੱਡਾ ਕਰਾਇਆ ਪਿੱਛੇ, ਉਦੋਂ ਵੀ ਨਹੀਂ ਸੀ ਸੁਣਦੇ ਕਿਸੇ ਦੀ। ਫਿਰ ਬਾਅਦ 'ਚ ਜਾ ਕੇ ਹੁਣ ਇਸ ਸਟੇਜ ਦੇ ਉੱਤੇ ਆ ਗਈ ਕਿ ਆਪੋਜੀਸ਼ਨ 'ਚ ਵੀ ਨਹੀਂ ਪਹੁੰਚ ਸਕੇ। ਸਾਰੀਆਂ ਪਾਰਟੀਆਂ ਨੂੰ ਸਫਰ ਕਰਨਾ ਪਿਆ ਬਹੁਤ ਵਾਰੀ, ਤਾਂ ਕੋਈ ਨਵੀਂ ਗੱਲ ਨਹੀਂ ਹੈ। ਇਸ ਕਰਕੇ ਹੁਣ ਵੀ ਸ਼ਕਤੀ ਇੰਨੀ ਵੱਡੀ ਆ, ਹੋ ਸਕਦਾ ਉਹਨੂੰ ਲੱਗਦਾ ਵੀ ਨਹੀਂ ਕਿਸੇ ਦੀ ਲੋੜ। ਅੱਛਾ ਕੱਲ੍ਹ ਇੱਥੇ ਸੁਭਾਸ਼ ਸ਼ਰਮਾ ਹੋਰੀ ਆਏ ਸੀ ਜਿਹੜੇ ਕਿ ਜਨਰਲ ਸਕੱਤਰ ਨੇ ਆਪਣੇ ਪੰਜਾਬ ਭਾਜਪਾ ਦੇ। ਉਹ ਕਹਿੰਦੇ ਵੀ ਸਾਡੇ ਜਿਹੜਾ ਸਾਡਾ ਜ਼ਮੀਨੀ ਲੈਵਲ ਦੇ ਉੱਪਰ ਵਰਕਰ ਹੈ ਭਾਜਪਾ ਦਾ, ਉਹ ਘੁਟਨ ਮਹਿਸੂਸ ਕਰਦਾ ਸੀ ਜਦੋਂ ਸਾਡੀ ਪੰਜਾਬ ਦੇ ਵਿੱਚ ਵੀ ਸਰਕਾਰ ਸੀ ਅਕਾਲੀ ਦਲ ਨਾਲ, ਕਿਉਂਕਿ ਜਿਹੜੀ ਅਕਾਲੀ ਲੀਡਰਸ਼ਿਪ ਸੀ ਉਹ ਸਾਨੂੰ ਇੱਦਾਂ ਟਰੀਟ ਕਰਦੀ ਸੀ ਵੀ ਯਾਰ ਤੁਹਾਡਾ ਕਿਹੜਾ ਕੋਈ ਮੁੱਲ ਹੈ। ਅਤੇ ਕਿਤੇ ਇੱਦਾਂ ਤਾਂ ਨਹੀਂ ਕਿ ਜਿਹੜੀ ਚੀਜ਼ ਉਹਨਾਂ ਨੇ ਪੰਜਾਬ ਦੇ ਵਿੱਚ ਮਹਿਸੂਸ ਕੀਤੀ ਆਪਣੇ ਲੀਡਰਾਂ ਨੂੰ ਦੱਸੀ ਹੋਊ, ਅਤੇ ਜਦੋਂ ਜਿੱਦਾਂ ਹੁਣ ਤੁਸੀਂ ਕਿਹਾ ਕਿ ਵੀ ਹੁਣ ਕੇਂਦਰ ਦੇ ਵਿੱਚ ਬੀਜੇਪੀ ਕੋਲ ਪੂਰੀ ਸੱਤਾ ਹੈ ਅਤੇ ਹੁਣ ਉਹ ਅਕਾਲੀਆਂ ਨਾਲ ਉੱਦਾਂ ਕਰਨ ਲੱਗ ਪਏ, ਇਹ ਇੱਦਾਂ ਮਹਿਸੂਸ ਕਰਦੇ ਹੋ ਕਿ ਇਹੋ ਜਿਹੀ ਕਿਤੇ ਗੱਲ ਹੋਈ ਹੋਊਗੀ? ਦੇਖੋ ਜਿਹੜੀ ਪੰਜਾਬ ਦੇ ਵਿੱਚ ਜੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸ਼ਖਸੀਅਤ ਸੀ ਜੀ, ਉਹਨਾਂ ਨੇ ਹਮੇਸ਼ਾ ਹੀ ਸਾਰਿਆਂ ਨੂੰ, ਸਾਰੇ ਧਰਮਾਂ ਨੂੰ, ਸਾਰੇ ਵਰਗਾਂ ਨੂੰ ਨਾਲ ਆਪਣੀ ਸਹਿਯੋਗੀ ਪਾਰਟੀ ਨੂੰ ਕਦੀ ਵੀ ਕਿਸੇ ਤਰੀਕੇ ਜਿਹੜਾ ਇਗਨੋਰ ਨਹੀਂ ਕੀਤਾ। ਦੇਖੋ ਪਹਿਲੀ ਗੱਲ ਤੁਸੀਂ 1997 ਦੀ ਦੇਖ ਲਓ ਜੀ, ਉਸ ਵੇਲੇ ਅਕਾਲੀ ਦਲ ਤਾਂ 70 ਤੋਂ ਉੱਪਰ ਆਪਣੀ ਸੀਟਾਂ ਲੈ ਗਿਆ ਸੀ, ਪਰ ਕੀ ਉਹਨਾਂ ਨੇ ਬੀਜੇਪੀ ਨੂੰ ਇਗਨੋਰ ਕੀਤਾ? ਪੂਰੇ ਮੰਤਰੀ ਵੀ ਬਣਾਏ, ਪੂਰੇ ਚੇਅਰਮੈਨ ਵੀ ਬਣਾਏ, ਹੇਠਾਂ ਤੱਕ ਹਿੱਸੇਦਾਰੀ ਦਿੱਤੀ ਜੀ। ਇਸ ਕਰਕੇ ਉਸ ਤੋਂ ਬਾਅਦ ਵੀ ਜਿਹੜੀਆਂ ਸਰਕਾਰਾਂ ਬਣੀਆਂ, ਕਦੀ ਵੀ ਕਿਸੇ ਵੀ ਥਾਂ ਦੇ ਉੱਤੇ ਭਾਰਤੀ ਜਨਤਾ ਪਾਰਟੀ ਇਹ ਨਹੀਂ ਕਹਿ ਸਕਦੀ ਕਿ ਉਹਨਾਂ ਨੇ ਬੇਇਨਸਾਫੀ ਜਿਹੜੀ ਹੈ ਕਿਸੇ ਵੀ ਬੀਜੇਪੀ ਦੇ ਆਗੂ ਜਾਂ ਵਰਕਰ ਨਾਲ ਕੀਤੀ। ਚਾਹੇ ਮਿਊਨਿਸਪਲ ਕਮੇਟੀ ਦੀ ਇਲੈਕਸ਼ਨ ਸੀ, ਜੇ ਜਿੰਨੀਆਂ ਸੀਟਾਂ ਉਹਨਾਂ ਦੀਆਂ ਬਣਦੀਆਂ ਬਕਾਇਦਾ ਉਹਨਾਂ ਦੇ, ਜੇ ਮਾਰਕੀਟ ਕਮੇਟੀ 'ਚ ਕਿਤੇ ਇੱਕ ਸੀਟ ਵੀ ਉਹਨਾਂ ਦੀ ਬਣਦੀ ਸੀ ਤਾਂ ਆਪ ਮੁੱਖ ਮੰਤਰੀ ਇੰਟਰਵਿਊ ਕਰਕੇ ਕਹਿੰਦੇ ਸੀ ਕਿ ਨਹੀਂ ਇੱਥੇ ਚੇਅਰਮੈਨ ਜੇ ਅਕਾਲੀ ਦਲ ਦਾ ਬਣਿਆ ਤਾਂ ਵਾਈਸ ਚੇਅਰਮੈਨ ਬੀਜੇਪੀ ਦਾ ਹੈ ਤਾਂ ਦੇਣਾ ਹੀ ਪਊਗਾ, ਚਾਹੇ ਸਾਡਾ ਐਮਐਲਏ ਕੋਈ ਇਤਰਾਜ਼ ਕਰੇ, ਜੋ ਮਰਜ਼ੀ ਕਰੇ। ਕਦੀ ਇਹ ਗੱਲ ਨਹੀਂ ਹੋਣ ਦਿੱਤੀ। ਇਸ ਕਰਕੇ ਨਾ ਉਹਨਾਂ ਨੂੰ ਇਹ ਗੱਲ ਕਰਨੀ ਚਾਹੀਦੀ।
ਕਿਉਂਕਿ ਐਡਾ ਵੱਡਾ ਇਤਿਹਾਸਕ ਰੋਲ ਇਸ ਗੱਠਜੋੜ ਦਾ ਰਿਹਾ ਜੀ ਐਡੀ ਵੱਡੀ ਡਿਵੈਲਪਮੈਂਟ ਪੰਜਾਬ ਦੇ ਵਿੱਚ ਹੋਈ, ਪਾਵਰ ਜਨਰੇਸ਼ਨ ਹੋਈ, ਇਨਫਰਾਸਟ੍ਰਕਚਰ ਇੰਨਾ ਕ੍ਰੀਏਟ ਹੋਇਆ, ਔਰ ਖਾਸ ਤੌਰ 'ਤੇ ਐਡੀ ਲੰਬੇ ਸਮੇਂ ਤੋਂ ਅਮਨ ਸ਼ਾਂਤੀ ਸਦਭਾਵਨਾ ਦਾ ਮਾਹੌਲ ਰਹਿਣਾ ਜੀ ਜੀ ਬਹੁਤ ਵੱਡੀ ਇੱਕ ਅਚੀਵਮੈਂਟ ਹੈ। ਇਸ ਕਰਕੇ ਉਸ ਅਚੀਵਮੈਂਟ ਨੂੰ ਹੁਣ ਇਹਨਾਂ ਨੂੰ ਇਸ ਮੌਕੇ ਦੇ ਉੱਤੇ ਆ ਕੇ ਘਟਾ ਕੇ ਨਹੀਂ ਦੇਖਣਾ ਚਾਹੀਦਾ। ਇਸ ਕਰਕੇ ਬਾਲ ਸਾਹਿਬ ਨੇ ਤਾਂ ਕੋਈ ਵਰਗ ਵੀ ਨਹੀਂ ਛੱਡਿਆ ਜਿਹਨੂੰ ਨਾਲ ਨਹੀਂ ਲੈ ਕੇ ਚੱਲੇ। ਸਾਰਿਆਂ ਦੇ ਧਾਰਮਿਕ ਦਿਹਾੜੇ, ਚਾਹੇ ਕ੍ਰਿਸਮਸ ਸੀ, ਚਾਹੇ ਜਿਹੜਾ ਹੈਗਾ ਸਾਰੇ ਧਰਮਾਂ ਨੂੰ ਉਹਨਾਂ ਨੇ ਨਾਲ ਲੈ ਕੇ ਚੱਲੇ। ਅੱਛਾ ਚੀਮਾ ਸਾਹਿਬ ਇੱਕ ਹੀ ਦੱਸਿਓ, ਜਿਹੜਾ ਹੁਣ ਇਹ ਕਿਹਾ ਜਾ ਰਿਹਾ ਕਿ ਸ਼ਾਇਦ ਆਖਰੀ ਦਿਨਾਂ ਦੇ ਵਿੱਚ ਵੱਡੇ ਬਲ ਸਾਹਿਬ ਦੇ ਕੋਲੋਂ ਵੀ ਜਿਹੜੀ ਅਪੀਲ ਕਰਵਾਈ ਸੀ ਕਿ ਵੀ ਖੇਤੀ ਦੇ ਲਈ ਬਿੱਲ ਚੰਗੇ ਨੇ, ਕਾਨੂੰਨ ਚੰਗੇ ਨੇ, ਉਹ ਨਹੀਂ ਸੀ ਕਰਵਾਉਣੀ ਚਾਹੀਦੀ। ਬਹੁਤ ਸਾਰੇ ਲੋਕ ਇਸ ਚੀਜ਼ ਦੇ ਉੱਪਰ ਕ੍ਰਿਟਿਸਾਈਜ਼ ਕਰ ਰਹੇ, ਕੀ ਸਮਝਦੇ ਹੋ? ਦੇਖੋ, ਮੈਂ ਸਮਝਦਾ ਕਿ ਅਸੀਂ ਕਈ ਗੱਲਾਂ ਦੇ ਵਿੱਚ ਤਾਂ ਹੁਣ ਜ਼ਿਆਦਾ ਨੈਗੇਟਿਵ ਹੋਣ ਲੱਗੇ। ਦੇਖੋ, ਇੱਕ ਹੈਲਦੀ ਡਿਬੇਟ ਹੈ ਜੀ। ਅਸੀਂ ਬੀਜੇਪੀ ਨਾਲ ਵੀ ਗੱਲ ਕਰਦੇ ਸੀ ਤੇ ਕੁਝ ਗੱਲਾਂ ਸੀ ਉਹਨਾਂ ਦੇ ਧਿਆਨ 'ਚ ਜਾਂਦੀਆਂ, ਬੀਬੀ ਹਰਸਿਮਰਤ ਕੌਰ ਬਾਦਲ ਨਹੀਂ ਰਹਿੰਦੀਆਂ। ਸਟਾਰਟਿੰਗ ਤੇ ਉਹਨਾਂ ਦਾ ਵਰਸ਼ਨ ਇਹ ਸੀ ਕਿ ਇਹ ਚੀਜ਼ਾਂ ਚੇਂਜ ਹੋ ਜਾਣਗੀਆਂ, ਪੇ ਚਿੰਤਾ ਨਾ ਕਰੋ, ਹਾਲੇ ਤਾਂ ਫਾਈਨਲ ਜਦੋਂ ਪਾਰਲੀਮੈਂਟ 'ਚ ਪੇਸ਼ ਹੋਣਾ ਇਹ ਤੁਹਾਡੀ ਸੁਣਾਂਗੇ। ਹਾਂ, ਫਿਰ ਸੁਣਾਂਗੇ। ਇਹ ਤਾਂ ਹਾਲੇ ਆਰਡੀਨੈਂਸ ਆ, ਚਲੋ ਇੱਕ ਜਾਰੀ ਹੋ ਗਿਆ, ਜੋ ਹੋ ਗਿਆ ਠੀਕ ਹੈ। ਹਾਲੇ ਜਿਹੜਾ ਐਕਟ ਤਾਂ ਪਾਰਲੀਮੈਂਟ 'ਚ ਜਾ ਕੇ ਬਣੇਗਾ ਜੀ। ਇਸ ਕਰਕੇ ਜਿਹੜੀਆਂ ਸ਼ਾਰਟ ਕਮਿੰਗਸ ਹੈਗੀਆਂ ਨੇ ਇਹ ਠੀਕ ਹੋ ਜਾਣਗੀਆਂ। ਦੂਜੀ ਗੱਲ ਹੈ ਕਿ ਜਦੋਂ ਡਿਬੇਟ ਕਰਦੇ ਹਾਂ, ਹਾਲੇ ਇੱਕ ਰਨਿੰਗ ਡਿਬੇਟ ਚੱਲ ਰਹੀ ਹੈ ਕਿਸੇ ਇਸ਼ੂ ਦੇ ਉੱਤੇ ਜੀ। ਸਾਨੂੰ ਜਿਹੜੀ ਹੈ ਕੋਈ ਚੀਜ਼ ਚੰਗੀ ਲੱਗ ਸਕਦੀ ਹੈ, ਕੋਈ ਮਾੜੀ ਲੱਗ ਸਕਦੀ ਹੈ ਜੀ। ਤੁਹਾਡਾ ਵਰਸ਼ਨ ਉਹਦੇ ਤੇ ਹੋਰ ਹੋ ਸਕਦਾ। ਮੈਂ ਸਮਝਦਾ ਅਸੀਂ ਬੜੇ ਸੌੜੇ ਮਨ ਦੇ ਨਾਲ ਡਿਬੇਟ ਕਰਨ ਲੱਗੇ ਕਿ ਜੇ ਬੰਦੇ ਨੇ ਇੱਕ ਨੇ ਕਿਹਾ ਕਿ ਆਹ ਕਲਾਸ ਜਿਹੜੀ ਹੈ ਮੈਨੂੰ ਲੱਗਦਾ ਕਿ ਕਿਸਾਨੀ ਵਾਸਤੇ ਸਹੀ ਹੈ, ਤੇ ਇਹਨੂੰ ਕਹਿਣ ਲੱਗੇ ਕਿ ਇਹ ਬੰਦਾ ਗਦਾਰ ਹੈ। ਹੁਣ ਦੇਖੋ, ਅਦਾਲਤਾਂ 'ਚ ਕੀ ਹੁੰਦਾ ਜੀ, ਕਾਨੂੰਨ ਜਿਹੜੇ ਆ ਬੜੇ ਪੁਰਾਣੇ ਅੰਗਰੇਜ਼ਾਂ ਦੇ ਟਾਈਮ ਦੇ ਬਣੇ ਆ। ਅੱਜ ਵੀ ਇੱਕ ਵਕੀਲ ਉਹਨੂੰ ਇੱਕ ਐਂਗਲ ਤੋਂ ਪੇਸ਼ ਕਰਦਾ, ਦੂਜਾ ਵਕੀਲ ਉਹਨੂੰ ਦੂਜੇ ਐਂਗਲ ਤੋਂ ਪੇਸ਼ ਕਰਦਾ। ਬਿਲਕੁਲ ਸਹੀ। ਕਾਨੂੰਨ ਤਾਂ ਉਹੀ ਹੈ। ਜੀ। ਜੱਜ ਦੋਨਾਂ ਦੀ ਗੱਲ ਨੂੰ ਇੰਟਰਪ੍ਰੀਟ ਕਰਕੇ ਆਪਣਾ ਓਪੀਨੀਅਨ ਦਿੰਦਾ ਵੀ ਇਹ ਗੱਲ ਸਹੀ ਆ, ਆਹ ਕਲਾਸ ਇਹ ਹੈ, ਇਹ ਐਦਾਂ ਪੜ੍ਹੀ ਜਾਣੀ ਚਾਹੀਦੀ ਹੈ, ਇਹਦਾ ਮਤਲਬ ਇਹ ਨਹੀਂ। ਕਿਉਂਕਿ ਕਾਨੂੰਨ ਇੰਨਾ ਸਿੰਪਲ ਚੀਜ਼ ਤਾਂ ਹੈ ਨਹੀਂ। ਬਿਲਕੁਲ ਸਹੀ ਗੱਲ। ਤੇ ਜੇ ਆਪਾਂ ਇਹ ਸੋਚਦੇ ਕਿ ਜੋ ਲਿਖਿਆ ਇਹਦੇ ਕੋਈ ਮਤਲਬ ਹੈ ਤੇ ਫਿਰ ਅਦਾਲਤਾਂ ਨੂੰ ਬੰਦ ਕਰ ਦਿਓ। ਇੰਨੀ ਲਿਟੀਗੇਸ਼ਨ ਹਾਈ ਕੋਰਟਾਂ ਦੀ, ਸੁਪਰੀਮ ਕੋਰਟਾਂ ਦੀ, ਇੰਨੇ ਦਿਨ ਲਾ ਕੇ ਕਨਸਟੀਟਿਊਸ਼ਨਲ ਮੈਟਰ ਡਿਸਕਸ ਹੁੰਦੇ ਆ। ਉਹ ਕਿਉਂ ਡਿਸਕਸ ਹੁੰਦੇ ਆ? ਇਸੇ ਕਰਕੇ ਹੈ ਕਿ ਇੱਕ ਦਾ ਵਰਸ਼ਨ ਐਕਸਪਰਟ ਦਾ, ਲੀਗਲ ਐਕਸਪਰਟ ਦਾ ਹੁੰਦਾ ਕਿ ਇਹਦਾ ਮਤਲਬ ਇਹ ਹੈ, ਉਹ ਇਹਨੂੰ ਕਿਸੇ ਧਾਰਾ ਨਾਲ ਜੋੜ ਕੇ ਪੇਸ਼ ਕਰਦਾ, ਦੂਜੇ ਨਾਲ ਪੇਸ਼ ਕਰਦਾ, ਦੂਜਾ ਕਹਿੰਦਾ ਨਹੀਂ ਜੀ ਵੀ ਇਹ ਜਿਹੜੀ ਹੈ ਵਾਇਓਲੇਸ਼ਨ ਹੈ, ਇਹ ਹਿਊਮਨ ਰਾਈਟਸ ਦੀ ਵਾਇਓਲੇਸ਼ਨ ਹੈ, ਇਹ ਇਸ ਚੀਜ਼ ਦੀ ਵਾਇਓਲੇਸ਼ਨ ਹੈ, ਇਹ ਮੇਰੇ ਰਾਈਟਸ ਨੂੰ ਕਰਦੀ ਹੈ। ਇਹੀ ਸਾਰਾ ਦਿਨ ਡਿਸਕਸ਼ਨ ਚੱਲਦੀ ਹੈ। ਤੁਹਾਡੀ ਗੱਲ ਤੋਂ ਮੈਨੂੰ ਇਹ ਸਮਝ ਆਇਆ ਕਿ ਵੀ ਬੀਜੇਪੀ ਨੇ ਪਹਿਲਾਂ ਕਿਹਾ ਕਿ ਵੀ ਕੋਈ ਗੱਲ ਨਹੀਂ, ਜੇ ਤਾਂ ਤੁਹਾਡਾ ਇਤਰਾਜ਼ ਆ ਆਪਾਂ ਉਹਨੂੰ ਦੂਰ ਕਰ ਦਿਆਂਗੇ। ਇਸੇ ਕਰਕੇ ਬਾਲ ਸਾਹਿਬ ਨੇ ਵੀ ਕਿਹਾ ਵੀ ਯਾਰ ਕੁਝ ਚੰਗਾ ਹੋ ਰਿਹਾ, ਆਪਾਂ ਉਹਨੂੰ ਮੰਨ ਲਈਏ, ਕਿਉਂਕਿ ਆਪਾਂ ਨੂੰ ਆਸ ਸੀ ਕਿ ਉਹਨਾਂ ਨੇ ਮੰਨ ਜਾਣਾ ਵੀ ਆਪਾਂ ਚੇਂਜ ਕਰਵਾ ਲਾਂਗੇ ਆਪਣੇ ਹਿਸਾਬ ਨਾਲ, ਤੇ ਆਖਰੀ ਮੌਕੇ ਤੇ ਉਹਨਾਂ ਨੇ ਚੇਂਜ ਨਹੀਂ ਕੀਤਾ। ਇਹੀ ਗੱਲ ਜੀ। ਬਿਲਕੁਲ। ਅੱਛਾ, ਇਹ ਕੱਲ੍ਹ ਵੀ ਉਹ ਬੀਜੇਪੀ ਵਾਲੇ ਲੀਡਰ ਸਾਹਿਬ ਵੀ ਕਹਿੰਦੇ ਸੀ ਵੀ ਅੱਜ ਦਾ ਨਹੀਂ ਹੈਗਾ, ਇਹ ਤਾਂ ਬੜਾ ਪੁਰਾਣਾ, ਇਹਦੇ ਵਿੱਚ ਕਾਂਗਰਸ ਪਾਰਟੀ ਦਾ ਨਾਮ ਵੱਜੀ ਜਾਂਦਾ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਦੇਖੋ, ਗੱਲ ਇਹ ਹੈ ਕਿ ਇਸ ਸਾਰੇ ਰੌਲੇ ਦੇ ਵਿੱਚ ਜੇ ਕੋਈ ਖੱਟਿਆ ਕਿਸੇ ਨੇ ਜੀ ਤੇ ਉਹ ਕਾਂਗਰਸ ਪਾਰਟੀ ਹੈ ਜੀ, ਜਿੰਨੇ ਸਾਰਾ ਕੁਝ ਜਿਹੜਾ ਹੈਗਾ ਮੈਂ ਕਹਿੰਦਾ ਕਿ ਸੱਤਿਆਨਾਸ਼ ਕਰਕੇ ਤੇ ਫਿਰ ਵੀ ਇਸ ਵੇਲੇ ਜਿਹੜੇ ਨਾ ਉਹ ਫਰੀडम ਫਾਈਟਰ ਬਣਨ ਦੀ ਕੋਸ਼ਿਸ਼ ਕਰ ਰਿਹਾ ਕਿ ਖੇਤੀ ਦੇ ਵਾਸਤੇ ਜੇ ਕੋਈ ਸੰਘਰਸ਼ ਕਰ ਰਹੇ ਆ ਤਾਂ ਉਹ ਕਾਂਗਰਸ ਪਾਰਟੀ ਹੈ। ਅੱਛਾ ਜੀ, ਪਹਿਲੀ ਗੱਲ ਹੈ ਕਿ ਇਹ ਜਿਹੜੀਆਂ ਸੋਧਾਂ ਹੋਈਆਂ ਜੀ, ਹੁਣ ਕੈਪਟਨ ਸਾਹਿਬ ਮੰਨਦੇ ਨਹੀਂ, ਚਲੋ ਵੱਡੇ ਨੇ, ਮੇਰੇ ਤੋਂ ਉਮਰ 'ਚ ਵੱਡੇ ਨੇ, ਤਜਰਬੇ 'ਚ ਵੱਡੇ ਨੇ, ਉਹਦਾ ਵੀ ਵੱਡਾ, ਮੈਂ ਇੱਜ਼ਤ ਕਰਦਾ, ਪਰ ਇਹ ਮੈਨੀਫੈਸਟੋ ਉਹਨਾਂ ਦੀ ਹੈ, ਫੋਟੋ ਵੀ ਉਹਨਾਂ ਦੀ ਹੈ, ਡਾਕਟਰ ਮਨਮੋਹਨ ਸਿੰਘ ਇਸ ਵਾਰ ਵਾਲਾ ਜਿਹੜਾ। ਹੁਣ ਇਹਦੇ ਵਿੱਚ ਜਿਹੜਾ ਲਿਖਿਆ updation of APMC Act will be done to ensure direct access of farmers to the national and international markets। ਵੀ ਅਸੀਂ ਜਿਹੜਾ ਸਾਡਾ ਮੰਡੀਆਂ ਦਾ APMC ਕਾਨੂੰਨ ਜਿਹੜਾ ਮੰਡੀਆਂ ਦੇ ਢਾਂਚੇ ਨੂੰ ਸਾਰਾ ਰੈਗੂਲੇਟ ਕਰਦਾ, ਇਹਨੂੰ ਅਪਡੇਟ ਕਰਾਂਗੇ ਤੇ ਨੈਸ਼ਨਲ ਤੇ ਇੰਟਰਨੈਸ਼ਨਲ ਲੈਵਲ ਤੱਕ ਦੇ ਜਿਹੜੀ ਹੈਗੀ ਆ ਉਹ ਚੇਂਜਸ ਦੇਵਾਂਗੇ ਜੀ। ਔਰ ਇਹ ਕਦਾ ਕਿਹਾ ਨਹੀਂ, ਜਦੋਂ ਸਰਕਾਰ ਬਣੀ ਹੈ ਤੇ ਇਹਦਾ ਸਿਹਰਾ ਜ਼ਿਆਦਾ ਕੋਈ ਕੰਮ ਨਹੀਂ ਹੋਰ ਕੀਤਾ, ਇਕੱਲਾ ਇਹੀ ਕੀਤਾ। ਇਹ 17 ਵਾਲੀ ਦਾ ਐਸ ਸਾਰੇ ਮੈਨੀਫੈਸਟੋ ਚੋਂ ਜੀ ਇਕੱਲਾ ਇਹ ਕੀਤਾ। ਇਹ ਕੀ ਕੀਤਾ? ਥੋੜਾ ਇਹਦੇ ਲਈ ਉਹਨਾਂ ਦਾ ਮੈਂ ਧੰਨਵਾਦ ਵੀ ਕਰਦਾ ਵੀ ਇਹ ਕੀਤਾ ਤਾਂ ਹੈ, ਚਲੋ ਭਾਵੇਂ ਜੋ ਲਿਖਿਆ ਸੀ ਕੀਤਾ। ਇਹਦੇ 'ਚ ਇਹ ਹੈ ਕਿ ਇਹਦੇ 'ਚ ਇਹਨਾਂ ਨੇ ਇਹ ਕੀਤਾ ਕਿ ਇੱਕ ਪ੍ਰਾਈਵੇਟ ਮੰਡੀਆਂ ਖੋਲ੍ਹਣ ਦੀ ਇਜਾਜ਼ਤ ਜਿਹੜੀ ਹੈ ਪੰਜਾਬ 'ਚ ਦਿੱਤੀ। ਅੱਛਾ, ਇੱਕ ਚੀਜ਼ ਮੈਂ ਤਰੀਕ ਪਹਿਲਾਂ ਦੱਸ ਦਿਆਂ, ਇਹ 14/8/2017 ਇਹ ਜਿਹੜੇ ਸਾਲ ਸਰਕਾਰ ਬਣਦੀ ਹੈ, ਪਹਿਲੇ ਸਾਲ ਆਉਂਦੇ ਹੀ ਬਿਲਕੁਲ ਐਫੀਸ਼ੀਐਂਸੀ ਆ। ਇਹਦੇ 'ਚ ਕੀ ਸੀ ਕੀਤਾ ਜੀ? ਇਹਦੇ 'ਚ ਪਹਿਲੀ ਤਾਂ ਇਹ ਹੈ ਕਿ ਪ੍ਰਾਈਵੇਟ ਮੰਡੀਆਂ ਜਿਹਦੀ ਹੁਣ ਆਪਾਂ ਗੱਲ ਕਰਦੇ ਹਾਂ, ਪ੍ਰਾਈਵੇਟ ਮੰਡੀਆਂ ਖੋਲ੍ਹਣ ਦੀ ਇਜਾਜ਼ਤ ਦਿੱਤੀ। ਦੂਜੀ ਗੱਲ ਹੈ ਕਿ ਕਿਸਾਨ ਤੋਂ ਸਿੱਧੀ ਖਰੀਦ ਕਰਨ ਦੀ ਇਜਾਜ਼ਤ ਦਿੱਤੀ, ਜਿਹੜਾ ਇਹ ਕਾਨੂੰਨ ਜਿਹੜਾ ਕਹਿੰਦਾ ਜੀ। ਤੀਸਰੀ ਜਿਹੜੀ ਗੱਲ ਹੈ ਕਿ ਈ ਟ੍ਰੇਡਿੰਗ, ਕਿ ਜੇ ਕੋਈ
ਕੰਪਿਊਟਰ ਦੇ ਜ਼ਰੀਏ ਇਲੈਕਟ੍ਰੋਨਿਕ ਸਿਸਟਮ ਦੇ ਜ਼ਰੀਏ ਕੋਈ ਵਪਾਰ ਕਰਨਾ ਚਾਹੁੰਦਾ ਤੇ ਉਹ ਕਰ ਸਕਦਾ। ਚੌਥਾ ਇਹ ਸੀ ਕਿ ਸਾਰੇ ਪੰਜਾਬ ਦੇ ਵਿੱਚ ਇੱਕ ਲਾਇਸੈਂਸ ਲੈ ਕੇ ਤੁਸੀਂ ਜਿਹੜੀ ਮਰਜ਼ੀ ਮੰਡੀ 'ਚ ਵਪਾਰ ਕਰ ਸਕਦੇ ਹੋ ਜੀ। ਮਤਲਬ ਅੱਗੇ ਹੁੰਦਾ ਕਿ ਜਿਹੜੀ ਮੰਡੀ 'ਚ ਆੜ੍ਹਤੀਆ ਬੈਠਾ ਉਸ ਮੰਡੀ ਦੇ ਮਾਰਕੀਟ ਕਮੇਟੀ ਤੋਂ ਉਹਨੂੰ ਲਾਇਸੈਂਸ ਬਣਾਉਣਾ ਪੈਂਦਾ, ਜੇ ਦੂਜੀ ਮੰਡੀ 'ਚ ਕਰਨੀ ਤੇ ਵੱਖਰਾ ਬਣਾਉਣਾ ਪੈਂਦਾ। ਬਿਲਕੁਲ ਸਹੀ। ਹੁਣ ਸੀ ਵੀ ਸਾਰਾ ਇੱਕ ਕਰ ਦਿਓ, ਇੱਕੋ ਹੀ ਲਾਇਸੈਂਸ ਪੂਰੇ ਪੰਜਾਬ। ਇਹੀ ਜਿਹੜੇ ਸੌਦਾ ਹੈਗੀਆਂ ਵੀ ਪ੍ਰਾਈਵੇਟ ਮੰਡੀਆਂ ਖੁੱਲਣਗੀਆਂ, ਡਾਇਰੈਕਟ ਸਿੱਧੀ ਕਿਸਾਨ ਤੋਂ ਖਰੀਦ। ਹੁਣ ਡਾਇਰੈਕਟ ਖਰੀਦ ਦੀ ਗੱਲ ਹੁੰਦੀ ਨਾ, ਜਿਵੇਂ ਆਪਾਂ ਇਤਰਾਜ਼ ਕੀਤਾ ਜੀ, ਡਾਇਰੈਕਟ ਸਿੱਧੀ ਖਰੀਦ ਹੋਊਗੀ, ਈ ਟ੍ਰੇਡਿੰਗ ਹੋਊਗੀ, ਸਾਰਾ ਕੁਝ ਤੁਸੀਂ ਕਰੀ ਬੈਠੇ ਹੋ 2017 'ਚ। ਅੱਛਾ, ਇਹੀ ਕਾਨੂੰਨ ਕਿੰਨੀ ਚਲਾਕੀ ਕਿੰਨੀ ਹੈ। ਤੇ 33 ਮੰਡੀਆਂ 'ਚ ਤੁਸੀਂ ਪੰਜਾਬ 'ਚ ਈ ਟ੍ਰੇਡਿੰਗ ਸ਼ੁਰੂ ਕਰਤੀ। ਉੱਥੇ ਜਿਹੜੀ ਹੈਗੀ ਆ ਮੋਗੇ ਤੋਂ ਅੱਗੇ ਪ੍ਰਾਈਵੇਟ ਮੰਡੀ ਵੀ ਇੱਕ ਬਣਾਤੀ। ਤੇ ਹਾਲੇ ਵੀ ਦੇਖੋ ਵੀ ਸਾਰਾ ਕੁਝ ਕਰਕੇ ਮੈਂ ਕੱਲਾ ਇੱਥੇ ਨਹੀਂ ਆਉਂਦਾ, ਮੈਂ ਤਾਂ ਇਹਨਾਂ ਦੇ ਸਾਰੀ ਚੀਜ਼ਾਂ ਲੈ ਕੇ ਆਇਆ। ਜੀ ਜੀ। ਆਹ ਸਰਦਾਰ ਮਨਟੇਕ ਸਿੰਘ ਆਹਲੂਵਾਲੀਆ ਸਾਹਿਬ ਦੀ ਜਿਹੜੀ ਇਹਨਾਂ ਨੇ ਪਿੱਛੇ ਜਿਹੇ 2 ਮਹੀਨੇ ਪਹਿਲਾਂ ਬੜੀ ਵੱਡੀ ਇਕੋਨੋਮਿਸਟਾਂ ਦੀ ਕਮੇਟੀ ਬਣਾਈ ਸੀਗੀ, ਬੜੇ ਵੱਡੇ ਉਹਨਾਂ ਦੀ ਰਿਪੋਰਟ ਹੈ ਜੀ। ਇਹ 'ਚ 3 ਹੀ ਆਰਡੀਨੈਂਸ ਇਹਨਾਂ ਨੇ ਸਪੋਰਟ ਕੀਤੇ ਹੋਇਆ ਵਾ। ਇਹਨਾਂ ਦੀ ਐਕਸਪਰਟਸ ਦੀ ਕਮੇਟੀ ਕਹਿ ਰਹੀ ਹੈ। ਮੈਂ ਹੁਣ ਬੜਾ ਲੰਬਾ ਜਿਹਾ ਪੜ੍ਹਨ ਲੱਗਾ ਤਾਂ ਨਹੀਂ ਥੋੜਾ ਜਿਹਾ ਤੁਸੀਂ ਇਹਦਾ ਆਈਡੀਆ ਦੇ ਦਿਓ। ਉਹਨਾਂ ਨੇ ਕੱਲੀ ਚੀਜ਼ ਜਿਹੜੀ ਹੈਗੀ ਹੈ ਨਾ, ਪਹਿਲਾਂ ਦੇਖੋ ਲਿਖਿਆ ਚੇਂਜ ਸਟੇਟ ਲਾਜ਼ ਦੈਟ ਵਿਲ ਓਪਨ ਅਪ ਏ ਲੀਜ਼ਿੰਗ ਮਾਰਕੀਟ ਫਾਰ ਐਗਰੀਕਲਚਰ ਲੈਂਡ, ਕੰਟਰੈਕਟ ਫਾਰਮਿੰਗ ਦੀ ਗੱਲ। ਇਹ ਕਹਿੰਦੇ ਇਮੀਡੀਏਟਲੀ ਚੇਂਜ ਕਰੋ। ਅੱਛਾ ਜੀ। ਇਹਨਾਂ ਦੇ ਆਪਣੇ ਜਿਹੜੇ ਹੈਗੇ ਲਿਬਰਲਾਈਜ਼ ਲਾਜ਼ ਰਿਲੇਟਿੰਗ ਟੂ ਕਨਵਰਸ਼ਨ ਆਫ ਐਗਰੀਕਲਚਰ ਲੈਂਡ ਫਾਰ ਨੋਨ ਐਗਰੀਕਲਚਰ ਯੂਜ਼ਸ। ਠੀਕ ਹੈ। ਲੌਂਗਰ ਲੀਜ਼ ਪੀਰੀਅਡ ਆਫ 25 to 30 years could be considered for long term investment। ਇਹ ਲਾਈਨਾਂ ਥੋੜ੍ਹੀਆਂ ਆਪਾਂ ਝਟਕਾ ਭਾਸ਼ਾ 30 ਸਾਲ ਤੱਕ ਜ਼ਮੀਨ ਆਪਣੀ ਲੀਜ਼ ਤੇ ਦੇ ਸਕੇ, ਇਦਾਂ ਦੇ ਕਾਨੂੰਨ ਬਣਾਓ। ਇਹ ਚਮਾ ਸਾਹਿਬ ਆਪਾਂ ਜ਼ਰੂਰ ਮਨਟੇਕ ਸਿੰਘ ਆਹਲੂਵਾਲੀਆ ਦੀ ਰਿਪੋਰਟ ਹੈ, ਇਹ ਸਾਰੇ ਡਿਪਾਰਟਮੈਂਟਾਂ ਨੂੰ ਚਲੇਗੀ ਕਿ ਤੇ ਐਕਸ਼ਨ ਸ਼ੁਰੂ ਕਰੋ। ਇੱਕ ਸੈਕਿੰਡ ਲਈ ਮੈਂ ਤੁਹਾਨੂੰ ਰੋਕਣਾ ਚਾਹੁੰਦਾ। ਇਹ ਜਿਹੜੀ ਚੀਜ਼ ਹੁਣ ਤੁਸੀਂ ਦੱਸੀ ਨਾ, ਇਹ ਕਿਉਂਕਿ ਸਾਡੇ ਸੁਣਨ ਵਾਲੇ ਜਿਹੜੇ ਪਰਿਵਾਰ ਦੇ ਮੈਂਬਰ ਆ ਜੀ, ਉਹ ਬਾਹਲੇ ਦੇਸੀ ਹੈ। ਕੋਈ ਵਿਚਾਰਾ ਹੋ ਸਕਦਾ ਬੋਰਡ ਥੱਲੇ ਬੈਠਾ ਹੋਵੇ, ਕੋਈ ਤਾਸ਼ ਖੇਡਦੇ ਹੋਣ। ਤੁਸੀਂ ਥੋੜ੍ਹਾ ਜਿਹਾ ਇਹਨੂੰ ਸਰਲ ਭਾਸ਼ਾ 'ਚ ਕਰ ਦਿਓ। ਜਿੰਨਾ ਕਿ ਮੈਨੂੰ ਸਮਝ ਆਇਆ ਕਿ ਜਦੋਂ ਕੇਂਦਰ ਸਰਕਾਰ ਨੇ ਇਹ ਕਾਨੂੰਨ ਬਣਨ ਤੋਂ ਪਹਿਲਾਂ ਆਰਡੀਨੈਂਸ ਸ਼ੇਪ ਦੇ ਵਿੱਚ ਇਹਨਾਂ ਨੂੰ ਕਹਿ ਦਿੱਤਾ ਸੀ ਅਸੀਂ ਲਾਗੂ ਕਰਨਾ, ਉਸ ਮੌਕੇ ਤੇ ਮਨਟੇਕ ਸਿੰਘ ਆਹਲੂਵਾਲੀਆ ਹੋਰੀ ਇੱਥੇ ਪੰਜਾਬ ਵਾਲੇ ਪਾਸੋਂ ਜਿਹੜੀ ਰਿਪੋਰਟ ਦਿੰਦੇ ਆ, ਇਹ ਉਹਦੀਆਂ ਰეკਮੈਂਡੇਸ਼ਨਸ ਨੇ ਕਿ ਇਸ ਤਰ੍ਹਾਂ ਕੀਤਾ ਜਾਵੇ। ਤੁਹਾਨੂੰ ਕੀ ਹੈ, ਮੈਂ ਨਾਲ ਹੀ ਪੰਜਾਬੀ ਵੀ ਕਰ ਦਿੰਦਾ। ਪੰਜਾਬ ਸ਼ੁੱਡ ਏਮ ਐਟ ਰਿਫਾਰਮਿੰਗ ਐਗਰੀਕਲਚਰ ਮਾਰਕੀਟਿੰਗ ਬਾਈ ਇਨਵਾਈਟਿੰਗ ਪ੍ਰਾਈਵੇਟ ਸੈਕਟਰ, ਕਿ ਪੰਜਾਬ ਨੂੰ ਮੰਡੀਕਰਨ ਦੇ ਢਾਂਚੇ ਦੇ ਵਿੱਚ ਸੋਧ ਕਰਕੇ ਪ੍ਰਾਈਵੇਟ ਸੈਕਟਰ ਨੂੰ ਸੱਦਾ ਦੇਣਾ ਚਾਹੀਦਾ ਹੈ ਕਿ ਪ੍ਰਾਈਵੇਟ ਸੈਕਟਰ ਆ ਕੇ ਪਰਚੇਜ਼ ਕਰੇ ਜੀ। ਤਾਂ ਨਵਾਂ ਕਾਨੂੰਨ ਕੀ ਹੈ? ਇਹੀ ਹੈ ਨਾ। ਇਹ ਤਾਂ ਤੁਸੀਂ ਦੱਸੀ ਜਾਓ ਨਾਲ ਨਾਲ, ਠੀਕ ਹੈ ਨਾ। ਦੂਜਾ ਹੈਗਾ ਲੀਗਲ ਚੇਂਜਸ ਫਾਰ ਡਾਇਰੈਕਟਲੀ ਬਾਇੰਗ ਫਰੋਮ ਫਾਰਮਰਸ ਅਲੋਂਗ ਵਿਦ ਇਨਵੈਸਟਮੈਂਟ ਇਨ ਵੈਲਿਊ ਚੇਨ ਇਨਫਰਾਸਟ੍ਰਕਚਰ ਇਜ਼ ਦੀ ਬੈਸਟ ਵੇ ਟੂ ਰਿਡਿਊਸ ਮਾਰਕੀਟ ਰਿਸਕ। ਵੀ ਕਿਸਾਨ ਤੋਂ ਸਿੱਧੀ ਖਰੀਦ ਜਿਹੜੀ ਹੈਗੀ ਆ ਵਪਾਰੀ ਕਰ ਸਕੇ, ਇਹ ਕਿਸਾਨ ਵਾਸਤੇ ਬੈਸਟ ਤਰੀਕਾ ਹੈਗਾ। ਇਹ ਮਨਟੇਕ ਸਿੰਘ ਆਹਲੂਵਾਲੀਆ ਕਹਿੰਦੇ। ਇਹਨਾਂ ਨੇ ਕੀ ਕੀਤਾ ਹੁਣ ਨਵੇਂ ਕਾਨੂੰਨ 'ਚ? ਇਹੀ ਹੈ, ਬਿਲਕੁਲ ਇਹੀ ਹੈ ਨਾ। ਮੈਂ ਇਹੀ ਕਹਿ ਰਿਹਾ ਨਾ ਵੀ ਦੇਖੋ ਚਲਾਕੀ ਦੇਖੋ ਵੀ ਤੁਸੀਂ ਇਹ ਸਾਰੇ ਡਿਪਾਰਟਮੈਂਟਾਂ ਨੂੰ ਚਲੇਗੀ ਜੀ। ਇਹ ਚੱਲ ਬੜਾ ਕੁਛ ਹੈ, ਮੁਲਾਜ਼ਮਾਂ ਦੇ ਤਨਖਾਹਾਂ ਘਟਾਓ, ਦੂਜਾ ਕਿ ਸੈਂਟਰ ਪੇ ਸਕੇਲ ਲਾਗੂ ਕਰੋ, ਉਹ ਚੀਜ਼ਾਂ ਚਲੋ ਮੈਂ ਕਰ ਦਿੰਦਾ। ਲੋੜ ਕਿਉਂ ਪਈ ਸੀ ਚੀਮਾ ਸਾਹਿਬ? ਇਹ ਕਾਹਦੇ ਲਈ ਜਿਹੜੀ ਪੰਜਾਬ ਦੀ ਇਕਨੋਮੀ ਡਾਵਾਂਡੋਲ ਉਹਨੂੰ ਦੁਰਸਤ ਕਰਨ ਲਈ ਉਹਨਾਂ ਨੇ ਇੱਕ ਐਕਸਪਰਟਸ ਦੀ ਕਮੇਟੀ ਬਣਾਈ ਇਹਨਾਂ ਨੇ। ਮਨਟੇਕ ਸਿੰਘ ਆਹਲੂਵਾਲੀਆ ਨੈਸ਼ਨਲ ਲੈਵਲ ਦੇ ਕਿ ਇੰਟਰਨੈਸ਼ਨਲ ਲੈਵਲ ਦੇ ਦੂਜਾ ਇਕਨੋਮਿਸਟ ਹੈ ਜੀ ਜੀ ਜੀ। ਉਹਨਾਂ ਦੇ ਅੰਦਰ ਵਿੱਚ ਵਾਈਸ ਚਾਂਸਲਰ ਵੀ ਨੇ, ਬੜੇ ਵੱਡੇ ਹੋਰ ਵੀ ਇਕਨੋਮਿਸਟ ਨੇ। ਸਾਰਿਆਂ ਦੀ ਜਿਹੜੀ ਕੈਪਟਨ ਸਾਹਿਬ ਨੇ ਕਿੰਨਾ ਪ੍ਰਚਾਰ ਕੀਤਾ ਕਿ ਮੈਂ ਹੁਣ ਪੰਜਾਬ ਨੂੰ ਦੁਬਾਰਾ ਆਪਣੀ ਬੈਕ ਪੱਟੜੀ ਤੇ ਲਿਆ ਰਿਹਾ, ਐਕਸਪਰਟਸ ਦੀ ਕਮੇਟੀ ਬਣਾ ਦੀ। ਇਹ ਐਕਸਪਰਟਸ ਦੀ ਕਮੇਟੀ ਇਹਨਾਂ ਦੀ ਪੰਜਾਬੀ ਇਹ ਕਹਿ ਰਹੀ ਹੈ, ਇਹ ਤਾਂ ਹੁਣ ਅਕਾਲੀ ਦਲ ਦੀ ਕਹਿ ਰਿਹਾ। ਫਿਰ ਉਸ ਤੋਂ ਵੱਡੀ ਗੱਲ ਹੈ ਕਿ ਜਿਹੜੇ ਇਹ ਆਰਡੀਨੈਂਸ ਆਏ, ਇਹਨਾਂ ਆਰਡੀਨੈਂਸ ਨੂੰ ਲਿਆਉਣ ਵਾਸਤੇ ਜਿਹੜੀ ਹੈ ਕੇਂਦਰ ਸਰਕਾਰ ਦੀ, ਉਹ ਤਾਂ ਸਾਨੂੰ ਉੱਥੇ ਪਤਾ ਲੱਗਿਆ ਪਾਰਲੀਮੈਂਟ 'ਚ, ਜਦੋਂ ਮੰਤਰੀ ਸਾਹਿਬ ਨੇ ਉੱਥੇ ਅਨਾਉਂਸ ਕੀਤਾ ਕਿ ਜਿਹੜੀ ਕਮੇਟੀ ਬਣੀ ਸੀ ਮੁੱਖ ਮੰਤਰੀਆਂ ਦੀ ਜੀ ਜੀ, ਉਹਦੇ 'ਚ ਸਾਡੇ ਸ਼੍ਰੀਮਾਨ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਬਹਾਦਰ ਕੈਪਟਨ ਅਮਰਿੰਦਰ ਸਿੰਘ ਜੀ ਮੈਂਬਰ ਸੀਗੇ। ਪਰ ਉਹ ਕਹਿੰਦੇ ਗਏ ਨਹੀਂ, ਮੈਨੂੰ ਪਤਾ ਨਹੀਂ ਸੀ। ਨਹੀਂ ਹੁਣ ਦੇਖੋ ਇਹ ਉਹਨਾਂ ਦਾ ਵਰਸ਼ਨ ਹੈ, ਤੁਸੀਂ ਅੱਗੇ ਦੱਸ ਦਿਓ। ਗੱਲ ਇਹ ਹੈ, ਮੈਂ ਵੀ ਨੈਸ਼ਨਲ ਲੈਵਲ ਦੇ ਉੱਤੇ ਐਜੂਕੇਸ਼ਨ ਕਮੇਟੀ ਦੇ ਚੇਅਰਮੈਨ ਰਿਹਾ ਜੀ। ਮੇਰੇ ਨਾਲ ਵੱਖ-ਵੱਖ ਸੂਬਿਆਂ ਦੇ ਐਜੂਕੇਸ਼ਨ ਮਿਨਿਸਟਰ ਮੇਰੀ ਕਮੇਟੀ ਦੇ ਮੈਂਬਰ ਸੀਗੇ ਜੀ, ਵਾਈਸ ਚਾਂਸਲਰ ਸੀਗੇ, ਹੋਰ ਸੀਗੇ। ਉਹਨਾਂ ਦੇ ਵਿੱਚੋਂ ਕੋਈ ਆਵੇ ਨਾ ਆਵੇ, ਲੇਕਿਨ ਅਸੀਂ ਜੋ ਡਿਸਕਸ ਕਰਦੇ ਸੀ ਸਾਰਿਆਂ ਨੂੰ ਨਾਲ ਦੀ ਨਾਲ ਭੇਜਦੇ ਸੀ। ਹਰੇਕ ਮੀਟਿੰਗ ਦਾ ਰਿਕਾਰਡ ਜਾਂਦਾ, ਨਾਲ ਦੀ ਨਾਲ ਰਿਕਾਰਡ ਜਾਂਦਾ। ਫਿਰ ਜਿਹੜੀ ਫਾਈਨਲ ਰਿਪੋਰਟ ਆ ਫਿਰ ਸਰਕੂਲੇਟ ਹੁੰਦੀ ਹੈ ਸਾਰੇ ਮੈਂਬਰਸ ਨੂੰ। ਅੱਛਾ ਜੀ, ਆਹ ਅਸੀਂ ਫਾਈਨਲ ਕੀਤਾ, ਜੋ ਜਿੰਨੀ ਆਪਾਂ ਹੁਣੇ ਮੀਟਿੰਗ ਕੀਤੀਆਂ ਉਹਦੇ 'ਤੇ ਉਹਨਾਂ ਦੇ ਕਮੈਂਟਸ ਲੈ ਜਾਂਦੇ ਆ। ਆਹ 6 ਸਫ਼ਿਆਂ ਦੇ ਕਮੈਂਟ ਪੰਜਾਬ ਸਰਕਾਰ ਦੇ ਲਿਖੇ ਹੋਏ ਆ। ਇਹਦੇ 'ਚ ਕੀ ਲਿਖਿਆ ਜੀ? ਇਹ ਵੀ ਥੋੜਾ ਜਿਹਾ ਕਲੀਅਰ ਕਰ ਦਿਓ। ਇਹ ਜਿਹੜਾ ਕਹਿੰਦੇ ਨਾ ਵੀ ਮੈਂ ਕੋਈ ਐਕਟਾਂ ਦੀ ਸੋਚ ਕਹਿੰਦੇ ਆਰਡੀਨੈਂਸ ਦੀ ਕੋਈ ਗੱਲ ਹੀ ਨਹੀਂ ਸੀ। ਤਾਂ ਇਹਦੇ ਵਿੱਚ ਦੇਖੋ ਮੈਂ ਕੀ ਲਿਖ ਰਿਹਾ, The draft report also suggests the scrapping of Essential Commodity Act to enable the private trade to purchase, store and develop other logistics and distribution facilities.
ਹੁਣ ਐਸੈਂਸ਼ੀਅਲ ਕਮੋਡਿਟੀ ਐਕਟ ਦੇ ਵਿੱਚ ਸੋਧ ਹੋਈ ਹੈ ਨਾ, ਹਾਂਜੀ ਇੱਥੇ ਤਾਂ ਖਤਮ ਕਰਨ ਦੀ ਗੱਲ ਹੋਈ ਸੀ। ਅੱਛਾ ਪਰ ਕੈਪਟਨ ਸਾਹਿਬ ਕਿਉਂ ਨਹੀਂ ਬੋਲੇ? ਇਹਦਾ ਵੀ ਕਾਰਨ ਹੈ, ਕਿਉਂਕਿ ਇਹਦਾ ਕਾਰਨ ਕਾਗਜ਼ ਜ਼ਿਆਦਾ ਹੋ ਗਏ। ਨਹੀਂ ਕੋਈ ਨਹੀਂ ਕੋਈ ਨਹੀਂ, ਇਹ ਬਹੁਤ ਵਧੀਆ ਗੱਲ ਹੈ। ਕਾਰਨ ਹੈ ਕਿ 2019 ਦਾ ਜਿਹੜਾ ਪਾਰਲੀਮੈਂਟ ਦਾ ਇਹਨਾਂ ਦਾ ਮੈਨੀਫੈਸਟੋ ਹੈ ਜੀ, ਐਸੈਂਸ਼ੀਅਲ ਕਮੋਡਿਟੀ ਐਕਟ ਦੀ ਗੱਲ ਕਰਦੇ ਨਾ, ਇਹਦੇ 'ਚ ਕੀ ਲਿਖਿਆ? The Essential Commodity Act 1955 belongs to age of controls। ਬੜੇ ਪੁਰਾਣੇ ਜਿਹੜੇ ਹੈਗੇ ਆ, ਜਦੋਂ ਪਾਬੰਦੀਆਂ ਲਾਈ ਜਾਂਦੇ ਉਦੋਂ ਦੀ ਗੱਲ ਆ। Congress promises to replace the act by an enabling law that can be invoked only in case of emergency। ਇਹ ਕਾਂਗਰਸ ਪਾਰਟੀ ਨੇ 2019 ਦੇ ਪਾਰਲੀਮੈਂਟ ਦੇ ਇਲੈਕਸ਼ਨ ਦਾ ਵਿੱਚ ਜਿਹੜਾ ਮੈਨੀਫੈਸਟੋ ਸੀ ਉਹਦੇ ਵਿੱਚ ਕਿਹਾ ਸੀਗਾ ਵੀ ਅਸੀਂ ਇਹ ਸਾਰੀਆਂ ਚੇਂਜਸ ਜਿਹੜੇ ਚ ਐਸੈਂਸ਼ੀਅਲ ਕਮੋਡਿਟੀ ਐਕਟ 'ਚ ਕਰਾਂਗੇ। ਹੁਣ ਜਦੋਂ ਤੁਹਾਡਾ ਮੈਨੀਫੈਸਟੋ ਕਹਿ ਰਿਹਾ ਤੇ ਮੁੱਖ ਮੰਤਰੀ ਸਾਹਿਬ ਕਿਵੇਂ ਇਤਰਾਜ਼ ਕਰ ਸਕਦੇ ਇੱਥੇ? ਅੱਖਾਂ ਬੰਦ ਕਰਕੇ ਸਾਈਨ ਕੀਤੇ ਨਾ। ਦੇਖੋ ਜੀ, ਮੈਂ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਦੱਸਦਾ ਜੀ ਕਿ ਵੀ ਸਾਡੀ ਕੋਸ਼ਿਸ਼ ਇਸੇ ਲਈ ਹੁੰਦੀ ਹੈ, ਅਸੀਂ ਉਹ ਦੂਜੇ ਰੌਲੇ ਰੱਪੇ ਵਾਲਾ ਕੰਮ ਨਹੀਂ ਕਰਦੇ। ਸਾਨੂੰ ਇਹ ਹੁੰਦਾ ਵੀ ਹਰੇਕ ਪਾਰਟੀ 'ਤੇ ਆਪਾਂ ਗੱਲ ਸੁਣੀਏ। ਇਹ ਜਿੰਨੇ ਕਾਗਜ਼ ਇਸ ਵਕਤ ਚੀਮਾ ਸਾਹਿਬ ਲਈ ਫਿਰਦੇ ਆ, ਕਾਗਜ਼ ਬੋਲਦੇ ਆ। ਸੋ ਇਹਦੇ 'ਚੋਂ ਅਗਾਂਹ ਆਪਾਂ ਕੋਸ਼ਿਸ਼ ਕਰਾਂਗੇ ਵੀ ਹੁਣ ਅਗਲੀ ਪਾਰਟੀ ਦਾ ਕੀ ਜਵਾਬ ਦਿੰਦੀ ਹੈ। ਚੀਮਾ ਸਾਹਿਬ ਤੁਹਾਡੀਆਂ ਗੱਲਾਂ ਤੋਂ ਮੈਨੂੰ ਇਹ ਗੱਲ ਤਾਂ ਸਮਝ ਹਾਲੇ ਇੱਕ ਹੋਰ ਆ ਬੜੀ। ਅੱਛਾ, ਇਹ ਤਾਂ APMC ਐਕਟ ਹਾਲੇ ਐਸ ਕਾਨੂੰਨ ਦੇ ਨਾਲ ਤਾਂ APMC ਐਕਟ ਖਤਮ ਨਹੀਂ ਹੋਇਆ। ਅੱਛਾ ਜੀ, ਇਹ ਖਤਮ ਕਦੋਂ ਹੋਣਾ ਸੀ? ਜੇ ਕਾਂਗਰਸ ਦੀ ਸਰਕਾਰ ਦੁਬਾਰਾ ਬਣਦੀ। ਆ 2019 ਦਾ ਜਿਹੜਾ ਮੈਨੀਫੈਸਟੋ ਹੈ ਜੀ, ਇਹ APMC ਐਕਟ ਦੇ ਬਾਰੇ ਚ ਕੀ ਕਹਿੰਦਾ? ਇਹ ਬੜਾ ਸਪਸ਼ਟ ਹੈ। 11 ਨੰਬਰ ਕਲੌਜ਼ ਦੇ ਵਿੱਚ ਕਾਂਗਰਸ ਵਿਲ ਰਿਪੀਲ ਦੀ ਐਗਰੀਕਲਚਰ ਪ੍ਰੋਡਿਊਸ ਮਾਰਕੀਟ ਕਮੇਟੀ ਐਕਟ ਐਂਡ ਮੇਕ ਟ੍ਰੇਡ ਇਨ ਐਗਰੀਕਲਚਰ ਪ੍ਰੋਡਿਊਸ ਇਨਕਲੂਡਿੰਗ ਐਕਸਪੋਰਟਸ ਐਂਡ ਇੰਟਰਸਟੇਟਡ ਫ੍ਰੀ ਫਰਾਮ ਆਲ ਰਿਸਟ੍ਰਿਕਸ਼ਨਸ। ਕਿ ਅਸੀਂ APMC ਐਕਟ ਖਤਮ ਹੀ ਕਰ ਦਿਆਂਗੇ, ਸਾਰਾ ਜਿਹੜਾ ਮੰਡੀਆਂ ਦੇ ਵਿੱਚ ਖਰੀਦ ਫਰੋਖਤ ਇਹਨੂੰ ਬੰਦ ਕਰ ਦਿਆਂਗੇ, ਖੁੱਲੀ ਪਰਚੇਜ ਹੋਵੇ, ਵਪਾਰੀ ਸਿੱਧਾ ਆ ਕੇ ਜਿੱਥੋਂ ਮਰਜ਼ੀ ਖਰੀਦੇ। ਇਹ 2019 ਦਾ ਜਿਹੜਾ ਰਾਹੁਲ ਗਾਂਧੀ ਨੇ ਜਿਹੜਾ ਜਾਰੀ ਕੀਤਾ ਸੀਗਾ ਮੈਨੀਫੈਸਟੋ ਕਿ ਕਾਂਗਰਸ ਵਿਲ ਡਿਲੀਵਰ, ਕਿ ਅਸੀਂ ਆਹ ਕਰ ਦਿਆਂਗੇ, ਇਹ ਉਹਦਾ ਹਿੱਸਾ। ਹੁਣ ਕਿਉਂ ਬੇਈਮਾਨੀ ਹੁੰਦੀ ਹੈ? ਦੇਖੋ, ਮੈਂ ਇੱਕ ਤੁਹਾਨੂੰ ਸਪੈਸ਼ਲ ਦੱਸਦਾ, ਜੇ ਨੈਸ਼ਨਲ ਲੈਵਲ ਤੇ ਪੋਲੀਟੀਕਲ ਪਾਰਟੀਆਂ ਬੇਈਮਾਨ ਨਾ ਹੁੰਦੀਆਂ ਜੀ, ਪਾਰਲੀਮੈਂਟ ਦੇ ਵਿੱਚ ਤਾਂ ਬਿੱਲ ਨਹੀਂ ਸੀ ਰੋਕੇ ਜਾ ਸਕਦੇ। ਭਾਵੇਂ ਅਸੀਂ ਵਿਰੋਧ ਕਰ ਦਿੱਤਾ, ਖਿਲਾਫ ਵੋਟ ਪਾਤੀ, ਬਾਹਰ ਆ ਗਏ, ਪਰ ਉੱਥੇ 300 ਤੋਂ ਵੱਧ MP BJP ਦਾ ਹੈ ਪਾਸ ਹੋਣਾ ਹੀ ਸੀਗਾ। ਬਿਲਕੁਲ ਸਹੀ। ਪਰ ਰਾਜ ਸਭਾ ਦੇ ਵਿੱਚ ਜੇ ਪਾਰਟੀਆਂ ਤਗੜੀਆਂ ਹੁੰਦੀਆਂ ਤੇ ਇਹ ਬਿੱਲ ਪਾਸ ਨਹੀਂ ਸੀ ਹੁੰਦਾ। ਪਰ ਹੁਣ ਮੈਂ ਤੁਹਾਨੂੰ ਪੁੱਛਦਾ ਵੀ ਕਾਂਗਰਸ ਦੇ 107 MP ਆ ਰਾਜ ਸਭਾ 'ਚ, 33 ਗੈਰ ਹਾਜ਼ਰ ਕਿਉਂ ਹੋਏ? ਇਹ ਰਾਹੁਲ ਗਾਂਧੀ ਨੇ ਕੱਲ੍ਹ ਆਉਣਾ ਟਰੈਕਟਰ ਤੇ ਚੜ੍ਹਨ। ਜੀ ਜੀ, ਮੈਂ ਤੁਹਾਡੇ ਰਾਹੀਂ ਉਹਨੂੰ ਪੁੱਛਣਾ ਚਾਹੁੰਦਾ ਵੀ 33 MP ਗੈਰ ਹਾਜ਼ਰ ਹੋ ਗਏ, ਵਿਪ ਕਿਉਂ ਨਹੀਂ ਜਾਰੀ ਕੀਤਾ? ਅਕਾਲੀ ਦਲ ਨੇ ਵਿਪ ਜਾਰੀ ਕਰ ਦਿੱਤਾ, ਵੇਲੇ ਢੀਂਡਸਾ ਸਾਹਿਬ ਨੇ ਦੂਜੇ ਪਾਸੇ ਵੋਟ ਪਾ ਦੇਣ। ਹਾਂਜੀ, ਅਸੀਂ ਵਿਪ ਜਾਰੀ ਕੀਤਾ, ਠੀਕ ਹੈ ਨਾ, ਅਸੀਂ ਪਾਰਲੀਮੈਂਟ 'ਚ ਅਸਤੀਫਾ ਦਿੱਤਾ। ਇੱਕ 33 MP ਕਾਂਗਰਸ ਦੇ, ਮੈਂ ਰਾਹੁਲ ਗਾਂਧੀ ਨੂੰ ਤੁਹਾਡੇ ਨਾਲ ਪੁੱਛਣਾ ਚਾਹੁੰਦਾ ਕੱਲ੍ਹ ਟਰੈਕਟਰ ਤੇ ਚੜ੍ਹੇ ਨੂੰ ਵੀ ਇਹ ਕਾਂਗਰਸ ਦੇ ਗੈਰ ਹਾਜ਼ਰ ਕਿਉਂ ਰਹੇ? ਦੂਜੀ ਗੱਲ, ਇੱਕ ਦੇਸ਼ 'ਚੋਂ ਵੱਡਾ ਲੀਡਰ ਦੱਸ ਦਿਓ ਕਾਂਗਰਸ ਦਾ ਜਿਹਨੇ ਉੱਥੇ ਪਾਰਲੀਮੈਂਟ ਦੇ ਵਿੱਚ ਇਹਨਾਂ ਬਿੱਲਾਂ ਦੇ ਖਿਲਾਫ ਬੋਲਿਆ ਹੋਵੇ। ਜੀ, ਸੋਨੀਆ ਗਾਂਧੀ ਨਹੀਂ ਬੋਲੀ, ਰਾਹੁਲ ਗਾਂਧੀ ਨਹੀਂ ਬੋਲੀ, ਡਾਕਟਰ ਮਨਮੋਹਨ ਸਿੰਘ ਨਹੀਂ ਬੋਲੇ, ਕਪਿਲ ਸਿੱਬਲ ਨਹੀਂ ਬੋਲੇ, ਪੀ ਚਿਦੰਬਰਮ ਨਹੀਂ ਬੋਲਿਆ। UP ਦੇ, ਰਾਜਸਥਾਨ ਦੇ, ਮੱਧ ਪ੍ਰਦੇਸ਼ ਦੇ ਕਿੰਨੇ ਕਾਂਗਰਸ ਦੇ ਵੱਡੇ ਵੱਡੇ ਲੀਡਰ ਜੀ ਕਿਉਂ ਨਹੀਂ ਬੋਲੇ? ਇਹ ਪੰਜਾਬ ਦਾ ਇਸ਼ੂ ਨਹੀਂ ਸੀ, ਇਹ ਦੇਸ਼ ਦਾ ਇਸ਼ੂ ਸੀ। ਲੀਡਰ ਆਫ ਦੀ ਆਪੋਜੀਸ਼ਨ ਨਹੀਂ ਬੋਲਿਆ, ਇੰਨੀ ਮਹੱਤਤਾ ਵੀ ਨਹੀਂ ਸੀ ਇਹਦੀ ਖੇਤੀ ਦੀ। ਫਿਰ 112 ਤੀਜੀ ਗੱਲ, ਸ਼ਿਵ ਸੈਨਾ ਦੀ ਤੇ ਕਾਂਗਰਸ ਦੀ ਸਾਂਝੀ ਸਰਕਾਰ ਚੱਲ ਰਹੀ ਹੈ ਮਹਾਰਾਸ਼ਟਰ ਦੇ ਵਿੱਚ ਜੀ। ਸ਼ਿਵ ਸੈਨਾ ਨੇ ਬਿੱਲਾਂ ਦੇ ਹੱਕ 'ਚ ਵੋਟ ਪਾਈ ਹੈ ਜੀ। ਪਾਈ ਕਿਉਂ ਪਾਈ? ਇਹਨਾਂ ਦੀ ਭਾਈਵਾਲਾ ਹੈ, ਇਹਨਾਂ ਤੋਂ ਬਿਨਾਂ ਇੱਕ ਮਿੰਟ ਉਹਨਾਂ ਦੀ ਸਰਕਾਰ ਨਹੀਂ ਚੱਲ ਸਕਦੀ। ਜੇ ਕਿਸਾਨਾਂ ਦੀ ਮਦਦ ਵਾਸਤੇ ਅਸੀਂ ਤਾਂ ਅਸਤੀਫਾ ਦੇ ਸਕਦੇ ਹਾਂ, ਇਹ ਵੀ ਸਪੋਰਟ ਵਿਡਰਾ ਕਰ ਸਕਦੇ ਸੀ ਜੀ। ਅੱਜ ਤੱਕ ਕਿਸੇ ਨੇ ਸਪੋਰਟ ਕਾਂਗਰਸ ਤੋਂ ਨੇ ਸ਼ਿਵ ਸੈਨਾ ਤੋਂ ਵਿਡਰਾ ਕੀਤੀ? ਉਲਟਾ ਹੈ ਕਿ ਸਭ ਤੋਂ ਪਹਿਲਾਂ ਜੇ ਕਿਸੇ ਸੂਬੇ 'ਚ ਚੀਜ਼ਾਂ ਲਾਗੂ ਹੋਈਆਂ ਤਾਂ ਮਹਾਰਾਸ਼ਟਰ, ਜਿੱਥੇ ਕਾਂਗਰਸ ਦੀ ਮਦਦ ਨਾਲ ਸਰਕਾਰ ਬਣੀ ਹੈ। ਜਾਂ 2017 'ਚ ਕੈਪਟਨ ਅਮਰਿੰਦਰ ਸਿੰਘ ਨੇ ਇੱਥੇ ਸੋਧਾ ਕਰਕੇ ਪੰਜਾਬ 'ਚ ਲਾਗੂ ਕੀਤੀਆਂ। ਫਿਰ ਅਸੀਂ ਕਿਸ ਇਮਾਨਦਾਰੀ ਨਾਲ ਗੱਲ ਕਰਦੇ? ਮੈਨੀਫੈਸਟੋ ਸਾਡੇ ਭਰੇ ਪਏ ਆ ਵੀ APMC ਐਕਟ ਖਤਮ ਕਰ ਦਿਆਂਗੇ, ਸੋਧਾਂ ਅਸੀਂ ਪੰਜਾਬ 'ਚ ਕਰ ਦਿੱਤੀਆਂ। ਇੱਕ ਬੰਦਾ ਸਾਡਾ ਨੈਸ਼ਨਲ ਲੈਵਲ ਦਾ ਇਕੱਲੇ ਪੰਜਾਬ ਦੇ MPਆਂ ਦਾ ਫਰਜ਼ ਸੀਗਾ। ਇਹ ਨੈਸ਼ਨਲ ਪਾਰਟੀ ਹੈ ਜੀ ਜੀ, ਇਹਨਾਂ ਕੋਲ ਬਾਕੀ ਦੇਸ਼ ਦੇ ਲੀਡਰ ਕਿੱਥੇ ਗਏ? ਕੋਈ ਵਿਪ ਨਹੀਂ ਜਾਰੀ ਹੋਇਆ। ਇਹਨਾਂ ਦੀ ਭਾਈਵਾਲ ਪਾਰਟੀ ਦੇ ਖਿਲਾਫ ਵੋਟਾਂ ਪਾਤੀਆਂ। ਇੱਕ ਉਹ ਕੇਜਰੀਵਾਲ ਦਿੱਲੀ 'ਚ ਬੈਠਾ, ਉਹ ਸਭ ਤੋਂ ਵੱਡਾ ਉਹਨੂੰ ਮਸੀਹਾ ਕਹਿੰਦੇ ਸੀ ਵੀ ਕਿਸਾਨਾਂ ਦਾ। ਉਹਦੇ ਕੋਲ 67 MLA ਆ। ਦੱਸੋ, ਇੱਕ ਨੇ ਵੀ ਜਾ ਕੇ ਉੱਥੇ ਧਰਨਾ ਦਿੱਤਾ ਹੋਵੇ ਪਾਰਲੀਮੈਂਟ ਦੇ ਬਾਹਰ 1 ਨੰਬਰ 'ਤੇ? ਉੱਥੋਂ ਰਿਕਸ਼ਾ ਲੈ ਕੇ ਜਾਓ ਤੇ 5 ਮਿੰਟ ਲੱਗਦੇ। ਨਹੀਂ ਚਲੋ, ਉਹ ਤਾਂ ਕਹਿੰਦੇ ਸਾਡੇ ਕੋਲ ਇੱਕ MP ਆ, ਜਿਹੜੇ ਰਾਜ ਸਭਾ ਵਾਲੇ 2-4 ਸੀ। ਜਿਹੜਾ ਇੱਕ MP ਸੀਗਾ ਜੀ, ਉਹ 2.5 ਮਿੰਟ ਬੋਲਿਆ ਤੇ 2.25 ਮਿੰਟ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਬੋਲਿਆ ਵੀ ਸਾਡੇ ਖਿਲਾਫ ਤੂੰ ਇੱਥੇ ਸਪੀਕਰ ਲਾ ਦਿਆਂਗੇ, ਫਿਰ ਆ ਕੇ ਬੋਲ। ਘੱਟੋ ਘੱਟ ਉੱਥੇ ਕਿਸਾਨੀ ਦੇ ਬਿੱਲ ਦੀ ਗੱਲ ਤਾਂ ਕਰ ਲਾ। ਔਰ ਬੋਲ ਕੇ ਬਾਹਰ ਚਲਾ ਗਿਆ, ਖਿਲਾਫ ਵੋਟ ਨਹੀਂ ਪਾਈ।
ਜਦੋਂ ਅਗਲੇ ਦਾ ਰੌਲਾ ਪਿਆ ਤੇ ਉਹ ਮਹਾਰਾਜ ਜੀ ਸਿਰ ਸਿਰੇ पता नहीं की खा के ते वीडियो के सामने आ गए कि कुछ लोगों ने कहा कि मैंने वोट नहीं डाली, वोटिंग तो हुई ही नहीं। सैकंड टाइम MP बन गया भाई, तेन पता बिना वोटिंग तो बिल पास नहीं होता। उन्होंने ये नहीं पता लगे, पता नहीं उदों किहड़े मूड च सीगा भी वोटिंग हुई नहीं कहंदा। नहीं पर वो मेरा ख्याल कन्फ्यूजन सी चीमा साहब जो ਇੱਥੇ ਉਹ ਕਲੀਅਰ ਕਰਕੇ ਗਏ ਸੀ, ਮਾਨ ਸਾਹਿਬ ਵੀ ਆਏ ਸੀ, ਉਹ ਕਹਿੰਦੇ ਵੀ ਮੈਂ ਖੇਤੀ ਬਿੱਲਾਂ ਦੀ ਗੱਲ ਕਰਦਾ ਸੀ ਕਿਉਂਕਿ ਉਹਨਾਂ ਤੇ ਵੋਟਿੰਗ ਨਹੀਂ ਹੋਈ ਉਦੋਂ। ਮੇਰੇ ਖਿਆਲ ਐਸੈਂਸ਼ੀਅਲ ਕਮਿਊਨਿਟੀ ਵਾਲੇ ਬਿੱਲ ਤੇ ਵਾਇਸ ਵੋਟ ਹੀ ਹੁੰਦੀ ਹੈ। ਨਹੀਂ ਪਰ ਐਸੈਂਸ਼ੀਅਲ ਕਮਿਊਨਿਟੀ ਬਿੱਲ ਤੇ ਹੋਈ ਸੀ ਨਾ ਜੀ ਪਹਿਲੇ ਦਿਨ, ਤਾਂ ਖੇਤੀ ਬਿੱਲ ਤਾਂ ਬਾਅਦ ਚ ਆਉਂਦੇ ਨੇ। ਉਹ ਦੂਜਾ ਸਟਾਰਟ ਤਾਂ 3 ਆਰਡੀਨੈਂਸ ਸੀ, ਜਿਹਨਾਂ ਵਿੱਚੋਂ ਇੱਕ ਉਹ ਸੀ ਤੇ ਇਹਨਾਂ ਨੇ ਐਲਾਨ ਕੀ ਕੀਤਾ ਸੀ, ਸਾਡਾ ਅਸਤੀਫਾ ਮੰਗਦਾ ਰਿਹਾ ਤੇ ਆਪ 2.5 ਦੇ ਵਿੱਚੋਂ 2.25 ਮਿੰਟ ਸਾਡੇ ਖਿਲਾਫ ਬੋਲ ਕੇ ਇੱਕ ਲਫ਼ਜ਼ ਬਿੱਲ ਤੇ ਨਹੀਂ ਬੋਲੇ ਤੇ ਵੋਟ ਤੁਸੀਂ ਪਾਈ ਨਹੀਂ, ਬਾਅਦ ਚਲੇ ਗਏ। ਬਤਾਏਂਗੇ ਨਾ ਬੇਈਮਾਨੀ ਹੋਈ ਹੈ, ਕੋਈ ਮੰਨਣਾ ਪਊਗਾ। ਇਹ ਸਾਨੂੰ ਕਹਿਣ ਜੋ ਮਰਜ਼ੀ, ਅੱਜ ਨਹੀਂ ਕੱਲ ਨਹੀਂ, ਸੱਚ ਲੁਕਦਾ ਨਹੀਂ ਹੈ। ਜੇ ਇਹ ਇਮਾਨਦਾਰ ਹੁੰਦੇ ਰਾਜ ਸਭਾ 'ਚ ਪਾਸ ਨਹੀਂ ਹੁੰਦਾ ਸੀ। ਤੁਹਾਨੂੰ ਲੱਗਦਾ ਵੀ ਇੱਥੇ ਕਿਤੇ ਕਾਂਗਰਸ ਦੀ ਬੇਈਮਾਨੀ ਸੀਗੀ? ਹਾਂਜੀ ਬਿਲਕੁਲ। ਅੱਛਾ, ਅਸੀਂ ਉਸ ਤੋਂ ਬਾਅਦ ਸਾਡੇ ਤਾਂ ਉੱਥੇ ਗਿਣਤੀ ਦੇ ਹੈ ਨਾ ਬੰਦੇ ਹੁਣ, ਅਸੀਂ ਅਸਤੀਫਾ ਦੇਣ ਤੋਂ ਬਾਅਦ ਸਪੋਰਟ ਵਿਡਰਾ ਕਰਨ ਤੋਂ ਬਾਅਦ ਅਸੀਂ ਫਿਰ ਰਾਸ਼ਟਰਪਤੀ ਕੋਲ ਚਲੇ ਗਏ ਵੀ ਬਿੱਲ ਰੋਕੋ। ਕਾਂਗਰਸ ਕਿਉਂ ਨਹੀਂ ਗਈ ਡੈਲੀਗੇਸ਼ਨ ਲੈ ਕੇ? ਇਹ ਤਾਂ ਸਾਰੇ ਇਕੱਠੇ ਕਰਕੇ ਉੱਥੇ 150 ਬਣ ਜਾਂਦੇ ਆ। ਜੀ ਜੀ। ਇਹਨਾਂ ਨੂੰ ਕੋਈ ਦੂਰ ਲੱਗਦਾ ਰਾਸ਼ਟਰਪਤੀ ਭਵਨ? ਮਾੜੀ ਜੀ ਉੱਥੇ ਗੱਲ ਹੋ ਜਾਵੇ ਤੇ ਉੱਥੇ ਭੱਜੇ ਜਾਂਦੇ ਸਾਰਾ ਪਰਿਵਾਰ। ਬਿਲਕੁਲ ਸਹੀ। ਤੇ ਜਿੱਥੇ ਕਿਸਾਨੀ ਦੀ ਗੱਲ ਸੀ, ਜੇ ਇਹ ਸਾਰੇ ਜਣੇ ਜਾ ਕੇ ਰਾਜ ਸਭਾ ਵਾਲੀ ਜਿਹੜੀ ਅਨਡੈਮੋਕ੍ਰੈਟਿਕ ਤਰੀਕੇ ਨਾਲ ਪਾਸ ਹੋਇਆ, ਉੱਥੇ ਰੌਲਾ ਪਾਉਂਦੇ ਇੱਕ ਵਜਨ ਬਣਦਾ ਨਾ। ਅੱਛਾ ਨਹੀਂ ਚਿਮਾ ਸਾਹਿਬ, ਮੈਨੂੰ ਤੁਹਾਡੀਆਂ ਗੱਲਾਂ ਸਮਝ ਆ ਗਈਆਂ। ਮੈਨੂੰ ਇਹ ਹੈ ਕਿ ਚਲੋ ਰਾਜਨੀਤੀ ਤੌਰ ਦੇ ਉੱਪਰ ਤੁਸੀਂ ਸਾਰੀਆਂ ਗੱਲਾਂ ਸਮਝਾਤੀਆਂ ਵੀ ਕਾਂਗਰਸ ਪਾਰਟੀ ਦੇ ਵਿੱਚ ਬਹੁਤ ਵੱਡਾ ਹੱਥ ਹੈ, ਹੁਣ ਉਹ ਜੋ ਮਰਜ਼ੀ ਆਖੀ ਜਾਣ। ਪਰ ਮੈਂ ਇਹ ਜਾਣਨਾ ਚਾਹੁੰਦਾ ਕਿ ਵੀ ਇਹ ਜਿਹੜੇ ਬਿੱਲ ਆਏ ਜਾਂ ਹੁਣ ਕਾਨੂੰਨ ਬਣ ਚੁੱਕਿਆ ਹੈ, ਇਹਨਾਂ ਦੇ ਵਿੱਚ ਖਾਸ ਗੱਲਾਂ ਕਿਹੜੀਆਂ ਸੀ ਜਿਨ੍ਹਾਂ ਦੇ ਉੱਪਰ ਅਕਾਲੀ ਦਲ ਨੂੰ ਇਤਰਾਜ਼ ਹੈ, ਜਾਂ ਜੇ ਉਹ ਠੀਕ ਕਰ ਲੈਂਦੀ BJP ਤੇ ਇਹ ਵਾਕਈ ਪੰਜਾਬ ਦਾ ਕੋਈ ਭਲਾ ਕਰ ਸਕਦੇ ਸੀ? ਇਹੋ ਜਿਹੀ ਵੀ ਕੋਈ ਗੱਲ ਹੈਗੀ? ਦੇਖੋ, ਹੁਣ ਤੱਕ ਜਿਹੜੀ ਮੇਨ ਗੱਲ ਜਿਹੜੀ ਸਾਨੂੰ ਸਾਰੀਆਂ ਜਥੇਬੰਦੀਆਂ ਨਾਲ ਗੱਲ ਕਰਕੇ ਲੱਗਦਾ ਸੀ ਜੀ, ਉਹ ਸਾਰਿਆਂ ਨੂੰ ਸੀ MSP ਦੀ। ਜੀ, ਜਦੋਂ ਕਿ ਅਸੀਂ ਉਹਨਾਂ ਨੂੰ ਯਕੀਨ ਦਵਾਇਆ ਸੀ ਕਿ MSP ਬੰਦ ਨਹੀਂ ਹੋਣੀ ਇਹਦੇ ਨਾਲ। ਜਾਖੜ ਸਾਹਿਬ ਨੇ ਸਭ ਤੋਂ ਪਹਿਲਾਂ ਪ੍ਰਚਾਰ ਸ਼ੁਰੂ ਕੀਤਾ ਕਿ MSP ਬੰਦ ਹੋ ਜੂ ਜੀ। ਔਰ ਮੇਰੀ ਵੀਡੀਓ ਤੁਸੀਂ ਕੱਢ ਲਿਓ, ਮੈਂ ਅਖੀਰ ਤੇ ਜਾਖੜ ਸਾਹਿਬ ਨੂੰ ਕਿਹਾ ਸੀ ਵੀ ਜਾਖੜ ਸਾਹਿਬ, ਮੈਂ ਇੱਕ ਗੱਲ ਤੇ ਆ ਕੇ ਡਿਬੇਟ ਦੇ ਵਿੱਚ ਮੈਂ ਕਿਹਾ ਸੀ ਵੀ ਇੱਕ ਗੱਲ ਆ ਕੇ ਮੇਰੇ ਨਾਲ ਵਾਅਦਾ ਕਰੋ ਵੀ ਜੇ ਝੋਨਾ MSP ਤੇ ਖਰੀਦਿਆ ਗਿਆ ਤੇ ਅਸਤੀਫਾ ਦੇ ਦਿਓਗੇ। ਫਿਰ ਜਾਖੜ ਸਾਹਿਬ ਭੱਜ ਗਏ ਸੀ, ਉਦੋਂ ਬਾਅਦ ਬੋਲੇ ਨਹੀਂ ਜੀ। ਫਿਰ ਚਲੋ ਇਸ਼ੂ ਉੱਠ ਗਿਆ ਕਿ ਨਹੀਂ ਅੱਜ ਨਹੀਂ, 2-3 ਸਾਲਾਂ ਬਾਅਦ ਬੰਦ ਹੋ ਗਏ। ਚਲੋ ਅਸੀਂ ਇਹ ਵੀ ਕਿਹਾ ਕਿ ਵੀ ਜੈਨੂਇਨ ਕੰਸਰਨ ਕਿਸਾਨੀ ਦਾ, ਕਿਉਂਕਿ ਅੱਗੇ ਕਿਸਾਨੀ ਨਾਲ ਧੋਖੇ ਹੋਏ ਆ। ਜੀ ਜੀ ਜੀ, ਇਹ ਕੋਈ ਨਵੀਂ ਗੱਲ ਨਹੀਂ। ਅਸੀਂ ਉਹਦੀ ਰਿਸਪੈਕਟ ਕਰਦੇ ਹਾਂ, ਉਹਨਾਂ ਦੇ ਇਸ ਵਿਊ ਪੁਆਇੰਟ ਦੀ। ਵੀ ਜੇ ਉਹ ਕਹਿੰਦੇ ਆ ਤੇ ਤੁਸੀਂ ਕਹਿੰਦੇ ਹੋ ਵੀ ਬੰਦ ਨਹੀਂ ਹੋਣਾ, ਅਸੀਂ ਕੇਂਦਰ ਨਾਲ ਇਸ ਗੱਲ ਤੇ ਤਾਂ ਆ ਕੇ ਹੁਣ ਆਰਗੂਮੈਂਟ ਕੀਤੀ ਜੀ ਕਿ ਉਹ ਕਹਿੰਦੇ ਆ ਕਿ ਬੰਦ ਹੋ ਜੂਗੀ, ਤੁਸੀਂ ਕਹਿੰਦੇ ਹੋਣਾ ਨਹੀਂ। ਜੇ ਨਹੀਂ ਹੋਣਾ, ਤੁਹਾਡੀ ਨੀਅਤ ਨਹੀਂ ਹੈ ਵੀ ਠੀਕ ਹੈ, ਬਿਲਕੁਲ ਤੁਹਾਡੀ ਨੀਅਤ ਸਾਫ਼ ਹੈ ਕਿ ਨਹੀਂ ਹੋਣਾ, ਫਿਰ ਆਪਾਂ ਇਹਨੂੰ ਡਾਕੂਮੈਂਟੇਸ਼ਨ ਕਰ ਦਈਏ ਜੀ, ਲਿਖ ਦਿਓ, ਰਿਕਾਰਡ ਤੇ ਲੈ ਜਾਈਏ। ਠੀਕ ਹੈ ਨਾ, ਉਹਦਾ ਰਾਈਟ ਬਣਾ ਦਈਏ MSP ਕਿਸਾਨ ਦਾ, ਵੀ ਸਾਰੀ ਉਮਰ ਵਾਸਤੇ ਉਤਸ਼ਾਹਤ ਹੋ ਜਾਏਗਾ। ਇੱਕ ਇੰਨੀ ਗੱਲ ਹੀ ਮੰਗਦਾ ਨਾ, ਵੀ ਹੋਰ ਤਾਂ ਕੋਈ ਮੰਗਦਾ ਨਹੀਂ। ਜਦੋਂ ਆਪਾਂ ਕੇਂਦਰ ਸਰਕਾਰ ਇਹ ਵੀ ਕਹਿੰਦੀ ਆ, ਇੱਥੇ ਆ ਕੇ ਅਸੀਂ ਉਹਨਾਂ ਦੀ ਗੱਲ ਨਾਲ ਸਹਿਮਤੀ ਪ੍ਰਗਟ ਕੀਤੀ ਵੀ ਉਹ ਗੱਲ ਠੀਕ ਹੈ ਜੀ, ਕਿ ਜੇ ਉਹਨਾਂ ਨੂੰ ਬੇਤਬਾਰੀ ਹੋ ਗਈ, ਅੱਗੇ ਬੇਤਬਾਰੀ ਇਸ ਕਰਕੇ ਹੋਈ ਕਿ 60 ਸਾਲ ਅੱਗੇ ਬਹੁਤ ਬੇਇਨਸਾਫੀ ਹੋਈ। ਹਾਂਜੀ ਹਾਂਜੀ ਬਿਲਕੁਲ, ਜਾਂ ਤਾਂ ਨਾ ਹੋਈ ਹੋਵੇ ਤਾਂ ਬਹੁਤ ਕੁਝ ਹੋਇਆ। ਤੇ ਇਸ ਕਰਕੇ ਜੇ ਉਹ ਇਸ ਗੱਲ ਦੇ ਉੱਤੇ ਕਹਿੰਦੇ ਆ ਕਿ MSP ਅੱਜ ਨਹੀਂ, ਕੱਲ ਨੂੰ, ਪਰਸੋਂ ਨੂੰ, 2 ਸਾਲਾਂ ਨੂੰ, 5 ਸਾਲਾਂ ਨੂੰ, ਜਦੋਂ ਮਰਜ਼ੀ ਹੋਵੇ, ਵੀ ਜੇ ਦੂਜਾ ਹੋਊਗੀ ਤੇ ਤੁਸੀਂ ਸਿਸਟਮ ਨੂੰ ਇਹਨੂੰ ਆਪਾਂ ਕਿਉਂ ਇਹਨੂੰ ਅਡਾਕ ਸਿਸਟਮ ਰੱਖਿਆ ਹੋਇਆ? ਹੁਣ ਇੰਨੇ ਦੇਰ ਹੋ ਗਏ, ਸਾਡੀ ਡੈਮੋਕ੍ਰੇਸੀ ਮੈਚੁਰ ਹੋ ਗਈ, ਆਪਾਂ ਇਹਨੂੰ ਸਿਸਟਮ 'ਚ ਪਾ ਕੇ ਡਿਕਲੇਅਰ ਕਰ ਦਿਓ। ਇਹ ਤੁਹਾਡੀ ਗੱਲ ਮੈਂ ਤਾਂ ਪੁੱਛਣਾ ਚਾਹੁੰਦਾ ਸੀ, ਜਿਹੜੇ BJP ਲੀਡਰ ਆਏ ਸੀ ਉਹ ਵੀ ਇਹ ਕਹਿ ਕੇ ਗਏ ਕਿ ਵੀ ਇਹ ਹੁਣ ਤੱਕ MSP ਕਿਸੇ ਕਾਨੂੰਨ ਦਾ ਹਿੱਸਾ ਨਹੀਂ ਹੈ, ਇਹ ਜਸਟ ਇੱਕ ਕੈਬਨਿਟ ਦਾ ਫੈਸਲਾ ਜਿਹਦਾ ਕਰਕੇ ਮਿਲ ਰਹੀ ਹੈ। ਤੇ ਜੇ ਕੈਬਨਿਟ ਦਾ ਫੈਸਲਾ ਇੰਨੇ ਚਿਰ ਦਾ ਚੱਲੀ ਆ ਰਿਹਾ ਉਹਨਾਂ ਦੇ ਅਕੋਰਡਿੰਗਲੀ, ਤਾਂ ਉਹ ਕਹਿੰਦੇ ਵੀ ਜੇ ਧੋਖਾ ਕਰਨਾ ਹੁੰਦਾ ਤਾਂ ਉਦੋਂ ਦੇ ਹੋ ਜਾਣਾ ਸੀ, ਇਸ ਕਰਕੇ ਤੁਸੀਂ ਇਹਨੂੰ ਮੰਨ ਲਓ। ਪਰ ਤੁਸੀਂ ਇਹ ਕਹਿ ਰਹੇ ਹੋ ਕਿ ਜੇ ਇੰਨਾ ਚਿਰ ਤੁਸੀਂ ਚਲਾ ਲਿਆ, ਹੁਣ ਲੋਕਾਂ ਨੂੰ ਸ਼ੱਕ ਹੈ, ਤਾਂ ਤੁਸੀਂ ਕਾਨੂੰਨ ਦਾ ਹਿੱਸਾ ਬਣਾ ਦਿਓ। ਇੱਥੇ ਲੜਾਈ ਸੀ ਨਾ ਐਕਚੁਅਲੀ, ਕੱਚੀ ਤੇ ਪੱਕੀ ਜ਼ਬਾਨ ਵਾਲੀ ਗੱਲ ਹੀ ਹੈ ਨਾ ਜੀ ਜੀ। ਪਰ ਜ਼ਰੂਰੀ ਫਿਰ ਡਰਾ ਕੇ ਰੱਖਣਾ, ਜੇ ਕੈਬਨਿਟ ਦਾ ਫੈਸਲਾ ਹਰ ਸਾਲ ਕਰਨਾ ਹੀ ਕਰਨਾ ਤੇ ਉਹਨੂੰ ਸਿਸਟਮ 'ਚ ਹੀ ਪਾ ਦਿਓ ਵੀ ਆਪਣੇ ਆਪ ਹੋ ਜਾਏਗਾ। ਜੀ ਜੀ ਜੀ, ਇਹੀ ਹੈ ਨਾ। 2 ਲਾਈਨਾਂ ਤੁਸੀਂ ਲਿਖ ਦਿਓ ਕਿ ਇਹ MSP ਜਿਹੜੀ ਹੈ CACP ਦੀ ਕਮਿਸ਼ਨ ਦੀ ਰਿਪੋਰਟ ਆਏਗੀ, ਐਸਾ 'ਚ ਲਾਗੂ ਹੋ ਜਾ ਕਰੇਗੀ, MSP ਰਹੇਗੀ। ਠੀਕ ਹੈ ਨਾ, ਉਹਨੂੰ ਬਣਾ ਦਿਓ ਇੱਕ ਨਵਾਂ ਇੱਕ ਇੰਨਾ ਕੁਝ ਕਰਦੇ ਆ ਤੇ 2 ਲਾਈਨਾਂ ਦਾ ਨਵਾਂ ਐਕਟ ਬਣਾ ਦਿਓ, ਵੱਖਰਾ ਐਕਟ ਬਣਾ ਦਿਓ। ਇਹਦੇ ਵਿੱਚ ਪ੍ਰੋਵੀਜ਼ਨ ਕਰਨੀ, ਵਿੱਚ ਪ੍ਰੋਵੀਜ਼ਨ ਕਰ ਦਿਓ। ਮੈਂ ਇੱਕ ਬੇਨਤੀ ਕਰਨ ਲੱਗਿਆ ਸੀ, ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਜਿਸ ਦਿਨ ਪਾਰਲੀਮੈਂਟ 'ਚ ਬੋਲੇ ਆ, ਉਸ ਦਿਨ ਉਹਨਾਂ ਨੇ ਜ਼ਿਕਰ ਕੀਤਾ ਸੀ ਵੀ ਪੰਜਾਬ ਦੇ ਵਿੱਚ ਮੰਡੀਆਂ ਦਾ ਬਹੁਤ ਵੱਡਾ ਢਾਂਚਾ ਜਿਹਨੂੰ ਅਸੀਂ ਬੜੇ ਸਾਲਾਂ ਦੇ ਵਿੱਚ ਇੱਥੋਂ ਤੱਕ ਲਿਆਣ ਕੇ ਖੜਾ ਕੀਤਾ, ਐਂਡ ਜਦੋਂ ਤੁਸੀਂ ਇਹ ਸਾਰਾ ਕੁਝ ਲਾਗੂ ਕਰੋਗੇ ਤਾਂ ਜੇ ਮੰਨ ਲਓ ਬਾਇਰ ਬਾਹਰ ਹੈ ਤਾਂ ਸੈਲਰ ਵੀ ਨੈਚੁਰਲੀ ਬਾਹਰ ਹੋਏਗਾ। ਮੰਨ ਲਓ ਜੇ ਕਿਸੇ ਦੇ
ਝੋਨਾ ਆ ਤਾਂ ਉਹ ਝੋਨੇ ਵਾਲਾ ਕਹੂਗਾ ਵੀ ਮੈਂ ਮੰਡੀ ਨਹੀਂ ਆਉਂਦਾ, ਮੇਰੇ ਸ਼ੈਲਰ ਤੇ ਸੁੱਟ ਦੇ। ਜਦੋਂ ਨਾ ਕਿਸੇ ਨੇ ਮੰਡੀ ਜਾਣਾ, ਨਾ ਮੰਡੀ ਫੀਸ ਹੋਣੀ ਆ, ਤੇ ਇਹ ਸਾਰਾ ਜਿਹੜਾ ਸਿਸਟਮ ਹੈ ਕੋਲੈਪਸ ਕਰ ਜਾਏਗਾ। ਇਹ ਇੱਕ ਜੈਨੂਅਨ ਗੱਲ ਲੱਗਦੀ ਹੈ, ਪਰ ਇਹਦੇ ਤੇ ਵੀ ਜੇ ਕੰਸੀਡਰ ਨਹੀਂ ਕੀਤਾ ਉਸ ਸਮੇਂ ਦੀ ਤੁਹਾਡੀ ਭਾਈਵਾਲ ਪਾਰਟੀ ਨੇ, ਤੇ ਇਹਦੇ ਪਿੱਛੇ ਕੀ ਕਾਰਨ ਜਾਂਦਾ? ਕਿਉਂਕਿ ਇੱਕ ਢਾਂਚਾ ਬਣਿਆ, ਉਹਨੂੰ ਆਪਾਂ ਮਿੱਟੀ ਕਿਉਂ ਮੈਂ ਕਹਿ ਕਰਦੇ? ਰਿਹਾ ਨਾ ਕਿ ਇੱਥੇ ਆ ਕੇ ਹੀ ਅਸੀਂ ਉਹਨਾਂ ਨੂੰ ਕਸੂਰਵਾਰ ਠਹਿਰਾਇਆ। ਜਿਹੜੀ ਦਫਾ ਅਸੀਂ ਉਹਨਾਂ ਤੇ ਲਾਈ ਹੈ ਜੀ ਇਹੀ ਹੈ ਵੀ ਇਹ ਜਿਹੜਾ ਐਟੀਟਿਊਡ ਹੈ ਤੁਹਾਡਾ ਵੀ ਬਿਲਕੁਲ ਗੱਲ ਨਹੀਂ ਸੁਣਨੀ, ਵੀ ਜੋ ਅਸੀਂ ਕਹਿਤਾ ਉਹ ਪੱਥਰ ਤੇ ਲਕੀਰ ਹੈ, ਇੱਦਾਂ ਨਹੀਂ ਕੰਮ ਚੱਲਣਾ। ਜੀ ਡੈਮੋਕ੍ਰੈਟਿਕ ਪ੍ਰੋਸੈਸ ਹੈ, ਕਿਸਾਨ ਸੜਕਾਂ ਤੇ ਆ। ਹੂੰ ਇਸ ਕਰਕੇ ਜਾਂ ਤਾਂ ਹੋਵੇ ਵੀ ਕੋਈ ਕਿਸੇ ਨੇ ਪ੍ਰੋਟੈਸਟ ਨਹੀਂ ਕੀਤਾ, ਦੂਜੇ ਨੇ ਕੀਤਾ, ਵੀ ਸਾਰੀ ਕਿਸਾਨੀ ਸਾਡੇ ਪੰਜਾਬ 'ਚ ਆ ਕੇ ਦੇਖ ਲਓ, ਹਰਿਆਣੇ ਦੇ ਵਿੱਚ ਸ਼ੁਰੂ ਹੋ ਗਿਆ, ਯੂਪੀ ਦੇ ਵਿੱਚ ਵੀ ਕੁਝ ਪਾਰਟਸ ਦੇ ਵਿੱਚ ਸ਼ੁਰੂ ਹੋ ਗਿਆ, ਹੋਰ ਵੀ ਸਟੇਟਾਂ ਦੇ ਵਿੱਚ ਸ਼ੁਰੂ ਹੋ ਗਿਆ, ਵੀ ਐਡਾ ਵੱਡਾ ਅਨਰੈਸਟ ਹੈ। ਤੇ ਤੁਸੀਂ ਫਿਰ ਕਹੀ ਜਾਓ ਜੇ ਅਸੀਂ ਜਿਹੜੀ ਤੁਹਾਡੀ ਗੱਲ ਸੀ ਉਹਨਾਂ ਨੂੰ ਜਾ ਕੇ ਦੱਸੀ ਹੈ ਜੀ, ਅਸੀਂ ਟੈਲੀਵਿਜ਼ਨ ਤੇ ਦੱਸੀ ਹੈ ਵੀ ਉਹਨਾਂ ਨੇ ਕਿਹਾ ਐਮਐਸਪੀ ਨਹੀਂ ਖਤਮ ਹੋ ਗਈ, ਅਸੀਂ ਇਸ ਗੱਲ ਤੋਂ ਮੁਨਕਰ ਥੋੜੀ ਹੁੰਦੇ, ਅਸੀਂ ਚਿੱਠੀ ਲਿਆ ਕੇ ਆਪ ਦਿੱਤੀ ਹੈ। ਮੈਂ ਸਮਝ ਗਿਆ। ਚਿੱਠੀ ਲਿਆ ਕੇ ਅਸੀਂ ਜਿਹੜਾ ਸਾਡਾ ਰੋਲ ਬਣਦਾ ਹੁੰਦਾ ਇੱਕ ਵਿਚੋਲੇ ਦਾ, ਉਹ ਅਸੀਂ ਸਾਰਾ ਕਰ ਲਿਆ। ਤੇ ਹੁਣ ਜੇ ਤੁਹਾਨੂੰ ਅਸੀਂ ਸਿੰਸੀਅਰਟੀ ਨਾਲ ਦੱਸਦੇ ਹਾਂ ਵੀ ਨਹੀਂ ਇਹਦੇ ਨਾਲ ਗੱਲ ਖਤਮ ਨਹੀਂ ਹੋਣੀ, ਤੇ ਫਿਰ ਤੁਸੀਂ ਵੀ ਸਾਡੀ ਗੱਲ ਮੰਨੋ ਨਾ, ਸਾਨੂੰ ਬੁਰੇ ਕਿਹਨੂੰ ਬਣਾਈ ਜਾਂਦੇ ਹੋ? ਬਿਲਕੁਲ ਸਹੀ। ਵੀ ਅਸੀਂ ਸਹੀ ਗੱਲ ਦੱਸ ਰਹੇ ਹਾਂ, ਗਰਾਊਂਡ ਦੀ ਗੱਲ ਦੱਸ ਰਹੇ ਹਾਂ, ਧਰਤੀ ਨਾਲ ਜੁੜੇ ਹੋਏ ਹਾਂ। ਆਪਣੀ ਸਾਡੀ ਪਾਰਟੀ 'ਚ ਜਿਹੜੀ ਹੈ ਮੈਕਸਿਮਮ ਕਿਸਾਨੀ ਹੈ, ਇਸ ਕਰਕੇ ਤੁਸੀਂ ਇਹਨੂੰ ਕਰ ਦਿਓ। ਜੇ ਉਹਨਾਂ ਨੇ ਨਹੀਂ ਕੀਤਾ ਫਿਰ ਅਸੀਂ ਸਟੈਂਡ ਆ। ਇੱਕ ਚੀਫਾ ਸਾਹਿਬ ਕੱਲ੍ਹ ਨਾ ਜੀ ਕਾਗਜ਼ ਵਿਖਾਉਂਦੇ ਸੀ ਬੀਜੇਪੀ ਲੀਡਰ, ਉਹ ਕਹਿੰਦੇ ਸੀ 2013 ਦਾ ਐਕਟ ਬਣਾਇਆ ਹੋਇਆ ਤੁਹਾਡੀ ਸਰਕਾਰ ਨੇ, ਤੁਸੀਂ ਖੁਦ ਸੀ ਉਹਦੇ ਵਿੱਚ, ਕੰਟਰੈਕਟ ਫਾਰਮਿੰਗ ਬਣਿਆ ਹੋਇਆ। ਉਹ ਕਹਿੰਦੇ ਵੀ ਜੇ ਪੰਜਾਬ ਸਰਕਾਰ ਨੇ ਉਦੋਂ ਬਣਾਇਆ, ਬਾਦਲ ਸਾਹਿਬ ਬਣਾ ਗਏ, ਤੇ ਜੇ ਹੁਣ ਮੋਦੀ ਸਾਹਿਬ ਨੇ ਬਣਾਤਾ ਤੇ ਅਕਾਲੀ ਦਲ ਵਾਲੇ ਇਤਰਾਜ਼ ਕਰਦੇ ਆ, ਉਹਦੇ 'ਚ ਕੀ ਫਰਕ ਹੈ ਦੋਵਾਂ ਚੀਜ਼ਾਂ? ਨਹੀਂ, ਅਸੀਂ ਨਹੀਂ ਇਤਰਾਜ਼ ਕੀਤਾ। ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਪ੍ਰੈਸ ਕਾਨਫਰੰਸ ਕੀਤੀ ਸਪੈਸ਼ਲੀ ਇਹਦੇ ਉੱਤੇ, ਵੀ ਕਹਿੰਦੇ ਜੀ ਵੀ ਜਿਹੜਾ ਹੈਗਾ ਵੀ ਜਿਹੜਾ ਬਾਦਲ ਸਾਹਿਬ ਨੇ ਐਕਟ ਬਣਾਇਆ ਸੀਗਾ 2013 ਦਾ, ਤੇ ਇਹ ਵੀ ਇਹ ਉਹਨਾਂ ਦੇ ਆਪਣੇ ਵੀ ਜਿਹੜਾ ਹੈਗਾ ਨਾ, ਆ ਚੰਗਾ ਅੱਜ ਮੈਂ ਨਾਲ ਹੀ ਰਹਿ ਇਹ ਰੰਧਾਵਾ ਸਾਹਿਬ ਦਾ ਸੀਗਾ, ਕੈਬਨਿਟ ਮਿਨਿਸਟਰ ਦਾ ਪਹਿਲਾਂ। ਅੱਛਾ ਜੀ। ਕੰਟਰੈਕਟ ਫਾਰਮਿੰਗ ਐਂਡ ਲੈਂਡ ਲੀਜ਼ਿੰਗ ਵਿਲ ਬੀ ਗਾਈਡਡ ਐਂਡ ਐਨਫੋਰਸ ਥਰੂ ਇਫੈਕਟਿਵ ਲਾਜ਼। ਵੀ ਅਸੀਂ ਕੰਟਰੈਕਟ ਫਾਰਮਿੰਗ ਦਾ ਕਾਨੂੰਨ ਬਣਾਵਾਂਗੇ ਜੀ। ਇਹ ਕੈਪਟਨ ਅਮਰਿੰਦਰ ਸਿੰਘ ਜੀ 2017 ਦਾ ਵਾਅਦਾ ਲੋਕਾਂ ਦਾ ਕਰਕੇ ਆਏ ਸੀਗੇ। ਹਾਲਾਂਕਿ ਇਹਨਾਂ ਦੀ ਸਮਝਦਾਰੀ ਦੇਖੋ ਵੀ 2013 'ਚ ਬਣਿਆ ਹੋਇਆ ਸੀ ਪੰਜਾਬ 'ਚ, ਕੋਈ ਨਾ ਪੜ੍ਹਿਆ ਨਹੀਂ। ਫਿਰ ਮੈਂ ਰੰਧਾਵਾ ਸਾਹਿਬ ਨੂੰ ਪੁੱਛਿਆ ਵੀ ਪਹਿਲੀ ਗੱਲ ਤੇ ਹੈ ਵੀ ਤੁਸੀਂ ਇੰਨੇ ਸਿਆਣੇ ਬੰਦੇ ਨੇ ਮੈਨੀਫੈਸਟੋ ਲਿਖਿਆ, ਤੁਹਾਨੂੰ ਪਤਾ ਨਹੀਂ ਸੀ ਵੀ 2013 ਦਾ ਪੰਜਾਬ 'ਚ ਬਣਿਆ ਹੋਇਆ? ਉਹ ਇਸ ਕਰਕੇ ਬਣਿਆ ਸੀ ਕਿ ਜਦੋਂ ਪੈਪਸੀ ਦੇ ਟਾਈਮ ਦੇ ਉੱਤੇ ਕਿਸਾਨ ਠੱਗੇ ਗਏ ਜੀ, ਤੇ ਜਦੋਂ ਮਾਰਕੀਟ 'ਚ ਰੇਟ ਘਟ ਗਿਆ ਆਲੂਆਂ ਦਾ, ਟਮਾਟਰਾਂ ਦਾ, ਤੇ ਕੰਪਨੀ ਨੇ ਚੁੱਕਣੇ ਬੰਦ ਕਰ ਦਿੱਤੇ। ਹਾਂਜੀ। ਉਦੋਂ ਕਿਸਾਨੀ ਨੂੰ ਬਚਾਉਣ ਵਾਸਤੇ 2013 'ਚ ਜਾਂਦਾ ਸੀ। ਤੇ ਮੈਂ ਰੰਧਾਵਾ ਸਾਹਿਬ ਨੂੰ ਇਹ ਪੁੱਛਿਆ, ਪਹਿਲੀ ਗੱਲ ਤਾਂ ਤੁਹਾਨੂੰ ਇਹਨਾਂ ਨਹੀਂ ਪਤਾ, ਤੁਸੀਂ ਮੈਨੀਫੈਸਟੋ 'ਚ ਦਿੱਤਾ ਵੀ ਕਾਨੂੰਨ ਬਣਿਆ ਹੋਇਆ ਸੀ। ਦੂਜੀ ਗੱਲ ਹੈ ਵੀ ਹੁਣ 4 ਸਾਲਾਂ 'ਚ ਜੇ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਤੇ ਇਹ ਦੱਸਦੇ ਵੀ ਇਸ ਕਾਨੂੰਨ ਦੇ ਬਣਨ ਨਾਲ ਨੁਕਸਾਨ ਕਿੰਨਾ ਹੋਇਆ ਕਿਸਾਨੀ ਨੂੰ, ਕਿਉਂਕਿ ਮੰਤਰੀ ਹੋ ਨਾ, ਤੁਹਾਡੇ ਕੋਲ ਅੰਕੜਾ ਹੋਣਾ ਚਾਹੀਦਾ। ਤੇ ਇਹ ਵੀ ਮੈਨੂੰ ਦੱਸ ਦਿਓ ਵੀ ਜੇ ਇੰਨਾ ਮਾੜਾ ਸੀ ਤੇ 4 ਸਾਲਾਂ 'ਚ ਤੁਸੀਂ ਖਤਮ ਕਿਉਂ ਨਹੀਂ ਕੀਤਾ? ਕਿੰਨਾ ਟਾਈਮ ਲੱਗਦਾ ਖਤਮ ਕਰਦੇ ਨੂੰ? ਇੰਨੀ ਤੁਹਾਡੇ ਕੋਲ ਮੈਜੋਰਟੀ ਹੈ, ਇੱਕ ਲਾਈਨ ਦੀ ਤੁਸੀਂ ਅਸੈਂਬਲੀ 'ਚ ਪੇਸ਼ ਕਰਨੀ ਹੈ ਤੇ ਖਤਮ ਹੋ ਜਾਂਦਾ। ਵੀ ਨਾ ਤੁਸੀਂ ਖਤਮ ਕੀਤਾ, ਨਾ ਤੁਹਾਨੂੰ ਬਣੇ ਦਾ ਪਤਾ, ਨਾ ਤੁਸੀਂ ਇਹਦੇ ਨੁਕਸਾਨ ਦੱਸੇ, ਤੇ ਕੱਲ੍ਹ ਪ੍ਰੈਸ ਕਾਨਫਰੰਸ ਕਰਕੇ ਆ ਗਏ ਵੀ ਇਹਦਾ ਕੀ ਫਾਇਦਾ? ਇਸ ਗੱਲ ਦਾ ਉਹਨੂੰ ਕੋਈ ਜਵਾਬ ਕੋਈ ਨਹੀਂ। ਜਿਵੇਂ ਸਾਹਿਬ ਇਹ ਨਾ ਰਾਜਨੀਤੀ, ਜਦੋਂ ਤੁਸੀਂ ਜਾਂ ਕੋਈ ਮੈਂ ਸਵਾਲ ਕਰਾਂ, ਜਦੋਂ ਉਹ ਰਾਜਨੀਤੀ ਵਾਲੇ ਵਿਹੜੇ 'ਚ ਰੱਖ ਲੈਂਦੇ ਨਾ, ਫਿਰ ਨਹੀਂ ਪਤਾ ਲੱਗਦਾ ਵੀ ਇਹਦਾ ਕੀ ਬਣੂਗਾ। ਪਰ ਮੈਂ ਸਮਝ ਗੱਲ, ਤੁਹਾਡੇ ਇਲਜ਼ਾਮ ਦੀ ਰਾਜਨੀਤੀ ਦੇਖੋ ਨਾ। ਅੱਛਾ ਮੇਰੀ ਗੱਲ ਸੁਣੋ ਵੀ ਇਹ ਜਿਹੜੇ ਹੁਣ ਵਿਚਾਰੇ ਜ਼ਿਮੀਂਦਾਰ ਸੜਕਾਂ ਤੇ ਬੈਠੇ ਆ, ਰੇਲ ਦੇ ਗਾਡਰਾਂ ਤੇ ਬੈਠੇ ਆ, ਉਹਨਾਂ ਨੂੰ ਇਹ ਲੱਗਦਾ ਵੀ ਯਾਰ ਅਸੀਂ ਲੁੱਟੇ ਪੁੱਟੇ ਜਾਵਾਂਗੇ, ਸਾਡਾ ਹੋਊਗਾ ਕੀ ਰਾਹ ਕੀ ਨਜ਼ਰ ਆਉਂਦਾ, ਇਹਦਾ ਕੀ ਹੱਲ ਹੈ? ਨਹੀਂ ਦੇਖੋ, ਗੱਲ ਇਹ ਹੈ ਕਿ ਮੈਂ ਸਮਝਦਾ ਕਿ ਕਿਸਾਨੀ ਨੂੰ ਇਸ ਤਰੀਕੇ ਇਗਨੋਰ ਕਰਨਾ, ਖਾਸ ਕਰਕੇ ਬਾਰਡਰ ਸਟੇਟ ਦੇ ਵਿੱਚ, ਇਹ ਵਾਜਬ ਨਹੀਂ ਹੈ ਦੇਸ਼ ਵਾਸਤੇ। ਅੱਜ ਵੀ ਦੇਖੋ ਗਵਰਨਮੈਂਟਾਂ ਦੀ ਪ੍ਰਾਇਓਰਟੀ ਜਿਹੜੀ ਹੈ ਨਾ, ਉਹ ਗਲਤ ਹੈ। ਅੱਜ ਵੀ 65% ਜਿਹੜੀ ਰੁਜ਼ਗਾਰ ਜੇ ਲੋਕਾਂ ਨੂੰ ਕੋਈ ਦੇ ਰਿਹਾ ਤਾਂ ਕਿਸਾਨੀ ਦੇ ਰਹੀ ਜੀ। ਸਾਡੇ ਦੇਸ਼ ਦੀ ਸਭ ਤੋਂ ਵੱਡੀ ਸਮੱਸਿਆ ਕਿਹੜੀ ਹੈ? ਬੇਰੁਜ਼ਗਾਰੀ, ਅਨਪਲਾਇਮੈਂਟ। ਤੇ ਅੱਜ ਵੀ ਜਿਹੜੀ ਕੈਟਾਗਰੀ 65% ਤੁਹਾਨੂੰ ਐਮਪਲਾਇਮੈਂਟ ਦੇ ਰਹੀ ਹੈ, ਜਿਹੜੀ ਤੁਹਾਡੇ ਦੇਸ਼ ਦੀ ਜਿਹੜੀ ਹੈ ਅਨਾਜ ਸੁਰੱਖਿਆ ਦੀ ਜਿਹੜੀ ਹੈਗੀ ਆ, ਉਹ ਸਿਕਿਉਰਿਟੀ ਦੇ ਰਹੀ ਹੈ। ਨਹੀਂ ਤਾਂ ਕਿੱਥੇ ਵਿਦੇਸ਼ਾਂ 'ਚੋਂ ਤੁਸੀਂ ਅਨਾਜ ਮੰਗਵਾਉਂਦੇ ਹੁੰਦੇ ਸੀ, ਤੇ ਕਿੱਥੇ ਉਹਨੇ ਮਿਹਨਤ ਕਰਕੇ ਤੇ ਇਸ ਲੈਵਲ ਦੇ ਉੱਤੇ ਲਾਇਆ ਜੀ। GDP ਦੇ ਵਿੱਚ ਅੱਜ ਦੀ ਡੇਟ ਦੇ ਵਿੱਚ 15% ਤੁਹਾਡੀ ਕਿਸਾਨੀ ਦੀ ਕੰਟਰੀਬਿਊਸ਼ਨ ਹੈ, ਹਾਲੇ ਕਿ ਪਹਿਲਾਂ 30% ਹੁੰਦੀ ਸੀ, ਹੁਣ 15% ਅੱਜ ਦੀ ਡੇਟ 'ਚ ਵੀ ਹੈ, ਛੋਟੀ ਨਹੀਂ ਹੈ ਜੀ। ਤਾਂ ਤੁਸੀਂ ਐਡੇ ਵੱਡੇ ਸੈਕਸ਼ਨ ਨੂੰ ਜੇ ਇੱਦਾਂ ਇਗਨੋਰ ਕਰਦੇ ਹੋ ਵੀ ਇੱਕ ਕੱਲ੍ਹ ਨੂੰ ਜੇ ਕਾਰਪੋਰੇਟ ਹਾਊਸ ਜਾਂ ਕੋਈ ਹੋਰ ਆ ਕੇ ਦਬਾਅ ਪਾਵੇ ਤੇ ਰਾਤੋਂ ਰਾਤ ਸਾਰੇ ਕਾਨੂੰਨ ਬਦਲ ਜਾਂਦੇ ਆ, ਤੇ ਜੇ ਸਾਰੇ ਕਿਸਾਨ ਜਿਹੜਾ ਹੈਗਾ ਉਹ ਦੂਜਾ ਅਸਮਾਨ ਥੱਲੇ ਪ੍ਰੋਟੈਸਟ ਕਰਕੇ ਬੈਠਾ, ਕਿਤੇ ਕੋਈ ਗਾਰਡਨ ਤੇ ਬੈਠਾ, ਕੋਈ ਕਿਤੇ ਬੈਠਾ, ਤਾਂ ਤੁਸੀਂ ਗੱਲ ਨਾ ਸੁਣੋ, ਇਹ ਵਾਜਬ ਨਹੀਂ ਹੈ। ਇਸੇ ਕਰਕੇ ਅਸੀਂ ਸੋਚਿਆ ਕਿ ਇੱਕ ਤਾਂ ਇਹ ਕਾਰਨ ਹੈ ਕਿ ਸਾਡੇ 13 MP ਹੈ ਜੀ, 13 ਵੀ ਅੱਗੋਂ ਵੰਡੇ ਜਾਂਦੇ ਆ ਜੀ ਜੀ।
ਦੱਸਿਆ ਨਾ ਭਗਵੰਤ ਮਾਨ ਜੇ 2.5 ਮਿੰਟਾਂ 'ਚ ਸਵਾ 2 ਮਿੰਟ ਸਾਡੇ ਖਿਲਾਫ ਬੋਲਣਾ ਤਾਂ ਕੀ ਤੁਸੀਂ ਭਲਾ ਕਰੋਗੇ ਪੰਜਾਬ ਦਾ। ਇਹ ਅਸੀਂ ਹੁਣ ਕੋਸ਼ਿਸ਼ ਕੀਤੀ ਕਿ ਰੀਜਨਲ ਪਾਰਟੀਆਂ ਨੇ, ਕੁਝ ਪਾਰਟੀਆਂ ਨੇ ਸਾਡੇ ਸਟੈਂਡ ਦਾ ਸਮਰਥਨ ਕੀਤਾ, ਕਾਫੀ ਪਾਰਟੀਆਂ ਨੇ ਜੀ, ਉਹਨਾਂ ਨੇ ਟਵੀਟ ਵੀ ਕੀਤੇ, ਸਾਨੂੰ ਨਾਲ ਗੱਲਬਾਤ ਵੀ ਕੀਤੀ। ਸਾਡੀ ਹੁਣ ਕੋਸ਼ਿਸ਼ ਹੈ ਕਿ ਉਹਨਾਂ ਪਾਰਟੀਆਂ ਦੇ ਨਾਲ ਤਾਲਮੇਲ ਕਰਕੇ ਇੱਕ ਜਿਹੜੀ ਹੈਗੀ ਆ ਇਹਨਾਂ ਇਸ਼ੂਜ਼ ਦੇ ਉੱਤੇ ਜਿਹੜੇ ਕਿਸਾਨੀ ਦੇ ਦੂਜੇ ਨੇ ਇੱਕ ਵੱਡਾ ਪਲੇਟਫਾਰਮ ਤਿਆਰ ਕੀਤਾ ਜਾਵੇ, ਤਾਂ ਜੋ ਜੇ ਨੰਬਰ ਹੋਊਗਾ ਐਮਪੀਜ਼ ਦਾ ਤਾਂ ਫਿਰ ਸੈਂਟਰ ਹਿੱਲੂਗਾ। ਹੁਣ ਜੇ ਪਰ ਕਿ ਵੱਖ-ਵੱਖ ਸਟੇਟਾਂ ਚੋਂ ਜਿਹੜੀਆਂ ਰੀਜਨਲ ਪਾਰਟੀ ਨੇ ਜਿਨ੍ਹਾਂ ਦੇ ਖਿਆਲ ਤੁਹਾਡੇ ਨਾਲ ਮਿਲਦੇ ਆ ਉਹਨਾਂ ਨੂੰ ਅਸੀਂ ਸ਼ੁਰੂ ਕਰ ਦਿੱਤਾ ਕੰਮ, ਕਿਉਂਕਿ ਅਸੀਂ ਉਹਨਾਂ ਨੂੰ ਇਕੱਠੇ ਕਰਕੇ ਫਿਰ ਇਕੱਠੇ ਹੋ ਕੇ ਫਿਰ ਦੁਬਾਰਾ ਸੈਸ਼ਨ ਤਾਂ ਫਿਰ ਆਈ ਜਾਣਾ ਅੱਗੋਂ। ਹੁਣ ਫਿਰ ਫਰਵਰੀ 'ਚ ਸੈਸ਼ਨ ਆ ਜਾਣਾ। ਇੱਥੇ ਚੀਮਾ ਸਾਹਿਬ ਜਿਨ੍ਹਾਂ ਨਾਲੋਂ ਤੋੜ ਛੋੜਾ ਤੁਸੀਂ ਕੀਤਾ, ਉਹਨਾਂ ਨੇ ਜਿਸ ਹਿਸਾਬ ਨਾਲ ਸਕੂਟਰ ਦੀ ਕਿੱਕ ਮਾਰ ਕੇ ਤੇ ਰੇਸ ਚੱਕ ਲਈ, ਤੁਹਾਨੂੰ ਲੱਗਦਾ ਉਹ ਮੁੜਨਗੇ? ਉਹ ਤਾਂ ਕਹਿੰਦੇ ਪਿੰਡ ਜਾਵਾਂਗੇ, ਅਸੀਂ ਸਮਝਾ ਦਿਆਂਗੇ, ਬਹੁਤੀ ਗੱਲ ਹੋਊ ਤਾਂ ਕਿਸਾਨਾਂ ਨੂੰ ਆਪਾਂ ਸਿੱਧਾ ਪ੍ਰਧਾਨ ਮੰਤਰੀ ਨਾਲ ਮਿਲਾ ਦਿਆਂਗੇ, ਤੁਹਾਨੂੰ ਤਾਂ ਬਾਈਪਾਸ ਹੀ ਕਰੀ ਬੈਠੇ ਉਹ। ਨਹੀਂ ਦੇਖੋ ਗੱਲ ਹੈ, ਕੋਈ ਗੱਲ ਨਹੀਂ, ਇਹ ਡੈਮੋਕ੍ਰੇਸੀ ਆ, ਉਹਨਾਂ ਦਾ ਵੀ ਆਪਣਾ ਰਾਈਟ ਆ। ਅਸੀਂ ਤਾਂ ਕਹਿੰਦਾ ਜਾਣ ਲੋਕਾਂ 'ਚ ਵਿਚਰਨ, ਕਿਸਾਨਾਂ ਕੋਲ ਜਾਣ। ਕੱਲ ਚੌਕ ਸਾਹਿਬ ਗਏ ਆ, ਕਾਫੀ ਕਿਸਾਨਾਂ ਨੇ ਉਹਨਾਂ ਨੂੰ ਸਮਝਾਇਆ, ਕੁਛ ਉਹਨਾਂ ਨੇ ਕਿਸਾਨਾਂ ਨੂੰ ਸਮਝਾਇਆ, ਫਿਰ ਰਾਜਨੀਤੀ ਹੋਰ ਜਾਣਗੇ ਤੇ ਫਿਰ ਉਹਨਾਂ ਨੂੰ ਸਾਡੀ ਗੱਲ ਵੀ ਠੀਕ ਲੱਗੂ ਜੀ। ਇਸ ਕਰਕੇ ਸਾਡੇ ਭਰਾ ਨੇ, ਅਸੀਂ ਤਾਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਵੀ ਤੁਹਾਨੂੰ ਸ਼ੌਕ ਵੀ ਸੀਗਾ ਜਾਣ ਦਾ ਤੇ ਤੁਸੀਂ ਜਾਓ, ਮਿਲੋ, ਸਾਰਿਆਂ ਨਾਲ ਬੈਠੋ, ਕਿਉਂਕਿ ਅਸੀਂ ਤਾਂ ਪਹਿਲਾਂ ਹੀ ਦੂਜਾ ਉਹਨਾਂ ਦੇ ਵਿੱਚੋਂ ਹੀ ਆ, ਸਾਨੂੰ ਤਾਂ ਚੱਲਦਾ ਰਹਿੰਦਾ। ਸਾਡੇ ਨਾਲ ਤੇ ਉਹ ਗੁੱਸੇ ਵੀ ਹੁੰਦੇ, ਗਿਲੇ ਵੀ ਹੁੰਦੇ, ਚੱਲਦਾ ਵੀ ਹੁੰਦਾ, ਪਿਆਰ ਵੀ ਹੁੰਦਾ, ਉਹ ਤਾਂ ਕੰਟੀਨਿਊਸ ਪ੍ਰੋਸੈਸ ਹੈ ਕਿ ਰਿਸ਼ਤਾ ਹੈ ਉਹ ਹਮੇਸ਼ਾ ਰਹਿੰਦਾ। ਇਸ ਕਰਕੇ ਜੋ ਕਹਿੰਦੇ ਅਸੀਂ ਸਿਰ ਮੱਥੇ ਸਵੀਕਾਰ ਵੀ ਕਰਦੇ ਹਾਂ, ਉਹਨਾਂ ਨਾਲ ਖੜਦੇ ਵੀ ਹਾਂ। ਪਰ ਇਹ ਵੀ ਜਾਣ, ਮੇਰੇ ਖਿਆਲ ਜਦੋਂ ਜਾਣਗੇ ਤਾਂ ਗਰਾਊਂਡ ਰਿਐਲਿਟੀ ਇਹਨਾਂ ਨੂੰ ਪਤਾ ਲੱਗੇਗੀ, ਕਿਉਂਕਿ ਅਸੀਂ ਚਾਹੁੰਦੇ ਸੀ ਪਹਿਲਾਂ ਕਿ ਨੈਸ਼ਨਲ ਲੈਵਲ ਤੇ ਪ੍ਰਾਈਮ ਮਿਨਿਸਟਰ ਅੱਗੇ ਆ ਕੇ ਇੰਟਰਵੀਨ ਕਰਨ ਤੇ ਸ਼ਾਇਦ ਭਰੋਸਾ ਕਿਸਾਨੀ ਦਾ ਵੱਧ ਜਾਏ। ਪਰ ਉਦੋਂ ਪ੍ਰਧਾਨ ਮੰਤਰੀ ਜੀ ਕਹਿੰਦੇ ਆਉਣਗੇ ਨਹੀਂ ਜੀ, ਇਹ ਉਨ੍ਹਾਂ ਕੰਮ ਨਹੀਂ ਹੈ। ਤੇ ਹੁਣ ਪ੍ਰਧਾਨ ਮੰਤਰੀ ਜਾਂਦੇ ਹੀ ਨਹੀਂ, ਰੋਜ਼ ਹੀ ਟੀਵੀ ਤੇ ਕਹਿੰਦੇ, ਤੇ ਇਹ ਜੋ ਉੱਧਰ ਕੋਸ਼ਿਸ਼ ਕਰ ਲੈਂਦੇ, ਤੇ ਇਸ ਕਰਕੇ ਜਿਹੜੀ ਹੈ ਇਹਦਾ ਅਸਰ ਤਾਂ ਪਿਆ। ਅੱਛਾ, ਇੱਕ ਚੀਜ਼ ਚੀਮਾ ਸਾਹਿਬ ਬੜੀ ਪੁਰਾਣੀ ਅਸੀਂ ਵੀ ਡਿਸਕਸ ਕਰਦੇ ਸੀ ਇੱਥੇ ਹੀ, ਪ੍ਰਾਈਮ ਮਿਨਿਸਟਰ ਦੇ ਬਹੁਤ ਵਾਰੀ ਗੱਲ ਕੀਤੀ, ਜਦੋਂ ਤੁਹਾਨੂੰ ਯਾਦ ਹੋਣਾ ਦਿੱਲੀ ਵਾਲੀ ਜਦੋਂ ਇਲੈਕਸ਼ਨ ਹੋਈ, ਉਦੋਂ ਜਿਵੇਂ ਅਕਾਲੀ ਦਲ ਨੂੰ ਇਗਨੋਰ ਕੀਤਾ ਗਿਆ, ਹਰਿਆਣਾ 'ਚ ਜਿਵੇਂ ਇਗਨੋਰ ਕੀਤਾ ਗਿਆ, ਬੜੀ ਵਾਰ ਇਹ ਚਰਚਾ ਸੀ ਇੱਥੋਂ ਲੋਕਲ, ਈਵਨ ਹੁਣ ਵੀ ਕਹਿ ਰਹੇ ਜਿਹੜੇ ਸਾਬਕਾ ਭਾਜਪਾ ਦੇ ਕਹਿ ਲਓ ਕਿ ਮੰਤਰੀ ਰਹੇ ਪੰਜਾਬ ਸਰਕਾਰ ਦੇ ਵਿੱਚ, ਉਹ ਕਹਿੰਦੇ ਵੀ ਅਸੀਂ ਤਾਂ ਸ਼ੁਰੂ ਤੋਂ ਚਾਹੁੰਦੇ ਸੀ ਯਾਰ ਭਜਾ ਦਿਓ, ਉਹਨਾਂ ਨੂੰ ਤੋੜ ਛੋੜਾ ਕਰ ਲਓ, ਸਾਡੇ ਕੋਲ 117 ਬੰਦੇ ਹੈਗੇ, ਅਸੀਂ ਲੜ ਲਾਂਗੇ। ਕਿਤੇ ਉਹ ਸੋਚ ਜਿਹੜੀ ਹੈ ਉਹਨੂੰ ਬੂਰ ਤੇ ਨਹੀਂ ਪੈਣ ਲੱਗ ਪਿਆ ਵੀ ਯਾਰ ਆਪਾਂ ਨੂੰ ਹੁਣ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਲੋੜ ਨਹੀਂ? ਮੰਨਦੇ ਹੋ ਪਾਰਟੀ ਤੁਹਾਡੀ ਮੰਨਦੀ? ਸਿੱਖ ਦੇਸ਼ ਦੇ ਵਿੱਚ ਮਿਨੋਰਟੀ ਦੇ ਵਿੱਚ ਕੋਈ ਸਮਾਂ ਸੀ, ਤੁਸੀਂ ਮਾਝੇ ਨੂੰ ਬਿਲੋਂਗ ਕਰਦੇ ਹੋ ਜੀ, ਅੱਛੀ ਤਰ੍ਹਾਂ ਸਮਝਦੇ ਹੋ, ਬੜਾ ਪੁਰਾਣਾ ਦਰਦ ਹੈ, ਪੁਰਾਣੇ ਜ਼ਖਮ ਹੈ ਜੀ। ਇੱਕ ਸਮਾਂ ਸੀ ਕਿ ਸਾਰੇ ਦੇਸ਼ ਦੇ ਵਿੱਚ ਕਾਂਗਰਸ ਨੇ ਹਰ ਸਿੱਖ ਨੂੰ ਅੱਤਵਾਦੀ, ਵੱਖਵਾਦੀ ਡਿਕਲੇਅਰ ਕਰਤਾ ਸੀ ਜੀ। ਸਾਨੂੰ ਸ਼ੰਭੂ ਬੈਰੀਅਰ ਤੋਂ ਬਾਹਰ, ਈਵਨ ਪੰਜਾਬ ਦੇ ਵਿੱਚ ਤਾਂ ਹੈ ਹੀ ਸੀ, ਸ਼ੰਭੂ ਬੈਰੀਅਰ ਕ੍ਰਾਸ ਕਰਕੇ ਵੀ ਉਸੇ ਨਜ਼ਰਾਂ ਨਾਲ ਦੇਖਣ ਲੱਗਿਆ ਸੀ ਕਿ ਅੱਤਵਾਦੀ ਆ, ਵੱਖਵਾਦੀ ਆ। ਇੰਨਾ ਇੰਦਰਾ ਗਾਂਧੀ ਦੇ ਟਾਈਮ ਤੇ ਸਾਡੇ ਅਗੇਂਸਟ ਪ੍ਰਚਾਰ ਹੋਇਆ। ਵਾਜਪੇਈ ਸਾਹਿਬ ਦੇ ਇਸ ਅਲਾਇੰਸ ਤੋਂ ਬਾਅਦ ਜਿਹੜੀ ਬੜੀ ਵੱਡੀ ਗਿਣਤੀ ਸਿੱਖਾਂ ਦੀ ਦੂਜੇ ਸੂਬਿਆਂ 'ਚ ਵੀ ਬੈਠੀ ਹੈ, ਇੱਕ ਉਹਨਾਂ ਨੂੰ ਵੀ ਰਿਸਪੈਕਟ, ਇੱਜ਼ਤ, ਹੌਸਲਾ, ਸੁਰੱਖਿਆ ਜਿਹੜੀ ਹੈ ਕੁਛ ਹੱਦ ਤੱਕ ਮਿਲੀ ਜੀ। 1984 ਦਾ ਕਤਲੇਆਮ ਵੀ ਦਿੱਲੀ 'ਚ ਲੋਕਾਂ ਨੇ ਦੇਖਿਆ। ਇਸ ਕਰਕੇ ਇਹਨਾਂ ਹਾਲਾਤਾਂ ਤੋਂ ਦੇਖ ਕੇ ਜਦੋਂ ਵੱਡੀਆਂ ਗੱਲਾਂ ਸੋਚੀਆਂ ਜਾਂਦੀਆਂ ਤਾਂ ਫਿਰ ਇਹ ਹੁੰਦਾ ਕਿ ਬਹੁਤ ਵੱਡੀ ਗਿਣਤੀ ਸਾਡੇ ਭਰਾਵਾਂ ਦੀ ਦੂਜੀਆਂ ਸਟੇਟਾਂ 'ਚ ਵੀ ਬੈਠੀ ਹੁੰਦੀ ਹੈ। ਕੁਛ ਅਲਾਇੰਸ ਦੇ ਫਾਇਦੇ ਹੁੰਦੇ ਆ ਕਿ ਜੇ ਯੂਪੀ 'ਚ ਝਗੜਾ ਪਿਆ ਸੀ, ਮੈਂ ਗਿਆ, ਚੰਦੂ ਮਾਜਰਾ ਸਾਹਿਬ ਗਏ, ਉੱਥੇ ਅਸੀਂ ਗਵਰਨਮੈਂਟ ਲੈਵਲ 'ਤੇ ਬੀਬੀ ਹਰਸਿਮਰਤ ਕੌਰ ਨੇ ਬੜਾ ਵੱਡਾ ਰੋਲ ਪਲੇ ਕੀਤਾ, ਟਾਈ ਅਪ ਕੀਤਾ, ਉਹਨਾਂ ਦੀਆਂ ਮੁਸ਼ਕਲਾਂ ਹੱਲ ਕਰਾਈਆਂ। ਰੋਜ਼ ਹੀ ਸਾਡਾ ਕਿਸੇ ਨਾ ਕਿਸੇ ਸਟੇਟ ਦੇ ਵਿੱਚ ਰੌਲਾ ਪੈਂਦਾ ਜੀ। ਇਸ ਕਰਕੇ ਇੱਕ ਸਿਆਣਪ ਵੀ ਸੀ ਕਿਸੇ ਨਾ ਕਿਸੇ ਨਾਲ ਦੇਸ਼ ਦੇ ਵਿੱਚ ਚੱਲਣਾ ਵੀ ਕੋਈ ਮਾੜੀ ਗੱਲ ਨਹੀਂ ਜੀ। ਪਰ ਇਹ ਹੈ ਕਿ ਜੇ ਫਿਰ ਹੁਣ ਇੱਕ ਸਟੇਜ ਇੱਦਾਂ ਦੀ ਆ ਜਾਵੇ ਕਿ ਦੂਜਾ ਸਮਝੇ ਹੀ ਨਾ ਕਿ ਤੁਹਾਡੀ ਜਿਹੜੀ ਹੈ ਇਹ ਸੁਹਿਰਦਤਾ ਜਾਂ ਇਮਾਨਦਾਰੀ ਜਾਂ ਇਹ ਸਾਰੇ ਜਿਹੜੇ ਵੱਡੇ ਕੰਮਾਂ ਕਰਕੇ ਜਿਹੜੇ ਕਰਕੇ ਤੁਸੀਂ ਚੱਲਦੇ ਹੋ, ਤੇ ਫਿਰ ਕਿਤੇ ਨਾ ਕਿਤੇ ਜਿਹੜੀ ਹੈ ਉਹਦੇ ਨਾਲ ਰਿਸ਼ਤਿਆਂ ਦੇ ਵਿੱਚ ਫਿੱਕਤ ਆਉਂਦੀ ਹੈ। ਪਰ ਕੋਸ਼ਿਸ਼ ਇਹ ਸੀ ਵੀ ਨਾ ਆਵੇ। ਇਸੇ ਕਰਕੇ ਸੀਏ ਦਾ ਜਦੋਂ ਟਾਈਮ ਸੀਗਾ ਸਾਨੂੰ ਬਲੇਮ ਉਦੋਂ ਵੀ ਕੁਛ ਮਿਲਿਆ, ਪਰ ਉਦੋਂ ਅਫਗਾਨਿਸਤਾਨ ਦੇ ਸਿੱਖਾਂ ਦਾ ਐਡਾ ਵੱਡਾ ਮਸਲਾ ਸੀ ਕਿ ਜਦੋਂ ਅਸੀਂ ਉਹਨਾਂ ਨਾਲ ਦੇਖਦੇ ਸੀ ਕਿ 25-30 ਹਜ਼ਾਰ ਵਿਚਾਰੇ 20-25 ਸਾਲ ਤੋਂ 30 ਸਾਲ ਤੋਂ ਦਿੱਲੀ 'ਚ ਬੈਠੇ ਆ, ਤੁਹਾਡਾ ਰਾਸ਼ਨ ਕਾਰਡ ਨਾ ਹੋਵੇ, ਤੁਹਾਡੀ ਆਇਡੈਂਟੀਟੀ ਨਾ ਹੋਵੇ, ਦੂਜੀ ਨਾ ਹੋਵੇ, ਤੇ ਅਸੀਂ ਉਹਨਾਂ ਨੂੰ ਵਾਰ-ਵਾਰ ਲੈ ਕੇ ਜਾਂਦੇ ਸੀ। ਤੇ ਚਲੋ ਅਸੀਂ ਇਹ ਸੀ ਕਿ ਇਹਨਾਂ ਕੋ ਬਣਿਆ ਤੇ ਇਹ ਘੱਟੋ ਘੱਟ ਇਹਨਾਂ ਦਾ ਦੁੱਖ ਕੱਟਿਆ ਜਾਏ। ਹੁਣ ਵੀ ਵਿਚਾਰੇ ਉਹ ਦੇਖੋ ਅਫਗਾਨਿਸਤਾਨ ਤੋਂ ਆ ਕੇ ਜਿਹੜੇ ਬਾਕੀ ਰਹਿ ਗਏ ਸੀ ਉੱਥੇ ਖਤਮ ਹੀ ਹੋ ਗਿਆ ਕੰਮ ਸਾਰਾ। ਇਸ ਕਰਕੇ ਕਈ ਚੀਜ਼ਾਂ ਜਿਹੜੇ ਆ ਕਈ ਇਸ ਗੱਲ ਤੋਂ ਵੀ ਦੇਖੇ ਜਾਂਦੇ ਆ ਕਿ ਚਲੋ ਵਡੇਰੇ ਹਿੱਤਾਂ ਨੂੰ ਲੈ ਕੇ ਕਈ ਵਾਰੀ ਤੁਸੀਂ ਪਰਸਨਲ ਲੈਵਲ ਤੇ ਕੋਈ ਨੁਕਸਾਨ ਵੀ ਹੁੰਦਾ, ਪਾਰਟੀ ਲੈਵਲ ਤੇ ਤੁਸੀਂ ਸੋਚਦੇ ਹੋ ਕਿ ਬਹੁਤ ਵੱਡੀ ਗਿਣਤੀ ਪੰਜਾਬੀਆਂ ਦੀ, ਸਿੱਖਾਂ ਦੀ ਬਾਹਰ ਬੈਠੀ ਆ, ਹੋਰ ਵੀ ਮਸਲੇ ਹੁੰਦੇ ਆ। ਬਿਲਕੁਲ। ਪਰ ਸਟੇਜ ਕਈ ਵਾਰੀ ਇਦਾਂ ਦੀ ਵੀ ਆ ਜਾਂਦੀ ਹੈ ਵੀ ਫਿਰ ਹਾਰ ਕੇ ਤੁਹਾਨੂੰ ਅੱਖ ਚੱਬਣਾ ਪੈਂਦਾ। ਅੱਛਾ ਚੀਮਾ ਸਾਹਿਬ, ਇਹ ਦੱਸੋ ਹੁਣ ਗਾਂਹ ਕੋ ਆਸ ਉਮੀਦ ਹੈਗੀ ਹੈ ਦੁਬਾਰਾ ਭਾਜਪਾ ਨਾਲ ਕੋਈ ਗੱਲ ਬਣ ਜਾਵੇ ਕਿਸੇ ਮੋੜ ਤੇ ਆ ਕੇ, ਕਿ ਨਹੀਂ ਲੱਗਦਾ ਕਿ ਵੀ ਉਹਨਾਂ ਨੂੰ ਇੱਕ ਨਾ ਘੋੜੇ ਭਜਾ ਲੈਣ ਦੇ, ਜਦੋਂ ਤੁਸੀਂ ਕਿਹਾ ਵੀ ਯਾਰ ਇੱਕ ਨਾ ਪਿੰਡਾਂ 'ਚ ਜਾ ਕੇ ਵੇਖ ਹੀ ਲੈਣ?
ਨਹੀਂ ਮੇਰੇ ਖਿਆਲ ਇਹ ਨਹੀਂ ਕੋਈ ਹਾਲੇ ਅੱਜ ਤਾਂ ਕੁਝ ਨਹੀਂ ਕਿਹਾ ਜਾ ਸਕਦਾ, ਕਿਉਂਕਿ ਹਾਲੇ ਤੇ ਤਾਜ਼ਾ ਕੰਮ ਹੋ ਕੇ ਹਟਿਆ। ਇਸ ਕਰਕੇ ਹਾਲੇ ਤੇ ਪਹਿਲੇ ਲੜਾਈ ਕਿਸਾਨੀ ਦੀ ਹੈ, ਉਹਨੂੰ ਇਨਸਾਫ ਲੈ ਕੇ ਦੇਣ ਦੀ ਹੈ। ਇਸ ਕਰਕੇ ਬਾਕੀ ਕੱਲ ਕੀ ਹੋਊਗਾ ਇਹ ਜਾਂ ਤਾਂ ਜੋਸ਼ੀ ਦੱਸ ਸਕਦਾ ਜਾਂ ਕੱਲ ਹੀ ਦੱਸ ਸਕਦਾ। ਇਸ ਕਰਕੇ ਅੱਜ ਉਹਨਾਂ ਚੀਜ਼ਾਂ ਦੇ ਉੱਤੇ ਕਮੈਂਟ ਕਰਨਾ ਬੜਾ ਮੁਸ਼ਕਲ ਹੈ, ਕਿਉਂਕਿ ਰਾਜਨੀਤੀ ਕੋਈ ਇਹ ਨਹੀਂ ਹੁੰਦਾ ਕਿ ਮਨਾਂ ਦਾ ਫਰਕ ਹੈ। ਰਾਜਨੀਤੀ ਅਸੂਲਾਂ ਦੀ ਹੈ, ਰਾਜਨੀਤੀ ਸਿਧਾਂਤਾਂ ਦੀ ਹੈ। ਇਸ ਕਰਕੇ ਕੱਲ ਨੂੰ ਕੀ ਹੁੰਦਾ ਹੈ ਇਹ ਸਮੇਂ ਦੇ ਮੁਤਾਬਕ ਜਿਹੜਾ ਉਹਦੇ ਅੱਜ ਲੱਗਦਾ ਹੁੰਦਾ ਕਿ ਆਹ ਪਾਰਟੀ ਹੈ ਸਾਰੀ ਉਮਰ ਜਾਣੀ ਨਹੀਂ। ਕਿਸੇ ਵੇਲੇ ਕਾਂਗਰਸ ਦਾ ਐਂ ਲੱਗਦਾ ਸੀ ਵੀ ਇਹ ਤਾਂ ਹੁਣ ਇਹੋ ਹੀ ਨੇ ਬਸ ਹੁਣ ਇਹੀ ਹੈ, ਪਰ ਹੁਣ ਅੱਜ ਹੈਗਾ ਕਿ ਪਾਰਟੀ ਦੀ ਹੋਂਦ ਖਤਮ ਹੋ ਚੱਲੀ। ਇਸ ਕਰਕੇ ਪਤਾ ਨਹੀਂ ਹੁੰਦਾ ਕੱਲ ਦਾ ਕੀ ਹੋਵੇ। ਇਸ ਕਰਕੇ ਮੌਕੇ ਦੇ ਮੁਤਾਬਕ ਜੋ ਇੱਕ ਦੋ ਨਾ ਤੁਹਾਡੀ ਪਾਰਟੀ ਦੇ ਜਿਹੜੇ ਇਲਜ਼ਾਮ ਨੇ, ਮੈਂ ਲੋਕਾਂ ਦੇ ਮਨਾਂ 'ਚ ਸਵਾਲ ਸ਼ਿਕਵੇ ਨੇ, ਮੈਂ ਕਿਹਾ ਪੁੱਛ ਲਈਏ। ਉਹ ਇਹ ਕਹਿੰਦੇ ਆ ਕਿ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਬੀਜੇਪੀ ਵਾਲਿਆਂ ਭੇਜਿਆ। ਮੈਂ ਲੋਕਾਂ ਦੀ ਵਰਡਿੰਗ ਤੋਂ ਐਜ਼ ਇਟ ਇਜ਼ ਦੱਸਣ ਲੱਗਾ, ਬੀਜੇਪੀ ਵਾਲਿਆਂ ਭੇਜਿਆ ਪੰਜਾਬ 'ਚ ਵੀ ਆਪਾਂ ਕਰਦੇ ਹਾਂ ਡਰਾਮਾ, ਆਪਾਂ ਹੋ ਜੀ ਅੱਡੋ ਅੱਡ, ਜਿਹੜੇ ਕਾਡਰਾਂ ਦੇ ਬੈਠੇ ਜੱਟ ਨੇ ਉਹਨਾਂ ਦਾ ਆਪਾਂ ਸੰਘਰਸ਼ ਤਾਰਪੀੜੋ ਕਰੀਏ। ਇਸੇ ਕਰਕੇ ਜਦੋਂ 25 ਵਾਲਾ ਬੰਦ ਸੀਗਾ ਉਦੋਂ ਅਕਾਲੀ ਦਲ ਨੇ ਆਪਣਾ ਚੱਕਾ ਜਾਮ ਰੱਖ ਲਿਆ। ਇਹ ਭਗਵੰਤ ਮਾਨ ਹੋਣੀ ਵੀ ਕਹਿੰਦੇ ਵੀ ਜਦੋਂ ਬੰਦ ਹੀ ਹੈ ਤਾਂ ਫਿਰ ਚੱਕਾ ਜਾਮ ਇੱਕੋ ਹੀ ਗੱਲ ਹੈ। ਫਿਰ ਸਾਰੇ ਬੰਦੇ ਜਿਹੜੇ ਨੇ ਉਹ ਇਸ ਵਕਤ ਆਪਣਾ ਦੇ ਰਹੇ ਆ ਵੀ ਅਸੀਂ ਇਸ ਤਰੀਕ ਨੂੰ ਆਹ ਕਰਨਾ ਚਾਹੀਦਾ। 1 ਅਕਤੂਬਰ ਨੂੰ ਕਹਿੰਦੇ ਕਿ ਵੀ ਪੂਰੇ ਸਟੇਟ ਦੇ ਵਿੱਚ ਆਪਾਂ ਰੇਲਾਂ ਰੋਕਣੀਆਂ ਸੀ। ਉਸ ਦਿਨ ਅਕਾਲੀ ਦਲ ਨੇ ਆਪਣਾ ਇੱਕ ਮਾਰਚ ਰੱਖ ਲਿਆ, ਉਹਦੇ ਵਿੱਚ ਵੀ ਰਿਲੀਜੀਅਸ ਰੰਗਤ ਦੇ ਦਿੱਤੀ ਕਿ ਆਪਾਂ ਅਲੱਗ-ਅਲੱਗ ਤਖਤ ਸਾਹਿਬਾਨਾਂ ਤੋਂ ਜਾਵਾਂਗੇ। ਅਤੇ ਉਹ ਇੱਕ ਤਰ੍ਹਾਂ ਦਾ ਜਿਹੜਾ ਪਾਰਟੀ ਦਾ ਰੋਡ ਸ਼ੋਅ ਬਣ ਗਿਆ, ਉਹਦੇ 'ਚ ਕਿਸਾਨੀ ਮੁੱਦੇ ਰੁਲ ਗਏ। ਇਹਨਾਂ ਦੋਵਾਂ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ? ਪਹਿਲਾਂ ਉਹ ਇਲਜ਼ਾਮ ਕਿ ਵੀ ਇੱਕ ਤਰ੍ਹਾਂ ਨਾਲ ਉੱਤੋਂ ਨਿਖੜ ਕੇ ਆਣ ਕੇ ਤੇ ਸਕੀਮ ਲਾ ਰਹੇ ਆ, ਇਸੇ ਕਰਕੇ ਜਿਸ ਦਿਨ ਕਿਸਾਨਾਂ ਦਾ ਕੋਈ ਪ੍ਰੋਗਰਾਮ ਹੁੰਦਾ ਆਪਣਾ ਪ੍ਰੋਗਰਾਮ ਦੇ ਦਿੰਦੇ ਆ। ਅਤੇ ਦੂਸਰਾ ਇਹ ਕਿ ਵੀ ਉਸ ਚੀਜ਼ ਨੂੰ ਹਾਈਜੈਕ ਕਰਨ ਲਈ ਆਪਣੀ ਪਾਰਟੀ ਦੇ ਉਭਾਰ ਲਈ ਵਰਤਿਆ ਜਾ ਰਿਹਾ ਇਸ ਮੁੱਦੇ ਨੂੰ। ਇਹਨਾਂ ਦੋ ਗੱਲਾਂ ਹੈ। ਪਹਿਲਾਂ ਸਾਡੇ ਤੇ ਫੈਸਲੇ ਜਿਹੜੇ ਹੁੰਦੇ ਆ ਉਹ ਡੈਮੋਕ੍ਰੇਟਿਕ ਪ੍ਰਕਿਰਿਆ ਦੇ ਨਾਲ ਕੋਰ ਕਮੇਟੀ, ਵਰਕਿੰਗ ਕਮੇਟੀ ਉਹਨਾਂ 'ਚ ਵਿਚਾਰ ਕੇ ਹੁੰਦੇ ਜੀ, ਕਿਉਂਕਿ ਪੁਰਾਣੀ ਪਾਰਟੀ ਹੈ, 100 ਸਾਲ ਪੁਰਾਣੀ ਹੋ ਗਿਆ ਪਾਰਟੀ ਨੂੰ। ਜੀ ਜਿਸ ਦਿਨ ਇਹ ਇਸ਼ੂ ਬਣਿਆ ਸੀ ਸਾਡੀ ਕੋਰ ਕਮੇਟੀ ਦੀ ਮੀਟਿੰਗ ਹੋਈ ਸੀਗੀ, ਉਹ ਸਾਰੀਆਂ ਗੱਲਾਂ ਵਿਚਾਰੀਆਂ ਗਈਆਂ ਸੀ। ਪਹਿਲੇ ਤਾਂ ਸੀ ਕਿ 25 ਦਾ ਬੰਦ ਹੈ ਜੀ, ਤੇ ਸਾਡੀ ਪਾਰਟੀ ਜਿਹੜੀ ਖੁਦ ਕਿਸਾਨੀ ਦੇ ਨਾਲ ਬਹੁਤ ਨੇੜੇ ਤੋਂ ਜੁੜੀ ਹੋਈ ਹੈ ਜੀ। ਤੇ ਉਹਦੇ ਵਿੱਚ ਸਾਡੇ ਮੈਜੋਰਟੀ ਦੇ ਲੀਡਰ ਸੀ ਵੀ ਕੱਲਾ ਲਿਪ ਸਿੰਪਥੀ ਨਾ ਦਿਓ, ਆਪਾਂ ਵੀ ਕੁਝ ਕਰੀਏ। ਅੱਛਾ ਜੀ, ਗਰਾਊਂਡ ਲੈਵਲ ਤੇ ਨਿਕਲੀਏ ਗੱਲ ਜਾ ਵੀ ਆਪਾਂ ਵੀ ਕੁਝ ਕਰੀਏ। ਦੇਖੋ ਆਪਾਂ ਜੇ ਹੁਣ ਖੜਨਾ ਹੈ ਫਿਰ ਕਿਸਾਨੀ ਨਾਲ ਫਿਰ ਪੂਰੀ ਤਰ੍ਹਾਂ ਖੜੋ, ਫਿਰ ਆਪਣੀ ਸ਼ਕਤੀ ਪੂਰੀ ਝੋਕੋ। ਤੇ ਸ਼ਕਤੀ ਝੋਕਣ ਦਾ ਤਰੀਕਾ ਹੁੰਦਾ ਕਿ ਸਾਂਝੇ ਥਾਂ ਤੇ ਜੋ ਸਾਡਾ ਪਾਰਟੀਆਂ ਦਾ ਤਜਰਬਾ ਹੈ ਵੀ ਸਾਂਝੇ ਥਾਂ ਤੇ ਡਿਊਟੀ ਜਾਂਦਾ ਕੋਈ ਨਹੀਂ, ਉਹ 'ਚ ਸਾਡੇ ਕੋਲ ਇਹੀ ਹੁੰਦਾ ਫਿਰ ਆਪੋ ਆਪਣਾ ਹਲਕਾ ਸਾਂਭੋ ਤੇ ਹਰ ਹਲਕੇ 'ਚ ਚੱਕਾ ਜਾਮ ਹੋਊਗਾ 3 ਘੰਟੇ। ਅੱਛਾ ਜੀ, ਸਾਡਾ ਐਂਗਲ ਆਪਣਾ ਮਤਲਬ ਇਸ ਕਰਕੇ ਕੰਮ ਕਰਦਾ। ਜੇ ਮੈਂ ਇੱਥੇ ਬੈਠਾ ਕਹਿ ਦਿਆਂ ਵੀ ਮਾਝੇ ਵਾਲੇ ਸਾਰੇ ਉੱਥੇ ਜਾਣਗੇ, ਜਾਊਗਾ ਨਹੀਂ ਜਾਊਗਾ ਪਤਾ ਨਹੀਂ, ਪਰ ਜਦੋਂ ਐਮਐਲਏ ਨੂੰ ਪਤਾ ਵੀ ਮੈਂ ਬਹਿਣਾ ਤੇ ਮੇਰੇ ਨਾਲ ਬੰਦੇ ਹੋਣੇ ਚਾਹੀਦੇ ਆ, ਨਹੀਂ ਤਾਂ ਮੇਰਾ ਪ੍ਰੈਸ 'ਚ ਤਵਾ ਲੱਗ ਜਾਣਾ, ਫਿਰ ਉਹ ਸ਼ਕਤੀ ਲੈ ਕੇ ਨਿਕਲਦਾ। ਪਾਰਟੀਆਂ ਕੋਲ ਕੰਮ ਕਰਨ ਦੇ ਇੱਕ ਤਰੀਕੇ ਵੀ ਹੁੰਦੇ ਆ ਨਾ, ਔਰ ਕੰਮ ਕਰਨਾ ਵੀ ਲੋਕਾਂ ਨੂੰ ਉੱਥੇ ਲੋਕਲ ਹੀ ਆਪਣਾ ਠੀਕ ਹੁੰਦਾ ਕਿ ਜਿੱਥੇ ਹਲਕਾ ਹੁੰਦਾ। ਇਸ ਕਰਕੇ ਅਸੀਂ ਲਿਪ ਸਿੰਪਥੀ ਤੱਕ ਨਹੀਂ ਰਹਿਣਾ ਚਾਹੁੰਦੇ ਸੀ, ਅਸੀਂ ਇਫੈਕਟਿਵ ਆਪਣੀ ਕੰਟਰੀਬਿਊਸ਼ਨ ਦਿੱਤੀ। ਔਰ ਸਾਡਾ ਪੋਲੀਟੀਕਲ ਪਾਰਟੀਆਂ ਦਾ ਕਿ ਅਸੀਂ ਹਮੇਸ਼ਾ ਹੀ ਜਦੋਂ ਬੰਦ ਕਰਦੇ ਦੂਜੇ ਕਰਦੇ ਹਾਂ, ਕੋਸ਼ਿਸ਼ ਕਰਦੇ ਹਾਂ ਕਿ ਕੁਝ ਘੰਟੇ ਤੋਂ ਵੱਧ ਨਾ ਕਰੀਏ ਜੀ, ਕਿਉਂਕਿ ਉਹਦੇ ਪਬਲਿਕ ਦੀ ਇਨਕਨਵੀਨੀਅੰਸ ਵੀ ਹੁੰਦੀ ਹੈ, ਕੋਈ ਬਿਮਾਰ ਹੈ, ਕੋਈ ਬਰਾਤ ਹੈ, ਕੋਈ ਦੂਜੀਆਂ ਇਹ ਚੀਜ਼ਾਂ ਪਾਰਟੀਆਂ ਦੇ ਅਸੂਲ ਬਣੇ ਹੋਏ ਆ। ਕਿਉਂਕਿ ਬੜੇ ਲੰਬੇ ਟਾਈਮ ਤੋਂ ਨਿਕਲ ਕੇ ਲੀਡਰਸ਼ਿਪ ਨੇ ਬੜਾ ਕੁਝ ਸਿੱਖਿਆ ਹੁੰਦਾ ਵੀ ਦੋਨੇ ਗੱਲਾਂ ਆਪਾਂ ਰੋਸ ਵੀ ਕਰਨਾ ਵੱਡਾ ਕਰੋ, ਤੇ ਨਾਲ ਜਿਹੜੇ ਆਲਰੇਡੀ ਕਰੋਨਾ ਦੇ ਵਿੱਚ ਲੋਕੀ ਵਪਾਰਾਂ ਤੋਂ ਕੰਮਾਂ-ਕਾਰਾਂ ਤੋਂ ਸਾਰੇ ਕਾਰੋਬਾਰਾਂ ਤੋਂ ਆਇਆ ਤੇ ਉਹਨਾਂ ਕੋਈ ਤੰਗੀ ਹੋਵੇ ਇਹ ਗੱਲ ਨੂੰ ਤਾਂ ਮੈਂ ਵੀ ਐਪਰੀਸ਼ੀਏਟ ਕਰਦਾ। ਜਦੋਂ ਤੁਹਾਡਾ ਮਾਰਚ ਸੀ ਨਾ, ਮੈਂ ਤੁਹਾਡੀ ਤਾਰੀਫ ਕਰਦਾ ਮਾੜੀ ਜੀ ਕਰਵਾ ਲਓ ਕਿ ਜਿੱਦਣ ਤੁਹਾਡਾ ਮਾਰਚ ਉੱਥੇ ਪਹੁੰਚਿਆ ਨਾ, ਜਿੱਦਣ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਉੱਥੇ ਮੁੱਲਾਂਪੁਰ ਵਾਲੇ ਬੈਰੀਅਰ ਤੇ ਬੋਲਦੇ ਪਏ ਸੀ, ਉਦੋਂ ਇੱਕ ਐਂਬੂਲੈਂਸ ਫਸ ਗਈ ਸੀ, ਸ਼ਾਇਦ ਤੁਹਾਨੂੰ ਯਾਦ ਹੋ, ਉਹ ਐਂਬੂਲੈਂਸ ਕਢਵਾਈ, ਚੁੱਪ ਕਰ ਗਏ ਬਾਦਲ ਸਾਹਿਬ ਕਿ ਬਾਕੀ ਸਾਰਾ ਕੁਝ ਛੱਡ ਦਿਓ, ਪਹਿਲਾਂ ਐਂਬੂਲੈਂਸ ਕੱਢੋ। ਮੈਂ ਕਿਹਾ ਵੀ ਚਲੋ ਜਿਹੜੀ ਚੀਜ਼ ਅੱਛੀ ਕੀਤੀ, ਇੱਕ ਅੱਛਾ ਮੈਸੇਜ ਗਿਆ, ਇਹ ਜਾਨ ਕੀਮਤੀ ਹੈ, ਉਹ ਵਧੀਆ। ਹਦਾਇਤਾਂ ਵੈਸੇ ਵੀ ਜਦੋਂ ਮੀਟਿੰਗਾਂ ਕਰਦੇ ਉਦੋਂ ਵੀ ਦਿੰਦੇ ਹਾਂ ਵੀ ਕੋਈ ਬਰਾਤ ਹੋਵੇ, ਕੋਈ ਪੇਸ਼ੈਂਟ ਹੋਵੇ, ਕੋਈ ਇੱਦਾਂ ਦੀ ਹੋਰ ਵੀ ਐਮਰਜੈਂਸੀ ਹੁੰਦੀ ਹੈ ਮੌਕੇ ਦੇ ਉੱਤੇ ਕਈ ਵਾਰੀ, ਵੀ ਇਹ ਚੀਜ਼ਾਂ ਕੰਸੀਡਰ ਕਰਨੀਆਂ ਚਾਹੀਦੀਆਂ। ਇੰਨੀ ਜਿੱਦ ਨਹੀਂ ਹੋਣੀ ਚਾਹੀਦੀ ਵੀ ਲੰਘਣ ਨਹੀਂ ਦੇਣਾ ਕਿਸੇ ਨੂੰ, ਕੋਈ ਨਹੀਂ, ਸਾਰੇ ਕੰਮ ਨਾਲ ਚੱਲਦੇ ਰਹਿਣੇ ਚਾਹੀਦੇ। ਇਸ ਕਰਕੇ ਇੱਕ ਤਾਂ ਸਾਡਾ ਉਹ ਸੀ, ਉਸੇ ਦਿਨ ਹੀ ਅਸੀਂ ਬਾਕੀ ਸਾਰੇ ਪ੍ਰੋਗਰਾਮ ਲਿਖ ਦਿੱਤੇ ਸੀ ਵੀ ਪ੍ਰਧਾਨ ਸਾਹਿਬ ਸਾਰੀ ਸਟੇਟ ਦਾ ਟੂਰ ਕਰਨਗੇ, ਕਿਉਂਕਿ ਅਸੀਂ ਆਪਣਾ ਕੇਡਰ ਨੂੰ ਵੀ ਐਜੂਕੇਟ ਕਰਨਾ ਚਾਹੁੰਦੇ ਸੀ ਵੀ ਉੱਥੇ ਪਾਰਲੀਮੈਂਟ ਦੇ ਅੰਦਰ ਕੀ ਹੋਇਆ, ਸਰਕਾਰ 'ਚ ਕੀ ਹੋਇਆ। ਇੱਕ ਡਿਊਟੀ ਬਣਦੀ ਹੁੰਦੀ ਬਤੌਰ ਲੀਡਰ ਕਿ ਜੋ ਫਸਟ ਹੈਂਡ ਇਨਫੋਰਮੇਸ਼ਨ ਹੈ ਆਪਣੇ ਕੇਡਰ ਨੂੰ ਦਿਓ ਜੀ। ਇਸ ਕਰਕੇ ਉਹ ਵੀ ਪ੍ਰੋਗਰਾਮ ਸਾਡੇ ਉਹ ਪਾਰਟੀ ਦੇ ਵਰਕਰਸ ਮੀਟਿੰਗ ਸੀਗੀਆਂ, ਉਹ ਤਾਂ ਹੋਰ ਕੁਛ ਨਹੀਂ ਸੀ, ਵਰਕਰ ਮੀਟਿੰਗ ਸੀ, ਲੇਕਿਨ ਬੜੇ ਉਤਸ਼ਾਹ ਦੇ ਵਿੱਚ ਹੋਈਆਂ। ਤੇ ਤੀਜਾ ਪ੍ਰੋਗਰਾਮ ਨੇ ਅਸੀਂ ਉਸੇ ਦਿਨ ਹੀ ਲਿਖਿਆ ਸੀ ਕਿ 3 ਤਖ਼ਤਾਂ ਤੋਂ ਇੱਕ ਵਾਰੀ ਚੱਲ ਕੇ ਆਪਾਂ, ਉਦੋਂ ਤਾਂ ਇਹ ਸੀ ਕਿ ਆਪਾਂ ਜਿਹੜਾ ਗਵਰਨਰ ਸਾਹਿਬ ਨੂੰ ਮੈਮੋਰੈਂਡਮ ਦੇਣਾ ਇਸ ਗੱਲ ਵਾਸਤੇ ਕਿ ਰਾਸ਼ਟਰਪਤੀ ਅਸੈਂਟ ਰੋਕਣ ਜੀ, ਪਰ ਜਿੱਦਣ ਉਹ ਪ੍ਰੋਗਰਾਮ ਪਹੁੰਚਿਆ ਤਾਂ ਅਸੈਂਟ ਹੋ ਚੁੱਕੀ ਸੀ, ਹਾਂਜੀ, ਰਾਸ਼ਟਰਪਤੀ ਦੀ ਪ੍ਰਵਾਨਗੀ ਹੋ ਚੁੱਕੀ ਸੀ। ਫਿਰ ਅਸੀਂ ਕਹਿ ਕੇ ਇਹਨੂੰ ਹੁਣ ਅਸੀਂ ਇਹ ਰਿਕੁਐਸਟ ਕਰਾਂਗੇ
ਵੀ ਦੋਨੇ ਸੈਸ਼ਨ ਦੁਬਾਰਾ ਬੁਲਾ ਕੇ ਤੇ ਰਾਸ਼ਟਰਪਤੀ ਜਿਹੜਾ ਇਹ ਤੇ ਰੀਕਨਸੀਡਰ ਕਰਾਉਣ। ਇਸ ਕਰਕੇ ਪ੍ਰੋਗਰਾਮ ਅਸੀਂ ਆਪਣਾ ਕੈਰੀ ਔਨ ਕੀਤਾ। ਇਹ ਨਹੀਂ ਕੋਈ ਜਦੋਂ ਅਸੀਂ ਕਰ ਹੀ ਉਹਨਾਂ ਦੇ ਹੱਕ 'ਚ ਰਹੇ ਹਾਂ ਜੀ ਜੀ, ਇਹ ਅਸੀਂ ਅੱਗੇ ਵੀ ਰਿਸਪੈਕਟ ਨਹੀਂ, ਉਹਨਾਂ ਨਾਲ ਕੋਈ ਜਦ ਨਹੀਂ। ਉਹ ਆਪਣੇ ਕਿਸਾਨਾਂ ਦੀਆਂ ਜਥੇਬੰਦੀਆਂ ਨੇ, ਉਹ ਕਰਨ, ਸਾਡੀ ਕੋਈ ਉਹਨਾਂ ਨਾਲ ਕੋਈ ਟਕਰਾਅ ਨਹੀਂ, ਕੋਈ ਇਹ ਨਹੀਂ ਕਿ ਜਦੋਂ ਕਾਰੀ ਉਹਨਾਂ ਦੇ ਕਿਸਾਨੀ ਦੇ ਭਲੇ ਵਾਸਤੇ ਰਹੇ ਆ, ਉਹ ਵੀ ਭਲੇ ਵਾਸਤੇ ਰਹੇ ਆ। ਬਿਲਕੁਲ ਸਹੀ ਗੱਲ ਤੇ ਤਾਂ ਹੁੰਦੀ ਹੈ ਜੇ ਦੋਨਾਂ ਦਾ ਕੋਈ, ਸਾਡੀਆਂ ਪੋਲੀਟੀਕਲ ਪਾਰਟੀਆਂ ਉਹਨਾਂ ਦਾ ਆਪਣਾ ਜਿਹੜੇ ਕਿਸਾਨੀ ਦੇ ਸੰਗਠਨ। ਇਸ ਕਰਕੇ ਉਹ ਬਾਤ ਇਹ ਹੈ ਕਿ ਭਗਵੰਤ ਮਾਨ ਹਰਾਂ ਦਾ ਤਾਂ ਇਹਨਾਂ ਪਾਰਟੀਆਂ ਦਾ ਤਾਂ ਕੰਮ ਹੈ 24 ਘੰਟੇ ਵੀ ਇਹਨਾਂ ਨੇ ਹਾਲੇ ਟਾਈਮ ਲੱਗੇਗਾ ਇਹਨਾਂ ਨੂੰ ਉਹ ਚੀਜ਼ਾਂ। ਚਲੋ ਰਾਜਨੀਤੀ ਆ ਇਹ। ਅੱਛਾ, ਹੁਣ ਸਮਾਂ ਆਪਣੇ ਕੋਲੇ ਮੁੱਕ ਗਿਆ। ਚੀਮਾ ਸਾਹਿਬ ਤੁਸੀਂ ਆਏ, ਬੜੀਆਂ ਡਿਟੇਲ 'ਚ ਤੁਸੀਂ ਡਾਕੂਮੈਂਟਸ ਦਿਖਾ ਕੇ ਕਿਹਾ ਕਿ ਵੀ ਆਹ ਚੀਜ਼ ਇੱਦਾਂ, ਆਹ ਚੀਜ਼ ਇੱਦਾਂ। ਜਾਂਦੇ ਸਾਡੇ ਇਸ ਪਲੇਟਫਾਰਮ ਤੋਂ ਪਟੜੀ ਤੇ ਬੈਠੇ ਕਿਸਾਨਾਂ ਨੂੰ, ਪੰਜਾਬ ਦੇ ਲੋਕਾਂ ਨੂੰ, ਜਾਂ ਆਪਣੀਆਂ ਵੀ ਪੋਲੀਟੀਕਲ ਵਿਰੋਧੀ ਜਿਹੜੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ? ਦੇਖੋ, ਮੈਂ ਕਿਸਾਨ ਵੀਰਾਂ ਨੂੰ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਕਿ ਅਸੀਂ ਦਿਲੋਂ ਉਹਨਾਂ ਦੇ ਨਾਲ ਜੀ। ਔਰ ਮੈਂ ਕੇਂਦਰ ਨੂੰ ਵੀ ਕਹਿਣਾ ਚਾਹੁੰਦਾ ਕਿ ਜਿਹੜੀ ਹੈ ਉਹਨਾਂ ਨੂੰ ਮੈਚਿਓਰ ਤਰੀਕੇ ਦੀ ਰਾਜਨੀਤੀ ਕਰਨੀ ਚਾਹੀਦੀ ਆ। ਆਹ ਜਿਹੜਾ ਕੰਮ ਸ਼ੁਰੂ ਕੀਤਾ ਵੀ ਸ਼ਾਇਦ ਅਸੀਂ ਕਾਊਂਟਰ ਰੌਲਾ ਪਾ ਕੇ, ਪ੍ਰੈਸ ਕਾਨਫਰੰਸਾਂ ਕਰਕੇ, ਦੂਜੇ ਕਰਕੇ, ਇਹ ਜਿਸ ਮਾਹੌਲ 'ਚ ਅਸੀਂ ਆਪ ਕਰਕੇ ਦੇਖ ਲਿਆ ਉਸ ਤੋਂ ਬੈਟਰ ਤੁਸੀਂ ਨਹੀਂ ਕਰ ਸਕਦੇ। ਇਸ ਕਰਕੇ ਸਮਾਂ ਨਹੀਂ ਵੇਸਟ ਕਰਨਾ ਚਾਹੀਦਾ, ਐਨਰਜੀ ਨਹੀਂ ਵੇਸਟ ਕਰਨੀ ਚਾਹੀਦੀ। ਅੱਗੋਂ ਵਾਢੀ ਦੇ ਦੇਣਾ ਕਿਸਾਨ ਨੂੰ ਹੋਰ ਦੁਖੀ ਨਹੀਂ ਕਰਨਾ ਚਾਹੀਦਾ। ਇਸ ਕਰਕੇ ਕੇਂਦਰ ਸਰਕਾਰ ਦੀ ਵੀ ਡਿਊਟੀ ਬਣਦੀ ਹੈ ਵੀ ਇਸ ਐਜੀਟੇਸ਼ਨ ਨੂੰ ਇਸ ਤਰੀਕੇ ਇਗਨੋਰ ਨਾ ਕਰੇ, ਉਹਨਾਂ ਦੀਆਂ ਭਾਵਨਾਵਾਂ ਨੂੰ ਸਮਝੇ ਜੀ। ਔਰ ਕੋਈ ਔਖਾ ਕੰਮ ਨਹੀਂ। ਬੜੀ ਵਾਰੀ ਅਸੀਂ ਦੇਖਿਆ, ਅਸੀਂ ਆਪਣੇ ਸਟੇਟ 'ਚ ਵੀ ਕਰਦੇ ਰਹੇ ਹਾਂ ਕਿ ਐਕਟ ਬਣ ਵੀ ਜਾਂਦਾ, ਉਹਨੂੰ ਹੈਡ ਐਂਡ ਅਬੇਸ ਕਰਤਾ ਜਾਂਦਾ ਜੀ। ਠੀਕ ਨਾ, ਵੀ ਉੱਤੇ ਕੰਮ ਰੋਕ ਦਿਓ, ਬਿਲਕੁਲ ਆਪੇ ਮਾਹੌਲ ਠੰਡਾ ਹੋ ਜਾਏਗਾ। ਔਰ ਇਹਨਾਂ ਵੀਰਾਂ ਨੂੰ ਮੈਂ ਇਹ ਬੇਨਤੀ ਕਰਦਾ ਕਿ ਅਸੀਂ ਤੁਹਾਡੇ ਨਾਲ ਕਰੋ ਸਟਰਗਲ, ਤੁਸੀਂ ਆਪਣੇ ਹੱਕਾਂ ਵਾਸਤੇ ਲੜ ਰਹੇ ਹੋ, ਸ਼ਾਂਤਮਈ ਕਰੋ। ਕੋਈ ਐਵੇਂ ਤੁਹਾਡੇ ਜਿਹੜੀ ਇਸ ਜਿਹੜੀ ਹੈਗੀ ਆ ਐਡੀ ਵੱਡੀ ਮਿਹਨਤ ਦਾ ਕੋਈ ਗਲਤ ਇਸਤੇਮਾਲ ਨਾ ਕਰ ਜਾਵੇ। ਬਿਲਕੁਲ ਸਹੀ। ਇਹ ਅਸੀਂ ਦੇਖਿਆ ਰਾਜਨੀਤੀ 'ਚ ਕਈ ਵਾਰੀ ਹੁੰਦਾ। ਇਸ ਕਰਕੇ ਉਹ ਬੜੇ ਸਿਆਣੇ ਆ, ਵੈਸੇ ਬਹੁਤ ਮੈਂ ਦੇਖਦਾ ਬੜੀ ਮੈਚੋਰਟੀ ਦੇ ਨਾਲ ਉਹ ਕੰਮ ਕਰਦੇ ਆ, ਹਰ ਗੱਲ ਦੇ ਬਰੀਕੀ ਤੱਕ ਜਾਂਦੇ ਆ, ਬੜਾ ਉਹ ਜ਼ਮੀਨ ਨਾਲ ਜੁੜੇ ਲੋਕੀ ਆ ਜੀ। ਪਰ ਇਹ ਹੈ ਕਿ ਸਹਿਜ ਨਾਲ, ਅਮਨ ਨਾਲ, ਸ਼ਾਂਤੀ ਨਾਲ, ਕਿਉਂਕਿ ਪੰਜਾਬ ਦੇ ਵਿੱਚ ਅਮਨ, ਸ਼ਾਂਤੀ, ਭਾਈਚਾਰਕ ਸਾਂਝ ਜਿਹੜੀ ਆ ਇਹ ਬੜੀ ਮਿਹਨਤ ਦੇ ਨਾਲ ਜਿਹੜੀ ਆ ਅਸੀਂ ਲਈ ਆ, ਉਹ ਬਣੀ ਰਹਿਣੀ ਚਾਹੀਦੀ ਆ। ਨਾਲ ਹੱਕੀ ਮੰਗਾਂ ਵਾਸਤੇ ਸੰਘਰਸ਼ ਤਾਂ ਡੈਮੋਕ੍ਰੇਸੀ ਸਾਡਾ ਰਾਈਟ ਆ, ਉਹ ਚੱਲਦੇ ਰਹਿਣ। ਬਿਲਕੁਲ ਸਹੀ। ਚੀਮਾ ਸਾਹਿਬ ਤੁਸੀਂ ਆਏ ਤੇ ਇੰਨੀ ਡਿਟੇਲ 'ਚ ਸਾਰਾ ਕੁਝ ਸਾਡੇ ਨਾਲ ਸਾਂਝਾ ਕੀਤਾ, ਆਪਣੀ ਪਾਰਟੀ ਦਾ ਪੱਖ ਰੱਖਿਆ, ਤੁਹਾਡਾ ਬੜਾ ਧੰਨਵਾਦ। ਮਿਹਰਬਾਨੀ ਜੀ, ਥੈਂਕ ਯੂ। ਇਸ ਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ ਜੀ। ਆਸ ਕਰਦਾ ਹਾਂ ਕਿ ਅੱਜ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਨਵੀਆਂ ਸੁਣਨ ਨੂੰ, ਦੇਖਣ ਨੂੰ, ਸਮਝਣ ਨੂੰ ਮਿਲੀਆਂ ਹੋਣਗੀਆਂ ਤੇ ਹੋ ਸਕਦਾ ਕਿ ਕੁਝ ਨਜ਼ਰੀਆ ਵੀ ਚੇਂਜ ਹੋਇਆ ਹੋਵੇ। ਸਾਡੀ ਇਹੀ ਕੋਸ਼ਿਸ਼ ਹੈ ਪ੍ਰਾਈਮ ਏਸ਼ੀਆ ਟੀਵੀ ਤੇ ਕਿ ਅਸੀਂ ਹਰੇਕ ਪੱਖ ਆਪ ਜੀ ਦੇ ਸਾਹਮਣੇ ਰੱਖ ਦਈਏ। ਫੈਸਲਾ ਤੁਸੀਂ ਕਰਨਾ ਕਿ ਕਿਹੜੀ ਚੀਜ਼ ਕਿੰਨੀ ਸਹੀ ਹੈ, ਕਿੰਨੀ ਗਲਤ ਹੈ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।